ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਅਰਦਾਸ, ਜੋ ਆਪਾਂ ਕੱਲ੍ਹ ਰਾਤੀ ਕੁਐਸਚਨ ਆਨਸਰ ਵਿੱਚ ਇੱਥੇ ਡਿਸਕਸ ਕੀਤਾ ਸੀ। ਅਰਦਾਸ ਇੱਕ ਸਿੱਖੀ ਦਾ ਇੱਕ ਬਹੁਤ ਵੱਡਾ ਇੱਕ ਅੰਗ ਹੈਗਾ, ਜੋ ਅਸੀਂ ਸਿੱਖੀ ਕਮਾਉਣੀ, ਉਹਦੇ ਵਿੱਚ ਅਰਦਾਸ ਸਾਡੇ ਵਾਸਤੇ ਬਹੁਤ ਵੱਡੀ ਸਹਾਇਤਾ ਕਰਦੀ ਹੈ। ਅਰਦਾਸ ਤੋਂ ਬਿਨਾਂ ਸਿੱਖ ਦਾ ਜੀਵਨ ਅਧੂਰਾ ਹੈ। ਅਰਦਾਸ ਸਿੱਖ ਦੀ ਗੁਰੂ ਦੇ ਨਾਲ ਸਿੱਧੀ ਕਨੈਕਸ਼ਨ ਹੈ। ਅਰਦਾਸ ਰਾਹੀਂ ਸਿੱਖ ਗੁਰੂ ਨਾਲ ਜੁੜਦਾ ਹੈ। ਅਰਦਾਸ ਰਾਹੀਂ ਸਿੱਖ ਗੁਰੂ ਤੋਂ ਸਾਰੀਆਂ ਦਾਤਾਂ ਲੈਂਦਾ ਹੈ, ਚਾਹੇ ਉਹ ਸੰਸਾਰ ਦੀਆਂ ਦਾਤਾਂ ਨੇ, ਚਾਹੇ ਪਰਮਾਰਥ ਦੀਆਂ ਦਾਤਾਂ, ਚਾਹੇ ਪਦਾਰਥ ਦੀਆਂ ਦਾਤਾਂ ਨੇ, ਸਾਰੀਆਂ ਦਾਤਾਂ, material or spiritual, whichever that you looking at, we get it from Guru, and the connection is ਅਰਦਾਸ। ਸੋ ਅਰਦਾਸ ਸਿੱਖ ਦੀ ਜ਼ਿੰਦਗੀ 'ਚੋਂ ਘਟਦੀ ਹੈ ਤਾਂ ਸਿੱਖ ਦਾ ਗੁਰੂ ਨਾਲ ਕਨੈਕਸ਼ਨ ਇੱਕ ਤਰੀਕੇ ਨਾਲ ਟੁੱਟ ਜਾਂਦਾ ਹੈ। ਔਰ ਅਰਦਾਸ ਇਟਸ ਨਾਟ ਇੱਕ ਸਟਰਕਚਰਡ ਥਿੰਗ। ਜਿਹੜੀ ਸਾਡੀ ਇੰਡੀਵਿਜੂਅਲ ਅਰਦਾਸ ਹੈਗੀ, ਉਹਦੇ ਵਿੱਚ ਕੋਈ ਵਰਡਸ ਵੀ ਨਹੀਂ ਹੋਣ ਦੀ ਲੋੜ ਹੁੰਦੀ ਕਈ ਵਾਰ, ਹੈ ਨਾ। ਬਿਨ ਬੋਲਿਆਂ ਸਭ ਕੁਝ ਜਾਣਦਾ ਅਤੇ ਆਗੇ ਕਰ ਅਰਦਾਸ। ਉਹ ਤਾਂ ਸਾਡੀਆਂ ਹਿਰਦੀਆਂ 'ਤੇ ਪੁੱਜਦਾ ਹੈ, ਬਗੈਰ ਸਾਡੇ ਬੋਲਿਆਂ ਵੀ ਉਹ ਪੁੱਜਦਾ ਹੈ। ਕਈ ਵਾਰ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਸਾਡੀ ਜਿਹੜੀ ਭਾਵਨਾ ਹੈ, ਸਾਡੇ ਜਿਹੜਾ ਸੁਰਤੀ ਦੇ ਵਿੱਚ ਜਦੋਂ ਗੁਰੂ ਦੇ ਚਰਨਾਂ ਵਿੱਚ ਸਾਡੇ ਜੁੜਦੀ ਹੈ, ਅਤੇ ਕੋਈ ਸਾਡੇ ਮਨ ਵਿੱਚ ਗੁਰੂ ਪ੍ਰਤੀ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬਣਦੀ ਹੈ, ਕਈ ਵਾਰ ਸਾਨੂੰ ਉਹ ਲਫ਼ਜ਼ਾਂ ਵਿੱਚ ਬੋਲਣ ਦੀ ਲੋੜ ਨਹੀਂ ਪੈਂਦੀ। ਉਹ ਸਿੱਧੇ ਹੀ ਸੁਰਤੀ ਦਾ ਮੇਲ ਵੀ ਹੈ ਉਹਦੇ ਨਾਲ, ਗੁਰੂ ਨਾਲ। ਸੋ ਇਹ ਹੈ ਇੰਡੀਵਿਜੂਅਲ ਅਰਦਾਸ, ਜਦੋਂ ਅਸੀਂ ਗੁਰੂ ਨਾਲ ਜੁੜਨਾ ਹੈ ਨਾ। ਜਦੋਂ ਗੁਰੂ ਤੋਂ ਦਾਤਾਂ ਮੰਗਣੀਆਂ ਨੇ, ਕਈ ਵਾਰ ਬੈਰਾਗ ਵਿੱਚ ਵੀ ਆ ਜਾਂਦਾ ਹੈ। ਉਦੋਂ ਸਾਡਾ ਜਿਹੜੇ ਤੁਸੀਂ ਸ਼ਬਦ ਪੜ੍ਹਦੇ ਹੋ, ਬੇਨਤੀ ਦੇ ਸ਼ਬਦ ਨੇ ਜਿਹੜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੇ, ਬੇਅੰਤ ਬਾਣੀ ਆਪਾਂ ਪੜ੍ਹਦੇ ਹਾਂ, ਉਹ ਬੇਨਤੀ ਦੇ ਸ਼ਬਦ ਵੀ ਸਾਡੇ ਅਰਦਾਸ ਰੂਪ ਹੋ ਜਾਂਦੇ ਨੇ। ਹਉ ਮੰਗੋ ਤੁਝੇ ਦਿਆਲ ਕਰ ਦਾਸਾਂ ਗੋਲਿਆ, ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਇਹ ਵਾਲੀ ਅਰਦਾਸ ਹੈ ਸਾਡੀ ਇੱਕ, ਹੈ ਨਾ। ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਹਾਂਜੀ, ਅੱਗੇ ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਨਹੀਂ ਵਾਹਿਗੁਰੂ ਵਾ ਕਰਨਾ। ਚਲੋ ਅੱਗੇ ਆ ਜਾਏਗਾ, ਮੇਰੇ ਸ਼ਾਹਾ ਮੈਂ ਤੁਝ ਬਿਨ ਅਵਰ ਨਾ ਕੋਏ। ਹਾਂਜੀ, ਐਸਾ ਅਰਦਾਸਾਂ ਬੇਅੰਤ ਹੈਗੀਆਂ ਮਹਾਰਾਜ ਦੇ ਅੱਗੇ ਅਸੀਂ ਕਰਦੇ। ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ। ਗੁਣ ਗਾਵਾਂ ਦਿਨ ਰਹਿਣ ਇੱਥੇ ਕੰਮ ਲਾਏ, ਸਾਧਨਾ ਕੇ ਸੰਗ ਹਉਮੈ ਰੋਗ ਜਾਏ। ਇਹ ਅਰਦਾਸਾਂ ਨੇ ਸਾਡੀਆਂ ਗੁਰੂ ਅੱਗੇ। ਜਦੋਂ ਅਸੀਂ ਕਿਸੇ ਵੀ ਸੰਕਟ 'ਚ ਪੈਂਦੇ ਹਾਂ, ਗੁਰੂ ਦਾ ਸ਼ਬਦ ਜਦ ਸਾਡੇ ਚੇਤੇ 'ਚ ਆਉਂਦਾ, ਉਹ ਵੀ ਅਰਦਾਸ ਰੂਪ ਹੋ ਜਾਂਦਾ। ਇਹ ਹੈਗੀ ਇੱਕ ਸਿੱਖ ਦੀ ਗੁਰੂ ਦੇ ਨਾਲ ਸਿੱਧੀ ਸਾਂਝ, ਹੈ ਨਾ। ਜਦੋਂ ਅਸੀਂ ਗੁਰੂ ਨਾਲ ਗੱਲ ਕਰਨੀ, ਉਦੋਂ ਲਫ਼ਜ਼ਾਂ ਨਾਲ ਵੀ ਅਰਦਾਸ ਹੈ, ਗੁਰਬਾਣੀ ਦੇ ਸ਼ਬਦ ਪੜ੍ਹ ਕੇ, ਗਾਇਨ ਕਰਕੇ, ਬੋਲ ਕੇ, ਉਹਨਾਂ ਰਾਹੀਂ ਵੀ ਅਰਦਾਸ ਸਾਡੀ ਹੋ ਜਾਂਦੀ ਹੈ ਗੁਰੂ ਨਾਲ। ਕਈ ਵਾਰ ਬਗੈਰ ਬੋਲਿਆਂ ਵੀ ਅਰਦਾਸ ਸਾਡੀ ਗੁਰੂ ਤੱਕ ਪਹੁੰਚਦੀ ਹੈ। ਪਰ ਇੱਕ ਪੰਥਕ ਯੁਗਤ ਹੈਗੀ ਹੈ। ਜਦੋਂ ਅਸੀਂ ਪੰਥਕ ਤੌਰ 'ਤੇ ਇਕੱਠੇ ਹੁੰਦੇ ਹਾਂ, ਉਦੋਂ ਇੱਕ ਪੰਥ ਨੇ ਅਰਦਾਸ ਘੜੀ ਹੈ। ਉਹ ਅਰਦਾਸ ਬਣੀ ਹੈ ਜਿਹੜੀ ਜਦੋਂ ਕਿਤੇ ਪੰਥਕ ਯੁਗਤ ਇਕੱਠੀ ਹੁੰਦੀ ਹੈ, ਸੰਗਤ ਹੁੰਦੀ ਹੈ, ਜਦੋਂ ਸਤ ਸੰਗਤ ਦੇ ਰੂਪ ਵਿੱਚ ਅਸੀਂ ਖੜ੍ਹੇ ਹੁੰਦੇ ਹਾਂ ਜਾਂ ਪੰਥਕ ਤੌਰ 'ਤੇ ਕੋਈ ਅਰਦਾਸ ਕਰਦੇ ਹਾਂ, ਇੱਕ ਪੰਥਕ ਅਰਦਾਸ ਜਿਹੜੀ ਅਸੀਂ ਅੰਤਾ ਪ੍ਰਤੀ ਡੇਲੀ ਅਸੀਂ ਜਦੋਂ ਕੋਈ ਪਾਠ ਕਰਦੇ ਹਾਂ, ਕੀਰਤਨ ਕਰਨ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰਦੇ ਹਾਂ, ਭੁੱਲਾਂ ਚੁੱਕਿਆ ਦੀ ਬੇਅਦਬੀ ਦੀ ਭੁੱਲਾਂ ਮੰਗਦੇ ਹਾਂ, ਉਹਦੀ ਅਰਦਾਸ ਕਰਦੇ ਹਾਂ। ਉਹ ਇੱਕ ਅਰਦਾਸ ਸਟਰਕਚਰ ਅਰਦਾਸ ਹੈਗੀ ਹੈ, ਉਹਨੂੰ ਅਸੀਂ ਕਹਿੰਦੇ ਪੰਥਕ ਅਰਦਾਸ। ਅਤੇ ਸਿੱਖ ਰਹਿਤ ਬਿਰਦਾ ਵਿੱਚ ਇਹ ਅੰਕਿਤ ਹੈ ਵੀ ਸਿੱਖ ਨੇ ਸਵੇਰ ਦੇ ਨਿਤਨੇਮ ਅਤੇ ਸ਼ਾਮ ਦੇ ਸੋਦਰ ਦੇ ਨਿਤਨੇਮ ਤੋਂ ਬਾਅਦ ਖੜ੍ਹੇ ਹੋ ਕੇ ਅਰਦਾਸ ਜ਼ਰੂਰ ਕਰਨੀ ਹੈ। ਖੜ੍ਹੇ ਹੋ ਕੇ, ਹੱਥ ਜੋੜ ਕਰਕੇ। ਹਾਂਜੀ, ਅਰਦਾਸ ਦਾ ਇੱਕ ਬਹੁਤ ਅੰਗ ਹੈਗਾ, ਦੋਏ ਕਰ ਜੋੜ ਕਰੋ ਅਰਦਾਸ। ਹੱਥ ਜੁੜੇ ਹੋਣੇ ਚਾਹੀਦੇ ਆ ਸਾਡੇ ਗੁਰੂ ਦੇ ਅੱਗੇ, ਹਾਂਜੀ। ਅਤੇ ਆਮ ਕਰਕੇ ਸਾਡਾ ਕੀ ਹੁੰਦਾ, ਜਦੋਂ ਅਸੀਂ ਅਰਦਾਸ ਵਿੱਚ ਖੜ੍ਹੇ ਹੁੰਦੇ ਨਾ, ਦੋਏ ਕਰ ਜੋੜ ਇਸ ਤਰ੍ਹਾਂ ਹੋਣਾ ਹੈ, ਦੋਨੇ ਹੱਥ ਪੰਜੇ ਉਂਗਲਾਂ ਮਿਲੀਆਂ ਹੋਣੀਆਂ ਚਾਹੀਦੀਆਂ ਨੇ, ਅਤੇ ਸਾਡੇ ਛਾਤੀ ਦੇ ਨੇੜੇ ਹੋਵੇ। ਇਹ ਅਰਦਾਸ ਦਾ ਸਾਡਾ ਪੋਸਚਰ ਹੈਗਾ। ਪਰ ਬਹੁਤ ਵਾਰ ਅਸੀਂ ਦੇਖਦੇ ਹਾਂ ਕੰਘੀ ਬਣਾ ਲੈਂਦੇ ਹਾਂ, ਇਸ ਤਰ੍ਹਾਂ ਕਰਕੇ ਪਾ ਲੈਂਦੇ ਹਾਂ, ਕੋਈ ਇੱਥੇ ਰੱਖਿਆ, ਕਿਸੇ ਨੇ ਇੱਥੇ ਰੱਖਿਆ, ਕੋਈ ਐਂ ਕਰਕੇ ਬੈਠਾ। ਸੋ ਉਹ ਸਾਡੀ ਅਵੇਸਲਾਪਨ ਹੈ। ਅਸੀਂ ਆਪਣੇ ਆਪ ਨੂੰ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਸਮਝ ਰਹੇ। ਉਸ ਵੇਲੇ ਜਦੋਂ ਸਾਡਾ ਜਿਹੜਾ ਪੋਸਚਰ ਹੈ, ਸਾਡਾ ਜਿਹੜਾ ਗੁਰੂ ਦੇ ਅੱਗੇ ਜਿਹੜੀ ਸਾਡੀ ਖੜੋਤ ਹੈਗੀ, ਜਿਵੇਂ ਅਸੀਂ ਖੜ੍ਹੇ ਹਾਂ, ਉਹ ਸਾਡਾ ਗੁਰੂ ਦੇ ਨਾਲ ਭੈ, ਗੁਰੂ ਦੇ ਪ੍ਰਤੀ ਆਦਰ, ਗੁਰੂ ਦੇ ਪ੍ਰਤੀ ਸਤਿਕਾਰ ਉਹ ਪ੍ਰਗਟ ਕਰਦਾ ਹੈ। ਗੁਰਸਿੱਖਾਂ ਦਾ ਕਹਿਣਾ ਵੀ ਇੱਕ ਸਿੱਖ ਦਾ ਗੁਰੂ ਨਾਲ, ਗੁਰੂ ਪ੍ਰਤੀ ਕਿੰਨਾ ਸਤਿਕਾਰ ਹੈ, ਕਿੰਨਾ ਭੈ ਹੈ, ਕਿੰਨਾ ਅਦਬ ਹੈ, ਉਹ ਜਦੋਂ ਗੁਰੂ ਦਰਬਾਰ ਵਿੱਚ ਚੱਲ ਕੇ ਆਉਂਦਾ ਮੱਥਾ ਟੇਕਣ ਵਾਸਤੇ, ਉਹਦੇ ਤੋਂ ਪਤਾ ਲੱਗ ਜਾਂਦਾ ਹੈ। ਉਹ ਸਾਡੀ ਤੋਰ ਜਿਹੜੀ ਹੈ, ਉਹ ਸਾਡੀ ਗੁਰੂ ਪ੍ਰਤੀ ਕਿੰਨਾ ਅਸੀਂ ਸਤਿਕਾਰ ਰੱਖਦੇ ਹਾਂ, ਇਹ ਪ੍ਰਗਟ ਹੋ ਜਾਂਦਾ ਹੈ। ਕਈ ਵਾਰ ਅਸੀਂ ਚਾਰੇ ਬੰਨੇ ਦੇਖਦੇ ਆਉਂਦੇ ਹੁੰਦੇ ਹਾਂ, ਕੌਣ ਬੈਠਾ, ਕੌਣ ਕੀ ਕਰ ਰਿਹਾ, ਕਿਹੜਾ ਕੀਰਤਨੀਆ ਬੈਠਾ, ਗੁਰੂ ਵੱਲ ਸਾਡਾ ਚੇਤਾ ਹੀ ਨਹੀਂ।
ਗੁਰੂ ਸਾਹਿਬ ਨੇ ਪ੍ਰਤੱਖ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ, ਉਧਰ ਸਾਡਾ ਚੇਤਾ ਨਹੀਂ ਹੁੰਦਾ। ਸੋ ਇਸ ਕਰਕੇ ਅਰਦਾਸ ਵਿੱਚ ਬਹੁਤ ਸਾਵਧਾਨਤਾ ਸਹਿਤ ਖੜੇ ਹੋ ਕੇ, ਇਸੇ ਕਰਕੇ ਅਰਦਾਸ ਵਿੱਚ ਜਿਹੜੇ ਬੋਲ ਨੇ ਬਾਰ-ਬਾਰ ਉਹਦੇ 'ਚ ਬੋਲੋ ਜੀ ਵਾਹਿਗੁਰੂ, ਇਹ ਸਾਨੂੰ ਚੇਤਨ ਕਰਨ ਵਾਸਤੇ ਹੁੰਦੇ ਨੇ। ਜਦੋਂ ਇਹ ਕਿਤੇ ਬਾਈ ਚਾਂਸ ਅਸੀਂ ਕਿਸੇ ਵੇਲੇ ਅਰਦਾਸ ਵਿੱਚ ਸਾਡਾ ਵਿਘਨ ਪੈ ਗਿਆ, ਸਾਡੀ ਸੁਰਤੀ ਦੂਰ ਹੋ ਗਈ, ਸਾਡਾ ਮਨ ਖਿੰਡ ਗਿਆ, ਅਤੇ ਇਹ ਜਿਹੜਾ ਬੋਲਾ ਹੈਗਾ ਬੋਲੋ ਜੀ ਵਾਹਿਗੁਰੂ ਸਾਨੂੰ ਸੁਚੇਤ ਕਰ ਦੇਵੇ, ਅਸੀਂ ਫਿਰ ਦੁਬਾਰਾ ਅਰਦਾਸ ਵਿੱਚ ਆ ਜਾਈਏ। ਪੰਥਕ ਅਰਦਾਸ ਜੋ ਹੈ ਇਹ ਬੜੀ ਘਾਲਣਾ ਨਾਲ ਤਿਆਰ ਹੋਈ ਹੈ। ਪੰਥ ਵਿੱਚ ਅਰਦਾਸ, ਪੰਥਕ ਅਰਦਾਸ ਸ਼ੁਰੂ ਤੋਂ ਚੱਲਦੀ ਆ ਰਹੀ। ਹੱਥ ਲਿਖਤ ਬਹੁਤ ਸਾਰੇ ਹਵਾਲੇ ਮਿਲਦੇ ਨੇ। ਗੁਰੂ ਸਾਹਿਬ ਦੇ ਵੇਲੇ ਤੋਂ ਵੀ ਕੁਛ ਅਰਦਾਸਾਂ ਹੈਗੀਆਂ, ਕਿਉਂਕਿ ਕੁਛ ਅਰਦਾਸਾਂ ਹੱਥ ਲਿਖ ਰਲੇ ਇਸ ਤਰ੍ਹਾਂ ਨੇ ਜਿਨ੍ਹਾਂ ਵਿੱਚ ਦਸਮ ਪਾਤਸ਼ਾਹ ਦਾ ਜ਼ਿਕਰ ਨਹੀਂ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਨਹੀਂ ਆਉਂਦਾ। ਇਹ ਲੱਗਦਾ ਹੈ ਵੀ ਉਹ ਹੱਥ ਖਰੜੇ ਜਿਹੜੇ ਹੱਥ ਲਿਖਤ ਖਰੜੇ ਨੇ ਸ਼ਾਇਦ ਦਸਮ ਪਾਤਸ਼ਾਹ ਵੇਲੇ ਦੇ ਹੋਣਗੇ ਜਾਂ ਉਸ ਤੋਂ ਪਹਿਲਾਂ ਦੇ ਹੋਣਗੇ, ਹੈ ਨਾ। ਕੁਝ ਆ ਮਤਲਬ ਡਿਫਰੈਂਟ ਵਰਜ਼ਨਸ ਹੈਗੇ ਨੇ। ਸਮਾਂ ਚੱਲਦਾ ਚੱਲਦਾ ਜਦੋਂ ਅਸੀਂ ਮਿਸਲਾਂ ਵਿੱਚ ਰਹੇ, ਫਿਰ ਅਸੀਂ ਜੰਗਲਾਂ ਵਿੱਚ ਬਹੁਤ ਕਸ਼ਟ ਝੱਲੇ, ਅਤੇ ਮੁੜ ਕੇ ਸਿੱਖ ਰਾਜ ਆਇਆ। ਸਿੱਖ ਰਾਜ ਵਿੱਚ ਕੁਝ ਸਾਡੇ ਅੰਦਰ ਕਮੀਆਂ ਫੇਰ ਆ ਗਈਆਂ, ਜਿਹੜੀਆਂ ਅਨਮਤ ਸਨਾਤਨ ਮਤ ਦੀਆਂ ਗੱਲਾਂ ਸਾਡੇ ਪੰਥ ਵਿੱਚ ਘਰ ਕਰ ਗਈਆਂ ਦੁਬਾਰਾ। ਉਹਨਾਂ ਨੂੰ ਫਿਰ ਅੰਗਰੇਜ਼ ਆਇਆ। ਅੰਗਰੇਜ਼ਾਂ ਵੇਲੇ ਸਾਡਾ ਬਹੁਤ ਕੁਛ, ਸਾਡੇ ਜਿਹੜਾ ਜੀਵਨ ਸ਼ੈਲੀ ਸੀ ਉਹਨੂੰ ਬਦਲ ਦਿੱਤਾ ਗਿਆ। ਉਹਨਾਂ ਨੇ ਬੜਾ ਕੁਛ ਬਦਲਿਆ, ਸਾਡੀ ਬੋਲੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸਾਡੇ ਰਹਿਣ ਸਹਿਣ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਸਾਡੇ ਧਰਮ ਦੇ ਵਿੱਚ ਉਹਨਾਂ ਨੇ ਬੜੇ ਤਰੀਕੇ ਨਾਲ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਿਹੜੀਆਂ ਬਹੁਤ ਦੇਰ ਤੱਕ ਸਾਨੂੰ ਤੰਗ ਕਰਦੀ ਰਹੀਆਂ, ਸਾਡੀ ਕੌਮ ਨੂੰ। ਸਾਡੇ ਕੌਮ ਵਿੱਚ ਬਖੇੜੇ ਪਏ ਰਹੇ। ਜਦੋਂ ਪੰਥ ਨੇ ਗੁਰਧਾਮਾਂ ਦਾ ਮੋਰਚਾ ਜਿੱਤਿਆ, ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਸ ਤੋਂ ਬਾਅਦ ਪੰਥਕ ਜਿਹੜੀ ਸਾਡੇ ਗੁਰਧਾਮ ਸੀਗੇ ਉਹ ਦੁਬਾਰਾ ਪੰਥ ਦੇ ਕੋਲ ਆਏ। ਜਿਹੜੇ ਮਹੰਤਾਂ ਨੇ, ਜਿਹੜੇ ਕਰਪਟ ਮਹੰਤ ਸੀਗੇ, ਜਿਨ੍ਹਾਂ ਨੇ ਆਪ ਉਹਨਾਂ ਦਾ ਕਰਪਟ ਸੀਗੇ ਮੋਰਲੀ ਐਂਡ ਅਦਰਵਾਈਜ਼ ਆਲਸੋ, ਅਤੇ ਉਹਨਾਂ ਨੇ ਗੁਰੂ ਧਾਮਾਂ ਨੂੰ ਬਹੁਤ ਹੀ ਉੱਥੇ ਕਰਮ ਕਰਨੇ ਉਹਨਾਂ ਨੇ। ਅਤੇ ਉਹਨਾਂ ਦੇ ਜਦੋਂ ਮਹਾਰਾਜ ਸੰਗਤਾਂ ਨੇ, ਗੁਰੂ ਕੇ ਸਿੱਖਾਂ ਨੇ ਆਪਣੀ ਜਾਨਾਂ ਵਾਰ ਕੇ, ਹਾਂਜੀ, ਆਪਣੇ ਆਪ ਨੂੰ ਟੁਕੜੇ ਟੁਕੜੇ ਕਰਾਇਆ, ਜਲਾਏ ਗਏ ਪੁੱਠੇ ਬਣ ਕੇ, ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ, ਟਾਕੂ ਨਾਲ ਟੁਕੜੇ ਟੁਕੜੇ ਕਰਕੇ। ਉਹਨਾਂ ਦੇ ਨਨਕਾਣਾ ਸਾਹਿਬ ਦਾ ਸਾਕਾ ਬਹੁਤ ਸਾਰਾ ਦਰਦਮਈ ਸਾਕਾ ਹੈਗਾ, ਜਿਹਨੇ ਸਾਨੂੰ ਪੰਥ ਗੁਰਦੁਆਰੇ ਪੰਥ ਦੀ ਝੋਲੀ 'ਚ ਦੁਬਾਰਾ ਪਵਾਏ, ਮਹੰਤਾਂ ਤੋਂ, ਜਿਹੜੇ ਕਰਪਟ ਮਹੰਤਾਂ ਤੋਂ ਸਾਨੂੰ ਆਜ਼ਾਦ ਦਵਾਈ। ਅਤੇ ਉਦੋਂ ਫਿਰ ਅੰਗਰੇਜ਼ਾਂ ਨੇ ਨਾਲ ਜਦੋਂ ਸਾਡੀ ਪੰਥ ਦੀ ਜਿਹੜੀ ਸੁਲਾਹ ਹੋਈ, ਉਹਦੇ 'ਚ ਜਿਹੜੀ ਸਾਡੀ ਡੀਲ ਹੋਈ, ਉਹਨਾਂ ਨੇ ਸਾਨੂੰ ਸ਼੍ਰੋਮਣੀ ਕਮੇਟੀ ਬਣਾ ਕੇ ਦਿੱਤੀ। ਉਹ ਅੱਜ ਸਾਡੇ ਵਾਸਤੇ ਸ਼ਾਇਦ ਉਹ ਵੀ ਇੱਕ ਤਰੀਕੇ ਨਾਲ ਉਹਦਾ ਅਲੱਗ ਚੈਪਟਰ ਹੈਗਾ, ਉਹਨੂੰ ਕਦੇ ਫਿਰ ਡਿਸਕਸ ਕਰਾਂਗੇ। ਸ਼੍ਰੋਮਣੀ ਕਮੇਟੀ ਜਦੋਂ 1920 'ਚ ਬਣਦੀ ਹੈ, ਉਦੋਂ ਪੰਥ ਸਾਰਾ ਜੁੜਦਾ ਹੈ ਅਤੇ ਵਿਚਾਰ ਕਰਦਾ ਵੀ ਸਾਡੇ ਹੁਣ ਇੰਨੇ ਸਾਲਾਂ ਵਿੱਚ ਅਸੀਂ ਵੱਖ-ਵੱਖ ਥਾਵਾਂ 'ਤੇ ਰਹਿ ਰਹੇ ਹਾਂ। ਉਦੋਂ ਤੱਕ ਪੰਥ ਜਿਹੜਾ ਹੈ ਪੰਜਾਬ ਤੋਂ ਦੂਰ ਭਾਰਤ ਦੇ ਬਹੁਤ ਕੋਨਿਆਂ ਤੱਕ ਤਾਂ ਗੁਰੂ ਸਾਹਿਬ ਦੇ ਵੇਲੇ ਜਾ ਚੁੱਕਿਆ ਸੀ। ਉਸ ਤੋਂ ਬਾਅਦ ਪੰਥ ਜਿਹੜਾ ਹੈਗਾ ਸਿੰਗਾਪੁਰ, ਮਲਾਇਆ, ਜਾਪਾਨ, ਹਾਂਗਕਾਂਗ, ਕੈਨੇਡਾ ਔਰ ਅਮਰੀਕਾ, ਬਹੁਤ ਦੂਰ ਤੱਕ ਅਫਰੀਕਾ ਕੰਟਰੀਜ਼ ਵਿੱਚ, ਯੂਰਪ ਦੀ ਕੰਟਰੀਜ਼ ਵਿੱਚ ਪਹੁੰਚ ਚੁੱਕਿਆ ਸੀਗਾ। ਹਰ ਥਾਵਾਂ 'ਤੇ ਭੈ ਭਾਵਨੀ ਵਾਲੇ ਗੁਰਸਿੱਖ ਵੀ ਹੈਗੇ ਸਨ ਜਿਨ੍ਹਾਂ ਨੇ ਉੱਥੇ ਗੁਰਦੁਆਰੇ ਕਾਇਮ ਕੀਤੇ। ਪਰ ਇਹਨਾਂ ਸਮਿਆਂ ਵਿੱਚ ਇੰਨੀ ਦੂਰੀਆਂ ਕਰਕੇ ਸਾਡੀ ਰਹਿਤ ਵਿੱਚ ਕਾਫੀ ਸਾਰੇ ਫਰਕ ਆ ਗਏ, ਡਿਫਰੈਂਸਿਸ ਆ ਗਏ। ਅਤੇ ਪੰਥ ਨੂੰ ਲੱਗਿਆ, ਜਿਹੜੇ ਸਾਡੇ ਸਿਆਣੇ ਗੁਰਸਿੱਖ ਸੀਗੇ, ਵੀ ਇਹ ਜੇ ਫਰਕ ਨੇ, ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਹੋਰ ਵੱਡਾ ਬਖੇੜਾ ਬਣੇਗਾ। ਪੰਥ ਆਪਸ ਵਿੱਚ ਇੱਕ ਦੂਜੇ ਨਾਲ ਲੜਨ ਨਾਲ ਲੱਗ ਪਏ। ਇਹਨਾਂ ਚੀਜ਼ਾਂ ਕਰਕੇ ਸਾਨੂੰ ਇੱਕ ਰਹਿਤ ਮਰਿਆਦਾ ਤਿਆਰ ਕਰਨੀ ਚਾਹੀਦੀ ਹੈ, ਜਿਹੜੀ ਕਾਮਨ ਕੋਡ ਆਫ ਕੰਡਕਟ ਹੋਵੇ, ਜਿਹਨੂੰ ਇੱਕ ਸਿੱਖ ਦੇ ਵਾਸਤੇ ਜ਼ਰੂਰੀ ਮੰਨਿਆ ਜਾਵੇ। ਇੱਕ ਸਿੱਖ ਦੀ ਆਈਡੈਂਟੀਟੀ ਉਹ ਕਾਮਨ ਕੋਡ ਆਫ ਕੰਡਕਟ ਡਿਸਾਈਡ ਕਰੇ, ਅਤੇ ਸਿੱਖ ਦੇ ਜੀਵਨ ਦੇ ਵਿੱਚ ਜੋ ਜੋ ਘਟਨਾ ਹੁੰਦੀਆਂ ਨੇ ਉਹਨਾਂ ਬਾਰੇ ਉਹਨੇ ਕਿਸ ਤਰ੍ਹਾਂ ਉਹਨਾਂ ਨੂੰ ਗੁਰਮਤਿ ਵਿੱਚ ਰਹਿ ਕੇ ਉਹਨਾਂ ਜੀਵਨ ਦੇ ਉਹਨਾਂ ਅੰਗਾਂ ਨੂੰ ਪੂਰਾ ਕਰਨਾ ਹੈ, ਉਹਦੇ ਵਾਸਤੇ ਇੱਕ ਗਾਈਡਲਾਈਨ ਤਿਆਰ ਕੀਤੀ ਜਾਵੇ, ਜਿਹੜੀ ਸਿੱਖ ਰਹਿਤ ਮਰਿਆਦਾ ਦੇ ਰੂਪ ਵਿੱਚ ਕਰੀਬ 1920 ਤੋਂ ਚਲਦਿਆਂ 1935-36 ਵਿੱਚ ਜਾ ਕੇ ਉਹ ਡਿਫਰੈਂਟ ਸਾਰੀ ਕੰਟਰੀਜ਼ ਵਿੱਚ ਜਿੱਥੇ ਜਿੱਥੇ ਸਿੱਖ ਵੱਸਦੇ ਸੀ ਉੱਥੇ ਚਿੱਠੀਆਂ ਘੱਲੀਆਂ ਗਈਆਂ, ਡਾਕ ਰਾਹੀਂ ਉਹਨਾਂ ਦੇ ਮੈਸੇਜ ਜਾਂਦੇ ਸੀਗੇ। ਉੱਥੇ ਇੱਕ ਵੱਡੀ ਕਮੇਟੀ ਬਣਾਈ ਗਈ ਜਿਹੜੀ ਉਹਨਾਂ ਨੂੰ ਸਾਰੇ ਚਿੱਠੀਆਂ ਨੂੰ ਪੜ੍ਹਦੀ ਸੀ, ਉਹਨਾਂ ਵਿੱਚੋਂ ਕਾਮਨ ਚੀਜ਼ਾਂ ਕਰਦੀ ਸੀ, ਜਿਹੜੀ ਲੱਗਦੀ ਸੀ ਗੁਰਮਤਿ ਅਨੁਸਾਰ ਨਹੀਂ ਉਹਨੂੰ ਸਾਈਡ ਕਰਦੇ ਸੀ। ਲੋਟ ਆਫ ਡੈਲੀਬਰੇਸ਼ਨ ਵੈਂਟ ਇਨਟੂ ਇਟ, ਸੋ ਲੌਂਗ, ਮੈਨੀ ਈਅਰਸ, ਆਲਮੋਸਟ 2 ਡਿਕੇਡਸ ਨਾ ਇਹਦੇ 'ਤੇ ਸਾਡਾ ਵਿਚਾਰ ਚਰਚਾ ਹੋਈ, ਅਤੇ ਉਹ ਰਹਿਤ ਮਰਿਆਦਾ ਸਾਡੀ ਤਿਆਰ ਹੋ ਕੇ ਆਈ। ਉਹਦੇ ਵਿੱਚ ਹੀ ਸਿੱਖ ਦੀ ਅਰਦਾਸ, ਜਿਹੜੀ ਪੰਥਕ ਅਰਦਾਸ ਹੈ, ਉਹ ਵੀ ਇੱਕ ਉਹਦਾ ਨਮੂਨਾ ਦਿੱਤਾ ਗਿਆ, ਜਿਹਨੂੰ ਹਰ ਸਿੱਖ ਨੇ ਜਦੋਂ ਵੀ ਕਿਤੇ ਪੰਥਕ ਜੁਗਤ ਹੋਣੀ ਹੈ, ਜਿੱਥੇ ਇਕੱਠੇ ਹੋ ਕੇ ਸੰਗਤ ਕਰਨੀ ਹੈ, ਉਸ ਤੋਂ ਬਾਅਦ ਜਿਹੜੀ ਸੰਗਤ ਵਿੱਚ ਅਰਦਾਸ ਹੋਵੇ ਉਹ ਉਸ ਪੰਥਕ ਅਰਦਾਸ ਦੇ ਅਨੁਸਾਰ ਹੋਵੇ। ਹਾਂਜੀ, ਉਹ ਆਪਾਂ ਅਰਦਾਸ ਸਾਰੇ ਜਾਣਦੇ ਹਾਂ, ਬਹੁਤਿਆਂ ਨੂੰ ਯਾਦ ਵੀ ਹੋਏਗੀ, ਕੰਠ ਵੀ ਕੀਤੀ ਹੋਣੀ, ਕਿਉਂਕਿ ਆਪਾਂ ਦਿੱਤਾ ਪ੍ਰਤੀ ਉਹਨੂੰ ਦਿਨ 'ਚ 2 ਵਾਰ ਤਾਂ ਘੱਟੋ ਘੱਟ ਸੁਣਦੇ ਹਾਂ ਜਾਂ ਕਰਦੇ ਹਾਂ।
ਪੰਥ ਦਾ 1935 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਫਿਰ ਬੜਾ ਵਿਖੜਾ ਹੈਗਾ। ਉਹਦੇ ਵਿੱਚ ਜਿਹੜਾ ਭਾਰਤ ਦੀ ਵੰਡ ਹੁੰਦੀ ਹੈ, ਪੰਜਾਬ ਦੀ ਵੰਡ ਹੁੰਦੀ ਹੈ, ਅਸਲ ਵਿੱਚ ਪੰਜਾਬ ਵੰਡਿਆ ਜਾਂਦਾ, ਸਾਡੇ ਗੁਰਧਾਮ ਸਾਡੇ ਤੋਂ ਵਿਛੜ ਜਾਂਦੇ ਨੇ। ਔਰ ਇਸ ਦੌਰਾਨ ਸਾਡੇ ਬਹੁਤ ਕੁਛ ਸਾਡੇ ਅੰਦਰ ਨਵੀਆਂ ਚੇਤਨਾਵਾਂ ਆਈਆਂ, ਜ਼ਿਆਦਾ ਪੜ੍ਹ ਲਿਖ ਗਏ, ਜ਼ਿਆਦਾ ਬੁੱਧੀ ਦੇ ਤਲ 'ਤੇ ਆ ਗਏ ਅਸੀਂ। ਜਦੋਂ ਸਾਡੇ ਬਹੁਤ ਸਾਰੇ ਸਮਾਜ ਦੇ ਵਿੱਚ ਸਾਡੇ ਸਿੱਖ ਪੰਥ 'ਚ ਇਸ ਤਰ੍ਹਾਂ ਦੇ ਵੀ ਵਿਚਰਦੇ ਨੇ ਜਿਹੜੇ ਹੁਣ ਭਾਵਨਾ ਨੂੰ, ਸ਼ਰਧਾ ਨੂੰ ਮਨਫੀ ਕਰਦੇ ਨੇ। ਉਹ ਕਹਿੰਦੇ ਨੇ ਐਵਰੀਥਿੰਗ ਲੌਜੀਕਲੀ ਹੋਵੇ, ਸਾਇੰਟੀਫਿਕਲੀ ਹੋਵੇ। ਔਰ ਇਹ ਬੜਾ ਹੀ ਇੱਕ ਹਾਸੋਹੀਣੀ ਗੱਲ ਹੈ। ਇਟਸ ਵੈਰੀ ਲਾਫਿੰਗ ਸਟਫ ਵੀ ਤੁਸੀਂ ਕਹਿੰਦੇ ਹੋ ਪੰਥ ਸਾਇੰਸ ਦੇ ਹਿਸਾਬ ਨਾਲ, ਲੌਜਿਕ ਦੇ ਹਿਸਾਬ ਨਾਲ ਚੱਲੇ। ਨਹੀਂ, ਸਾਇੰਸ ਪੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਉਪਦੇਸ਼ ਦਾ ਗੁਰਮਤਿ ਅਨੁਸਾਰ ਫਿੱਟ ਬੈਠਦੀ ਹੈ। ਪੰਥ ਨਹੀਂ ਸਾਇੰਸ ਅਨੁਸਾਰ ਬੈਠਦਾ, ਗੁਰਬਾਣੀ ਗੁਰਮਤਿ ਨਹੀਂ ਸਾਇੰਸ ਅਨੁਸਾਰ ਫਿੱਟ ਬੈਠਦੀ, ਸਾਇੰਸ ਗੁਰਮਤਿ ਅਨੁਸਾਰ ਫਿੱਟ ਬੈਠ ਰਹੀ ਹੈ। ਅਸੀਂ ਉਲਟਾ ਲੈ ਜਾ ਰਹੇ। ਹੁਣ ਉਸ ਜਿਹੜਾ ਨੇ ਸਾਇੰਸ ਪੜ੍ਹੀ, ਉਹਨਾਂ ਨੇ ਸਾਇੰਸ ਦੇ ਹਿਸਾਬ ਨਾਲ ਲੌਜੀਕਲੀ ਪੰਥ ਦੀ ਇੰਟਰਪ੍ਰੀਟੇਸ਼ਨ ਕਰਨੀ ਸ਼ੁਰੂ ਕਰ ਦਿੱਤੀਆਂ। ਉਹਦੇ ਨਾਲ ਕੀ ਹੋਇਆ ਵੀ ਬਹੁਤ ਸਾਰੇ ਕਿੰਤੂ ਪਰੰਤੂ ਸ਼ੁਰੂ ਹੋ ਗਏ। ਹੁਣ ਸਾਡੀਆਂ ਸਿੱਖ ਰਹਿਤ ਮਰਿਆਦਾ 'ਤੇ ਕੁਐਸਚਨ ਹੋਣੇ ਸ਼ੁਰੂ ਹੋ ਗਏ ਨੇ। ਜਿਹੜੀ ਕਾਮਨ ਕੋਡ ਆਫ ਕੰਡਕਟ ਬਣਾਇਆ ਸੀ, ਬੇਸਿਕ ਮਿਨੀਮਮ ਰਿਕੁਆਇਰਮੈਂਟ ਹੈ ਸਿੱਖ ਵਾਸਤੇ, ਉਹਨੂੰ ਕੁਐਸਚਨ ਕੀਤਾ ਜਾ ਰਿਹਾ, ਜਿਹਦੇ ਨਾਲ ਆਉਣ ਵਾਲੇ ਸਮੇਂ ਸਾਡੇ ਵਾਸਤੇ ਬੜੇ ਪੰਗੇ ਪੈ ਸਕਦੇ, ਬਹੁਤ ਬੜੀ ਮੁਸ਼ਕਿਲਾਂ ਆ ਸਕਦੀਆਂ ਨੇ। ਅਰਦਾਸ ਜਿਹੜੀ ਪੰਥਕ ਅਰਦਾਸ ਹੈ, ਉਹਦੇ ਉੱਤੇ ਵੀ ਕਿੰਤੂ ਪਰੰਤੂ ਹੋ ਰਹੇ ਨੇ। ਬੜੇ ਹੀ ਭੱਦੇ ਉਹਨਾਂ ਦੇ ਜਿਹੜੇ ਲੌਜਿਕਸ ਨੇ ਜਿਹੜੇ ਉਹ ਦੱਸਦੇ ਨੇ। ਤੁਸੀਂ ਕਿਤੇ ਮੈਂ ਉਹ ਜਿਹੜਾ ਕੁਛ ਬੋਲਦੇ ਹੋ ਮੈਂ ਨਹੀਂ ਆਪ ਜੀ ਨਾਲ ਡਿਸਕਸ ਕਰਾਂਗਾ, ਆਪਣਾ ਸਵਾਦ ਨਹੀਂ ਖਰਾਬ ਕਰਨਾ, ਆਪਣਾ ਨੈੱਟ 'ਤੇ ਭਰਿਆ ਪਿਆ। ਔਰ ਮਨ ਦੁਖਦਾ ਹੈ ਵੀ ਕਿਸ ਪੱਧਰ 'ਤੇ ਖੜ੍ਹੇ ਨੇ। ਤੁਸੀਂ ਸਿਰਫ ਸਤਹੀ ਲੈਵਲ 'ਤੇ, ਸਰਫਸ ਲੈਵਲ 'ਤੇ ਤੁਸੀਂ ਕੋਈ ਲਾਈਨ ਪੜ੍ਹਦੇ ਹੋ ਅਤੇ ਉਹਦੇ ਤੁਸੀਂ ਆਪਣੇ ਅਰਥ ਮਨ ਭਾਉਂਦੇ ਕਰ ਲੈਂਦੇ ਹੋ। ਇਹ ਤਾਂ ਨਹੀਂ ਹੋਏਗਾ। ਜਿਵੇਂ ਭਾਈ ਸਾਹਿਬ ਨੇ ਦੱਸਿਆ, ਗੁਰਬਾਣੀ ਦਾ ਜੇ ਅਸੀਂ ਸਮਝਣਾ ਗੁਰਬਾਣੀ ਨੂੰ, ਗੁਰਬਾਣੀ ਦੇ ਅਨੁਸਾਰ ਜੀਵਨ ਢਾਲਣਾ, ਅਤੇ ਗੁਰਬਾਣੀ ਦਾ ਜਿਹੜਾ ਗੁੱਝੇ ਭੇਦ ਨੇ ਗੁਰਬਾਣੀ ਸਮਝਣ ਵਾਸਤੇ, ਵਿਆਕਰਨ ਹੈ, ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬਗੈਰ ਵਿਆਕਰਨ ਦੇ ਅਸੀਂ ਗੁਰਬਾਣੀ ਦੇ ਅਰਥ ਦੇ ਅਨਰਥ ਕਰਦੇ ਹਾਂ ਔਰ ਆਮ ਹੋਈ ਜਾ ਰਿਹਾ। ਮਨ ਭਾਉਂਦੇ ਅਰਥ, ਇੱਕ ਸ਼ਬਦ ਚੱਕਿਆ, ਇੱਕ ਤੁਕ ਲਿੱਤੀ, ਅੱਧੀ ਤੁਕ ਲਿੱਤੀ, ਉਹਨੂੰ ਆਪਣੇ ਅਨੁਸਾਰ ਢੁਕਾ ਦਿੱਤੀ, ਹੈ ਨੀ। ਇਹ ਨਹੀਂ ਦੇਖਿਆ ਪੂਰਾ ਸ਼ਬਦ ਕੀ ਕਹਿ ਰਿਹਾ। ਉਹ ਜਦੋਂ ਪੂਰਾ ਸ਼ਬਦ ਪੜ੍ਹੀਏ ਤਾਂ ਉਹ ਤੁਕ ਜਿਹੜੀ ਵਾਸਤੇ ਉਹਨਾਂ ਨੇ ਵਰਤੀ ਸੀ ਉਹਦੇ ਖਿਲਾਫ ਹੀ ਜਾ ਰਹੀ ਹੁੰਦੀ ਹੈ। ਪਰ ਉਹਨਾਂ ਨੇ ਆਪਣੇ ਉਸ ਵੇਲੇ ਮੌਕੇ 'ਤੇ ਫਾਇਦਾ ਲੈ ਲਿਆ। ਅਸੀਂ ਬਹੁਤੇ ਕਿਉਂਕਿ ਗੁਰਬਾਣੀ ਦਾ ਧਿਆਨ ਨਹੀਂ ਕਰਦੇ, ਗੁਰਬਾਣੀ ਵਿਆਕਰਨ ਨੂੰ ਅਸੀਂ ਨਹੀਂ ਥੋੜ੍ਹਾ ਮਿਹਨਤ ਕੀਤੀ, ਇਸ ਕਰਕੇ ਅਸੀਂ ਵੀ ਉਹਨਾਂ ਦੇ ਕਹੇ ਅਨੁਸਾਰ ਵੀ ਗੈਟ ਕੈਰੀਡ ਅਵੇ ਸਮਟਾਈਮਸ, ਹੈ ਨਾ। ਇਹ ਹੋ ਰਿਹਾ। ਬਹੁਤ ਸਾਰੇ ਇਸ ਵੇਲੇ ਪੰਥ ਵਿੱਚ ਇਸ ਤਰ੍ਹਾਂ ਦੇ ਉੱਠ ਰਹੀਆਂ ਨੇ ਗਰੁੱਪਸ ਜਿਹੜੇ ਇਸ ਤਰ੍ਹਾਂ ਗੁਰਬਾਣੀ ਦੇ ਡਿਫਰੈਂਟ ਇੰਟਰਪ੍ਰੀਟੇਸ਼ਨਸ ਕਰਕੇ ਭੁਲੇਖੇ ਪਾ ਰਹੇ ਨੇ। ਔਰ ਬੜੇ ਸਿਆਣੇ ਜਿਨ੍ਹਾਂ ਨੇ ਕਈ ਸਾਲ ਗੁਰਸਿੱਖਾਂ ਦੀ ਸੰਗਤ ਕੀਤੀ, 10-10, 20-20, 40-40 ਸਾਲ, ਉਹ ਵੀ ਭਰਮਾਏ ਜਾ ਰਹੇ ਨੇ, ਹੈ ਨੀ। ਕਿਉਂਕਿ ਉਹ ਕਈ ਵਾਰ ਉਹਨਾਂ ਦੀ ਪੇਸ਼ਕਾਰੀ, ਪ੍ਰੈਜੈਂਟੇਸ਼ਨ ਇੰਨੀ ਵਧੀਆ ਹੁੰਦੀ ਹੈ ਔਰ ਉਹ ਸਾਨੂੰ ਜੋ ਅਸੀਂ ਚਾਹੁੰਦੇ ਹੁੰਦੇ ਨਾ, ਅੰਦਰ ਸਾਡੇ ਇੱਕ ਹੈਗਾ ਮਨ, ਕਿ ਉਹਨੂੰ ਅਸੀਂ ਮਾਰ ਕੇ ਤੁਰ ਰਹੇ ਹੁੰਦੇ। ਕਈ ਵਾਰ ਅਸੀਂ ਗੁਰਮਤ ਵਿੱਚ ਅਸੀਂ ਕਈ ਵਾਰ ਜਦੋਂ ਵਿਚਰ ਰਹੇ ਹੁੰਦੇ ਹਾਂ ਨਾ, ਅਤੇ ਕਈ ਚੀਜ਼ਾਂ ਅਸੀਂ ਖੁਸ਼ੀ ਨਾਲ ਨਹੀਂ ਕਰ ਰਹੇ ਹੁੰਦੇ, ਦੇਖਾ ਦੇਖੀ ਕਰ ਰਹੇ ਹੁੰਦੇ ਹਾਂ। ਦੇਖਾ ਦੇਖੀ ਵੀ ਕਰਨੀ ਚੰਗੀ ਹੈ, ਪਰ ਉਹਦੇ ਪ੍ਰਤੀ ਸਾਡੀ ਭਾਵਨਾ ਬਣਨੀ ਵੀ ਜ਼ਰੂਰੀ ਹੈ ਵੀ ਕਿਉਂ ਹੋ ਰਿਹਾ। ਦੇਖਾ ਦੇਖੀ ਕੀਤੀ ਬਹੁਤ ਚੰਗੀ ਗੱਲ ਹੈ, ਕਿਉਂਕਿ ਤਿਨਾਂ ਦੇਖ ਮਨ ਚਾਓ ਠੰਡਾ, ਹੋਂ ਕਦ ਪਾਈ ਗੁਣ ਤਾਸਾ। ਗੁਣ ਪਾਉਣ ਦਾ ਇੱਕ ਤਰੀਕਾ ਹੈ ਵੀ ਨਕਲ ਕਰ ਲਿੱਤੀ, ਪਰ ਨਕਲ ਕੀਤੀ, ਪਰ ਨਕਲ ਦੇ ਪਿੱਛੇ ਭਾਵਨਾ, ਉਹ ਜਿਹੜਾ ਉਹਨਾਂ ਦੇ ਜੀਵਨ ਯੁਕਤ ਹੈਗੀ ਹੈ, ਉਹ ਕੀ ਹੈ, ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਉਹ ਦੇਖਾ ਦੇਖੀ ਦੇ ਚੱਕਰ 'ਚ ਕੀ ਹੁੰਦਾ, ਜਿਹੜੇ ਅੰਦਰ ਕਿਤੇ ਅੰਦਰ ਡੀਪ ਡਾਊਨ ਸਾਡੇ ਕੋਈ ਆਪਣੇ ਕੌਨਫਲਿਕਟ ਹੈਗਾ, ਡਾਊਟਸ ਨੇ ਨਾ, ਉਹਨਾਂ ਨੂੰ ਇਹ ਨਵੇਂ ਇੰਟਰਪ੍ਰੀਟੇਸ਼ਨਸ ਗੁਰਬਾਣੀ ਦੇ ਇਹ ਬੜੀ ਜਲਦੀ ਉਹਨੂੰ ਫਿੱਟ ਬੈਠਦੇ ਨੇ। ਐਂਡ ਵੀ ਗੈਟ ਕੈਰੀਡ ਅਵੇ ਵਿਦ ਦੋਜ਼ ਥਿੰਗਸ ਐਂਡ ਵੀ ਇੰਸਟੈਂਟਲੀ ਵੀ ਚੇਂਜ ਆਵਰ ਐਫੀਲੀਏਸ਼ਨ। ਅਸੀਂ ਸਿੱਧਾ ਹੀ ਪਤਾ ਨਹੀਂ ਲੱਗਦਾ ਵੀ ਅਸੀਂ ਹੁਣ ਕਿੱਥੋਂ ਗੁਰਮਤ ਤੋਂ ਹੁਣ ਨਿਵਾਨ ਵੱਲ ਨੂੰ ਜਾਣੇ ਸ਼ੁਰੂ ਹੋ ਗਏ, ਪਤਾ ਨਹੀਂ ਲੱਗਦਾ ਬੰਦੇ ਨੂੰ। ਔਰ ਉਹ ਬੜੀ ਡਾਊਨਫਾਲ ਜਿਹੜੀ ਆ ਬਹੁਤ ਫਾਸਟ ਹੁੰਦੀ ਹੈ। ਉੱਪਰ ਚੜ੍ਹਨਾ ਬਹੁਤ ਸੌਖਾ ਹੈ, ਥੱਲੇ ਜਾਣਾ ਕੋਈ ਔਖਾ ਨਹੀਂ। ਗੱਡੀ ਦੀ ਗੇਅਰ ਕੱਢ ਦਿਓ, ਆਪਣੇ ਆਪ ਰੋਕ ਕੇ ਥੱਲੇ ਆ ਜਾਂਦੀ, ਜਾਣ ਲੱਗਿਆ ਪੂਰਾ ਜ਼ੋਰ ਲੱਗਦਾ। ਸੋ ਪੰਥਕ ਅਰਦਾਸ ਉੱਤੇ ਬੜੇ ਕਿੰਤੂ ਪ੍ਰੰਤੂ ਹੋਏ। ਆਪਾਂ ਉਹਨਾਂ ਚੀਜ਼ਾਂ ਨੂੰ ਸਮਝਣਾ ਹੈ ਜਿਹੜੀਆਂ ਅਸੀਂ ਆਮ ਕਰਕੇ ਅਰਦਾਸ ਅਸੀਂ ਬੋਲ ਜਾਂਦੇ ਹਾਂ, ਸੁਣ ਜਾਂਦੇ ਹਾਂ, ਪਰ ਕਈ ਵਾਰ ਸਾਡਾ ਉਹਨਾਂ ਵਿੱਚ ਧਿਆਨ ਨਹੀਂ ਰਹਿੰਦਾ, ਅਤੇ ਉਹ ਸਾਨੂੰ ਚੀਜ਼ਾਂ ਸਾਡੇ ਚੇਤੇ 'ਚ ਵੀ ਰਹਿਣ। ਇਸ ਕਰਕੇ ਆਪਾਂ ਇਹਨੂੰ ਡੀਕਨਸਟਰਕਟਿੰਗ ਦਾ ਅਰਦਾਸ ਟੈਕਸਟ, ਅਰਦਾਸ ਨੂੰ ਡੀਕਨਸਟਰਕਟ ਕਰਦੇ ਹਾਂ ਵੀ ਇੱਕ ਲਾਈਨ ਹੈ, ਉਹਦੇ ਪਿੱਛੇ ਭਾਵਨਾ ਕੀ ਸੀ। ਜੇ ਇੱਕ ਲਿਖਿਆ ਹੈ, ਉਹਨੂੰ ਕਿਸੇ ਨੇ ਹੋਰ ਨੇ ਆਪਣੇ ਹਿਸਾਬ ਨਾਲ ਆਪਣੀ ਬੁੱਧੀ ਅਨੁਸਾਰ ਇੰਟਰਪ੍ਰੈਟ ਕਰਕੇ ਸਾਡੇ ਵਾਸਤੇ ਬੜਾ ਵੱਡਾ ਦੁਬਿਧਾ ਖੜੀ ਕਰ ਦਿੱਤੀ, ਪਰ ਅਸਲ ਭਾਵਨਾ ਕੀ ਹੈ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਕਿਰਪਾ ਕਰੀ ਜੀ। ਸੋ ਪਹਿਲੀ ਜਿਹੜੀ ਪੌੜੀ ਹੈ ਉਹ ਅਕਾਲ ਪੁਰਖ ਜੀ ਨੂੰ ਧਿਆਓ, ਕਿ ਜਿਵੇਂ ਹਰ ਅਰਦਾਸ ਵਿੱਚ ਅਸੀਂ ਆਪਣੇ ਇਸ਼ਟ ਦੀ
ਵੰਦਨਾ ਕਰਦੇ ਹਾਂ, ਇਸ਼ਟ ਨੂੰ ਧਿਆਉਂਦੇ ਹਾਂ। ਸੋ ਪਹਿਲੀ ਪੌੜੀ ਆਪਣੀ ਉਹ ਅਕਾਲ ਪੁਰਖ ਸਾਹਿਬ ਜੀ ਨੂੰ, ਉਹਨਾਂ ਨੂੰ ਧਿਆਉਂਦੇ ਹਾਂ। ਫਿਰ ਅਸੀਂ ਦਸਾਂ ਪਾਤਸ਼ਾਹ ਨੂੰ ਚੇਤੇ ਕਰਦੇ ਹਾਂ ਅਤੇ ਹਾਜ਼ਰਾ ਹਜ਼ੂਰ ਪ੍ਰਤੱਖ ਸਤਿਗੁਰੂ ਜੁਗਲ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਕਰਕੇ, ਇੱਥੇ ਪਾਠ ਦੀਦਾਰ ਦਾ ਧਿਆਨ ਕਰਨਾ ਹੈ। ਅਸੀਂ ਇਹਨੂੰ ਦੋਹਾਂ ਨੂੰ ਨਿਖਾੜਨਾ ਨਹੀਂ, ਪਾਠ ਦੀਦਾਰ, ਹਾਂਜੀ, ਪਾਠ ਅਤੇ ਦੀਦਾਰ ਵੀ ਨਹੀਂ ਬੋਲਣਾ, ਇਕੱਲਾ ਦੀਦਾਰ ਵੀ ਨਹੀਂ ਕਹਿਣਾ, ਅਤੇ ਪਾਠ ਦੀਦਾਰ ਕਰਨਾ। ਸਿੱਖ ਦਾ ਜਿਹੜਾ ਗੁਰੂ ਦਾ ਦੀਦਾਰ ਹੈ ਉਹ ਪਾਠ ਕਰਕੇ ਹੈ ਗੁਰੂ ਦਾ ਦੀਦਾਰ। ਜਾ ਕੇ ਗੁਰੂ ਨੂੰ ਨਤਮਸਤਕ ਹੋਣਾ ਉਹ ਵੀ ਸਾਡਾ ਜੀਵਨ ਦਾ ਅੰਗ ਹੈ, ਪਰ ਸਾਡੇ ਦੀਦਾਰ ਉਦੋਂ ਗੁਰੂ ਨਾਲ ਪੂਰੇ ਹੋਣੇ ਜਦੋਂ ਅਸੀਂ ਪਾਠ ਕੀਤਾ, ਗੁਰੂ ਦੇ ਦਰਸ਼ਨ ਜਿਹੜੇ ਸ਼ਬਦ ਦੇ ਕੀਤੇ, ਉਹਨਾਂ ਨੂੰ ਅਖੇਤਰਾਂ ਨਾਲ ਪੜ੍ਹਿਆ, ਰਸਨਾ ਨਾਲ ਗਾਇਆ, ਕੰਨਾਂ ਹੀ ਸੁਣਿਆ ਅਤੇ ਹਿਰਦੇ ਵਿੱਚ ਵਸਾਇਆ, ਉਦੋਂ ਦੀਦਾਰ ਪੂਰੇ ਹੁੰਦੇ ਨੇ। ਸੋ ਇਹ ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਪਾਠ ਦੀਦਾਰ 'ਤੇ ਜ਼ਰੂਰ ਧਿਆਨ ਦੇਣਾ। ਇਹਨੂੰ ਅਸੀਂ ਆਮ ਕਰਕੇ ਬਦਲਦੇ ਨੇ, ਔਰ ਇਸ ਟੈਕਸਟ ਵਿੱਚ ਕੋਈ ਚੇਂਜ ਨਹੀਂ ਹੋਣੀ ਚਾਹੀਦੀ। ਇਹ ਕਿਉਂਕਿ ਆਪਾਂ ਗੁਰੂ ਦਸਮ ਪਾਤਸ਼ਾਹ ਦੇ ਵੱਲੋਂ ਸਾਨੂੰ ਪ੍ਰਾਪਤ ਹੋਈ ਹੈ। ਇਹਦੇ ਵਿੱਚ ਕਈ ਵਾਰ ਅਸੀਂ ਨਾ ਅੰਗਦ ਗੁਰ ਤੇ ਅਮਰਦਾਸ, ਅੰਗਦ ਤੇ ਗੁਰੂ ਅਮਰਦਾਸ ਬੋਲ ਜਾਂਦੇ ਕਈ ਵਾਰ, ਹੈ ਨਾ। ਇਸ ਤਰ੍ਹਾਂ ਜੀ ਤੇਗ ਬਹਾਦਰ ਜੀ ਸਿਮਰਿਐ ਪੜ੍ਹ ਦਿੰਦੇ ਆ, ਸਿਮਰਿਐ ਹੈਗਾ, ਹਾਂਜੀ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠਾ, ਇਹਨੂੰ ਡਿੱਠਾ ਹੈਗਾ, ਡਿੱਠੇ ਨਹੀਂ ਡਿੱਠਾ, ਕਿ ਡਿੱਠੇ ਤਾਂ ਅਸੀਂ ਉਹ ਦੇਖੇ, ਜੇ ਡਿੱਠੇ ਹੈ ਤਾਂ ਉਹ ਦੇਖੇ। ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇਖਦੇ ਪਏ ਨੇ ਤਾਂ ਸਾਡੇ ਦੁੱਖ ਜਾਣਗੇ। ਡਿੱਠਾ ਜੇ ਅਸੀਂ ਉਹਨਾਂ ਨੂੰ ਦੇਖੀਏ। ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹਰ ਵੇਲੇ ਸਾਡੇ 'ਤੇ ਕਿਰਪਾ ਕਰ ਰਹੇ ਨੇ, ਅਸੀਂ ਨਹੀਂ ਗੁਰੂ ਦੇ ਚਰਨਾਂ ਵਿੱਚ ਜਾਂਦੇ। ਅਸੀਂ ਉਹਨਾਂ ਤੋਂ ਬਾਹਰ ਧੁੱਪ ਹੈਗੀ ਹੈ, ਅਸੀਂ ਕਹੀਏ ਧੁੱਪ ਸਾਡੇ 'ਤੇ ਨਹੀਂ ਆ ਰਹੀ ਕਿਉਂਕਿ ਅਸੀਂ ਛਾਵੇਂ ਬੈਠੇ ਹਾਂ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਅਸੀਂ ਦੇਖਣਾ, ਜਿਹੜਾ ਦੇਖਦਾ ਉਹਦੇ ਦੁੱਖ ਜਾਂਦੇ ਹਨ। ਹਾਂਜੀ ਹਾਂਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਉੱਥੇ ਤੱਕ ਗੁਰੂ ਉਪਦੇਸ਼ ਹੈਗਾ ਜੀ, ਗੁਰਬਾਣੀ ਮੰਨਦੇ ਅਸੀਂ। ਉਸ ਤੋਂ ਬਾਅਦ ਜਿਹੜੇ ਨੇ ਇਹ ਪੰਥ ਨੇ ਐਡ ਕੀਤੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਜਿਹੜੀ ਉਹਨਾਂ ਦੇ ਧਿਆਨ ਧਰਦੇ ਹਾਂ ਜੀ। ਹੁਣ ਆਪਾਂ ਅਰਦਾਸ ਦੇ ਉਹਨਾਂ ਅੰਗਾਂ ਵੱਲ ਜਾਂਦੇ ਹਾਂ ਜਿਨ੍ਹਾਂ ਦੇ ਵਾਸਤੇ ਸਾਡੇ ਵਿੱਚ ਕਈ ਵਾਰ ਦੁਬਿਧਾ ਪਾ ਰਹੇ ਨੇ ਜੀ, ਹਾਂਜੀ। ਸੋ ਆ ਗਏ ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ। ਪੰਜ ਪਿਆਰੇ ਇਹ 1699 ਦੀ ਜਿਹੜੀ ਵਿਸਾਖੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪ੍ਰਗਟ ਕਰਦੇ ਨੇ, ਪੰਜ ਪਿਆਰੇ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਨੂੰ ਆਪਣਾ ਸੀਸ ਅਰਪਣ ਕਰਦੇ। ਆਪਾਂ ਵਿਸਾਖੀ ਤੋਂ ਭਲੀ ਭਾਂਤ ਜਾਣਦੇ ਹਾਂ, ਉਹ ਸਾਡੇ ਓਰੀਜਨਲ ਉਹੀ ਪੰਜ ਪਿਆਰੇ ਨੇ ਅਸਲ ਵਿੱਚ, ਹਾਂਜੀ। ਉਹੀ ਪੰਜ ਪਿਆਰੇ ਨੇ, ਉਹੀ ਪਹਿਲਾ ਖਾਲਸਾ ਹੈ। ਅਸੀਂ ਉਹਨਾਂ ਦਾ ਧਿਆਨ ਧਰਦੇ ਹਾਂ ਕਿਉਂਕਿ ਉਹਨਾਂ ਨੇ ਗੁਰੂ ਦੇ ਹੁਕਮ 'ਤੇ ਕਿੰਤੂ ਨਹੀਂ ਕੀਤਾ, ਉਹਨਾਂ ਨੂੰ ਇਸ ਕਰਕੇ ਧਿਆਉਂਦੇ। ਉਹਨਾਂ ਨੇ ਗੁਰੂ ਅੱਗੇ ਸਵਾਲ ਨਹੀਂ ਪਾਇਆ, ਗੁਰੂ ਨੇ ਕਿਹਾ ਸੀਸ ਚਾਹੀਦਾ ਅਤੇ ਉਹਨਾਂ ਨੇ ਸੀਸ ਅਰਪਣ ਕਰਤਾ। ਇਹ ਸਾਡੇ ਵਾਸਤੇ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨਣਾ। ਇਸ ਕਰਕੇ ਪੰਜਾਂ ਪਿਆਰਿਆਂ ਨੂੰ ਅਸੀਂ ਧਿਆਉਂਦੇ। ਉਹਨਾਂ ਨੇ ਗੁਰੂ ਅੱਗੇ ਕਿੰਤੂ ਨਹੀਂ ਕੀਤਾ। ਸਾਡੀ ਜ਼ਿੰਦਗੀ ਵਿੱਚ ਅਸੀਂ ਗੁਰੂ ਦੇ ਸਿੱਖ ਵੀ ਕਹਾਉਂਦੇ ਹਾਂ ਅਤੇ ਬਾਰ-ਬਾਰ ਅਸੀਂ ਆਪਣੀ ਮਨਮਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਹਨੂੰ ਲੌਜੀਕਲੀ ਆਪਣੇ ਹਿਸਾਬ ਨਾਲ ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਪੰਜ ਪਿਆਰਿਆਂ ਨੂੰ ਧਿਆਉਂਦੇ ਹਾਂ ਬਈ ਉਸ ਲੈਵਲ ਦੀ ਸਾਡੀ ਕਮਿਟਮੈਂਟ ਚਾਹੀਦੀ ਹੈ ਗੁਰੂ ਅੱਗੇ, ਵੀ ਜੇ ਗੁਰੂ ਸੀਸ ਮੰਗਦਾ ਹੈ ਤਾਂ ਸੀਸ ਵੀ ਦਿੱਤਾ। ਅਤੇ ਗੁਰੂ ਸਾਡੇ ਕੋਲ ਅੱਜ ਤੱਕ ਉਸ ਤਰ੍ਹਾਂ ਸੀਸ ਨਹੀਂ ਮੰਗ ਰਿਹਾ, ਸਾਡੇ ਕੋਲੋਂ ਤਾਂ ਸਾਡੀ ਸਿੱਖੀ ਸਾਡੇ ਕੋਲ ਮੰਨਦੀ, ਜੋ ਮੈਂ ਕਹਿ ਰਿਹਾ ਉਹਨਾਂ ਗੁਰੂ ਕਾ ਸਿੱਖਾ ਫੋਲੋ ਕਰ ਲੈ, ਹਾਂਜੀ, ਅਤੇ ਫਿਰ ਤੈਨੂੰ ਸਾਰਾ ਕੁਛ ਮੈਂ ਦੇਣ ਨੂੰ ਤਿਆਰ ਬੈਠਾ। ਅਸੀਂ ਗੁਰੂ ਅੱਗੇ ਕਿੰਤੂ ਪ੍ਰੰਤੂ ਕਰਦੇ ਹਾਂ, ਆਪਣੀ ਮਨ ਮਰਜ਼ੀਆਂ ਕਰਦੇ ਹਾਂ। ਇਸ ਕਰਕੇ ਪੰਜਾਂ ਪਿਆਰਿਆਂ ਨੂੰ ਧਿਆਉਣਾ ਸਾਡਾ ਇਸ ਅੰਗ ਰੱਖਿਆ ਗਿਆ ਹੈ, ਹਾਂਜੀ। ਚਾਰ ਸਾਹਿਬਜ਼ਾਦੇ ਕਿਉਂ? ਸਾਹਿਬਜ਼ਾਦੇ ਤਾਂ ਪਹਿਲੇ ਜਾਮੇ ਤੋਂ ਲੈ ਕੇ 10ਵੇਂ ਜਾਮੇ ਤੱਕ ਸਾਰੇ ਆਲਮੋਸਟ 2 ਗੁਰੂ ਸਾਹਿਬਾਨ ਨੂੰ ਛੱਡ ਕੇ, ਇੱਕ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਹੈਗੇ। ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਨਹੀਂ ਸਾਹਿਬਜ਼ਾਦੇ, ਅਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਇੱਕੋ ਸਾਹਿਬਜ਼ਾਦੇ ਨੇ। ਅਤੇ ਫਿਰ ਕਿਉਂ ਬਾਕੀ ਸਾਹਿਬਜ਼ਾਦੇ ਕਿਉਂ ਨਹੀਂ ਅਸੀਂ ਗਿਣਤੀ 'ਚ ਲੈ ਰਹੇ, ਸਿਰਫ 4 ਸਾਹਿਬਜ਼ਾਦਿਆਂ ਨੂੰ ਕਿਉਂ ਲੈ ਰਹੇ ਹਾਂ? ਸੋ ਆਪਾਂ ਇਤਿਹਾਸ ਵਿੱਚ ਜਾਣਦੇ ਹਾਂ, ਜਦੋਂ ਪੜ੍ਹਦੇ ਹਾਂ ਅਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਦਾ ਜਦੋਂ ਸੁਣਦੇ ਹਾਂ ਅਤੇ ਉਹ ਕਹਿੰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਏ, ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਏ। ਉਹ ਆਕੀ ਹੋ ਗਏ, ਗੁਰੂ ਦੇ ਹੁਕਮਾਂ ਵਿੱਚ ਨਹੀਂ ਆਏ। ਸੋ ਇਹੋ ਜਿਹੇ ਪੁੱਤਰ ਨੂੰ ਗੁਰੂ ਸਾਹਿਬ ਜੀ ਨੇ ਵੀ ਨਹੀਂ ਪ੍ਰਵਾਨ ਨਹੀਂ ਕੀਤਾ, ਹੈ ਨਾ। ਉਹਨਾਂ ਦੇ ਅਸੀਂ ਗੁਰੂ ਸਪੁੱਤਰ ਹੋਣ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਅੱਜ ਵੀ ਬਾਬਾ ਜੀ ਕਰਕੇ ਅਸੀਂ ਸਤਿਕਾਰ ਕਰਦੇ ਹਾਂ। ਪਰ ਜੇ ਉਹਨਾਂ ਨੂੰ ਐਸੇ ਗੁਰੂ ਦੇ ਇੱਕ ਸਿੱਖ ਰੋਲ ਮਾਡਲ ਦੇ ਤੌਰ 'ਤੇ ਦੇਖੀਏ ਤਾਂ ਉਹ ਸਾਡੇ ਵਾਸਤੇ ਰੋਲ ਮਾਡਲ ਨਹੀਂ ਹੈਗੇ। ਇਸ ਕਰਕੇ ਉਹਨਾਂ ਨੂੰ ਨਹੀਂ ਧਿਆਇਆ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਦੇ 2 ਸਾਹਿਬਜ਼ਾਦੇ ਬਾਬਾ ਦਾਤੂ ਜੀ ਅਤੇ ਦਾਸੂ ਜੀ, ਉਹਨਾਂ ਨੇ ਵੀ ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ੀ, ਉਹ ਵੀ ਆਕੀ ਹੋਏ,
बाबा दासू जी ने तो जाके गुरु अमरदास साहिब जी दे जाके लत्त तक मारी गुरगद्दी ते बैठिया दे, है ना। उन्होंने भी कहा तो साडा हक सीगा, वो पुत्र बन के रहे, सिख नहीं बने, है ना। वो पुत्र बन के अपना हक जताते सीगे, गुरु के पुत्र बन के वो अपनी शोभा अपनी उस्तत मंगते सीगे। उन्होंने इस करके नहीं आया। अगे आते गुरु अमरदास जी महाराज, अंते सतगुरु बोलिया, गुरसिखा मन लई रजाए जियो, मोहरी पुत सन्मुख होया होआ, मोहरी पुत सन्मुख होआ, रामदासे पैरी पाई। दो पुत्र ने, बाबा मोहन जी ते बाबा मोहरी जी। मोहरी जी ने गुरु का उपदेश, गुरु का हुक्म मन्निया, गुरु अमरदास गुरु रामदास साहिब जी के चरनी लगे। नहीं तो उन्होंने भी कहा भी असी पुत्र है, साडा हक बनता है, तो तुसी जवाई नूं दे दिता। तो बाबा मोहन जी जिहड़े सी वो इन्ने गुस्से च आए, ਜਿਹੜੇ ਪਹਿਲੇ ਪਾਤਸ਼ਾਹ ਤੋਂ ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਸੀਗੀਆਂ, ਜਿਹੜੀ ਗੁਰੂ ਤੋਂ ਅਗਲੇ ਜੋਤ ਦੀ ਜਦੋਂ ਜੋਤ ਜਾਂਦੀ ਸੀ ਅਗਲੇ ਗੁਰੂ ਸਾਹਿਬ ਨੂੰ, ਜਦੋਂ ਜੋਤ ਟ੍ਰਾਂਸਫਰ ਹੁੰਦੀ ਸੀਗੀ, ਉਹ ਪੋਥੀਆਂ ਨਾਲ ਦੇ ਨਾਲ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਅਮਰਦਾਸ ਮਹਾਰਾਜ ਜੀ ਕੋਲ ਆਈਆਂ ਪੋਥੀਆਂ, ਅਤੇ ਬਾਬਾ ਮੋਹਨ ਜੀ ਉਹ ਪੋਥੀਆਂ ਹੀ ਲੈ ਕੇ ਚਲੇ ਗਏ। ਹਾਂਜੀ, ਉਹ ਕਹਿੰਦੇ ਉਹਨਾਂ ਨੇ ਪੋਥੀਆਂ 'ਤੇ ਕਬਜ਼ਾ ਕਰ ਲਿਆ। ਉਹਦੀ ਸਾਖੀ ਅਲੱਗ ਹੈ, ਜੋ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਕੋਲੋਂ ਪੋਥੀਆਂ ਬੜੇ ਨਿਮਰ ਭਾਵ ਹੋ ਕੇ ਲੈ ਕੇ ਆਉਂਦੇ ਨੇ। ਅਤੇ ਉਹ ਵੀ ਆਕੀ ਹੋਏ। ਗੁਰੂ ਰਾਮਦਾਸ ਜੀ ਦੇ ਆਪਾਂ ਜਾਣਦੇ ਹਾਂ ਨਾ ਪੁੱਤਰ ਕਿੰਨੇ ਨੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ। ਅਤੇ ਗੁਰੂ ਅਰਜਨ ਜੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ, ਉਹ ਤਾਂ ਜਨਮ ਤੋਂ ਗੁਰਮਤ ਦੇ ਧਨੀ ਨੇ, ਉਹ ਜਨਮ ਤੋਂ ਹੀ ਗੁਰਤਾ ਜੋਤ ਦੇ ਅਧਿਕਾਰੀ ਨੇ। ਬਾਬਾ ਪ੍ਰਿਥੀ ਚੰਦ ਜੀ ਗੁਰਪੁੱਤਰ ਹੋਣ ਦਾ ਹੱਕ ਜਤਾਉਂਦੇ ਰਹੇ, ਔਰ ਉਹਨਾਂ ਨੇ ਬਹੁਤ ਜ਼ਿਆਦਾ ਗੁਰੂ ਅਰਜਨ ਦੇਵ ਜੀ ਵਾਸਤੇ ਸੰਕਟ ਖੜੇ ਕੀਤੇ। ਇਸ ਕਰਕੇ ਉਹਨਾਂ ਦਾ ਵੀ ਮਹਾਦੇਵ ਜੀ ਜਿਹੜੇ ਉਹ ਬਹੁਤ ਹੀ ਵਿਰਕਤ ਸੁਭਾਅ ਦੇ ਸੀਗੇ, ਅਤੇ ਉਹਨਾਂ ਦੇ ਵਿੱਚ ਵੀ ਜਿਹੜੀ ਗੁਰੂ ਦੀ ਆਪਾਂ ਜਿਹੜੀ ਗੁਰੂ ਅਤੇ ਸਿੱਖ ਦੀ ਜਿਹੜੀ ਸਾਂਝ ਹੈ ਉਹ ਪਿਤਾ ਦੇ ਨਾਲ ਨਹੀਂ ਬਣੀ। ਗੁਰੂ ਅਰਜਨ ਦੇਵ ਜੀ ਦੇ ਪਾਸ ਆਪਾਂ ਆਉਂਦੇ ਹਾਂ, ਗੁਰੂ ਹਰਗੋਬਿੰਦ, ਉਹਨਾਂ ਦੇ ਇੱਕੋ ਸਪੁੱਤਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਅਤੇ ਉਹਨਾਂ ਨੂੰ ਆਪਾਂ ਉਹ ਸਾਡੇ ਤਾਂ ਗੁਰੂ ਹੋ ਗਏ, ਇਸ ਕਰਕੇ ਅਰਦਾਸ ਵਿੱਚ ਨਹੀਂ ਆ ਸਕਦੇ ਅਸੀਂ ਸਾਹਿਬਜ਼ਾਦੇ। ਅੱਗੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜਿਹੜੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਅਨੀ ਰਾਏ ਜੀ, ਅਟਲ ਰਾਏ ਜੀ, ਤੇਗ ਬਹਾਦਰ ਜੀ। ਬਾਬਾ ਗੁਰਦਿੱਤਾ ਜੀ ਉਹਨਾਂ ਨੇ ਵੀ ਮੋਈ ਗਊ ਜਵਾਲ ਦਿੱਤੀ, ਅਤੇ ਇਸ ਕਰਕੇ ਉਹਨਾਂ ਦੇ ਸਪੁੱਤਰ ਜਿਹੜੇ ਨੇ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਦੀ ਹੈ। ਸੂਰਜਮਲ ਜੀ, ਅਨੀ ਰਾਏ ਜੀ, ਉਹ ਵੀ ਸੰਸਾਰੀ ਬਿਰਤੀ ਦੇ ਦੱਸੇ ਗਏ ਨੇ ਇਤਿਹਾਸ ਵਿੱਚ। ਬਾਬਾ ਅਟਲ ਰਾਏ ਜੀ ਦੀ ਆਪਾਂ ਸਾਖੀ ਸੁਣਦੇ, ਉਹਨਾਂ ਨੇ ਆਪਣਾ ਮਿੱਤਰ ਜਿਹੜਾ ਸੀ ਉਹਨੂੰ ਮੋਏ ਨੂੰ ਜਵਾ ਦਿੱਤਾ, ਅਤੇ ਉਹ ਵੀ ਗੁਰੂ ਦੀ ਅਕਾਲ ਪੁਰਖ ਦੀ ਜਿਹੜੀ ਰਜ਼ਾ ਹੈ ਉਹਦੇ ਵਿੱਚ ਵਿਘਨ ਪਾਇਆ। ਹਾਂਜੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਫਿਰ ਸਾਡੇ 9ਵੇਂ ਪਾਤਸ਼ਾਹ ਬਣਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਗੁਰੂ ਗੁਰਤਾ ਗੱਦੀ 'ਤੇ ਬੈਠਦੇ ਨੇ, ਅਤੇ ਗੁਰੂ ਹਰਾ ਸਾਹਿਬ ਜੀ ਦੇ ਸਪੁੱਤਰ, ਅਤੇ ਉਹਨਾਂ ਤੋਂ ਬਾਅਦ ਸਾਹਿਬਜ਼ਾਦੇ ਨੇ, ਅਤੇ ਫਿਰ ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। 4 ਸਾਹਿਬਜ਼ਾਦਿਆਂ ਦੀ ਆਪਾਂ ਜੀਵਨ ਦੇਖੀਏ ਨਾ, ਉਹ ਗੁਰੂ ਪੁੱਤਰ ਹੁੰਦਿਆਂ ਵੀ ਗੁਰੂ ਕੇ ਸਿੱਖ ਹੋ ਕੇ ਵਿਚਰੇ। ਉਹਨਾਂ ਨੇ ਪਿਤਾ ਗੁਰੂ ਦੇ ਹੁਕਮ ਨੂੰ ਪਿਤਾ ਕਰਕੇ ਘੱਟ ਅਤੇ ਗੁਰੂ ਕਰਕੇ ਜ਼ਿਆਦਾ ਮੰਨਿਆ, ਹੈ ਨਾ। ਇਸ ਕਰਕੇ 4 ਸਾਹਿਬਜ਼ਾਦਿਆਂ ਦੀ ਸਾਡੇ ਕੋਲ ਸਾਹਮਣੇ ਇਹ ਯਾਦ ਅਸੀਂ ਕਰਦੇ ਹਾਂ ਵੀ ਗੁਰੂ ਨੂੰ ਅਸੀਂ ਗੁਰੂ ਦਾ ਹਰ ਹੁਕਮ ਮੰਨਣਾ, ਉਹਨਾਂ ਦੇ ਪੁੱਤਰ ਬਣ ਕੇ, ਉਹਨਾਂ ਦੇ ਸਿੱਖ ਬਣ ਕੇ, ਦੋਨੇ ਰੂਪ ਵਿੱਚ ਅਸੀਂ ਜਿਵੇਂ ਪਿਤਾ ਆਪਣੇ ਪੁੱਤਰ ਨੂੰ ਸਮਝਾਉਂਦਾ ਅਤੇ ਉਹਦਾ ਮੰਨਣਾ ਹੋ, ਪਰ ਪਿਤਾ ਅਤੇ ਪੁੱਤਰ ਦੇ ਵਿੱਚ ਕਈ ਵਾਰ ਕੋਈ ਨਾ ਕੋਈ ਫਰਕ ਰਹਿ ਜਾਂਦਾ ਹੈ, ਪਰ ਗੁਰੂ ਅਤੇ ਸਿੱਖ ਦੇ ਵਿੱਚ ਬਿਲਕੁਲ ਕੋਈ ਫਰਕ ਨਹੀਂ ਹੋ ਸਕਦਾ। ਇਸ ਕਰਕੇ 4 ਸਾਹਿਬਜ਼ਾਦਿਆਂ ਨੂੰ ਧਿਆਉਣਾ, ਜਦੋਂ ਆਪਾਂ ਇਹ 5 ਪਿਆਰੇ 4 ਸਾਹਿਬਜ਼ਾਦਿਆਂ ਨੂੰ ਚੇਤੇ ਕਰਦੇ ਹਾਂ, ਅਤੇ ਸਾਨੂੰ ਇਹ ਚੀਜ਼ਾਂ, ਇਹ ਗੁਣ ਸਿਰ ਦੇ ਵਿੱਚ ਆਉਣੇ ਚਾਹੀਦੇ। ਚੇਤੇ ਕਰਨ ਦਾ ਇਹ ਨਹੀਂ ਵੀ ਅਸੀਂ ਉਹਨਾਂ ਦੀ ਮੂਰਤ ਸਾਡੇ ਸਾਹਮਣੇ ਆਵੇ, ਅਸੀਂ ਉਹਨਾਂ ਦੇ ਫੋਟੋਆਂ ਨਹੀਂ ਸਾਹਮਣੇ ਲੈ ਕੇ ਆਉਣੀਆਂ। ਇਹ ਪਿਕਚਰਸ ਮੈਂ ਯੂਜ਼ ਕਰ ਰਿਹਾ ਫॉर ਦ ਸਲਾਈਡ ਪਰਪਸ, ਇਹਨਾਂ ਨੂੰ ਬਿਲਕੁਲ ਆਪਣੇ ਚੇਤੇ 'ਚੋਂ ਖਤਮ ਕਰ ਦੇਣਾ। ਸਾਡੇ ਵਾਸਤੇ ਮੂਰਤ ਸ਼ਬਦ ਹੈ, ਹਾਂਜੀ, ਅਤੇ ਇਹਨਾਂ ਦੇ ਗੁਣ ਚੇਤੇ ਕਰਨੇ ਉਸ ਵੇਲੇ ਜਦੋਂ ਆਉਣ ਸਾਡੇ ਜ਼ਿਹਨ ਵਿੱਚ। 4 ਸਾਹਿਬਜ਼ਾਦੇ 5 ਪਿਆਰਿਆਂ ਦੇ ਜਿਹੜੇ ਗੁਣ ਨੇ, ਜਿਨ੍ਹਾਂ ਕਰਕੇ ਉਹਨਾਂ ਨੂੰ ਅਸੀਂ ਅਰਦਾਸ ਵਿੱਚ ਧਿਆਉਂਦੇ, ਉਹ ਚੇਤੇ ਵਿੱਚ ਆਉਣ। ਹੁਣ ਇਹਦੇ ਕਈ ਸਵਾਲ ਕਰਦੇ 4 ਸਾਹਿਬਜ਼ਾਦੇ ਪਿੱਛੋਂ ਕਿਉਂ ਨੇ, ਜੋ ਉਹਨਾਂ ਦੀ ਘਾਲਣਾ ਜ਼ਿਆਦਾ ਹੈ, 5 ਪਿਆਰੇ ਬਾਅਦ 'ਚ ਹੋਣੇ ਚਾਹੀਦੇ, ਇਸ ਤਰ੍ਹਾਂ ਦੀਆਂ ਅਟਕਲਾਂ ਜੀ ਲਾਈ ਜਾ ਰਹੇ ਲੋਕ। ਅਤੇ ਅੱਗੋਂ ਆ ਜਾਂਦੇ ਹਾਂ ਅਸੀਂ 40 ਮੁਕਤਿਆਂ ਦੀ ਗੱਲ ਕਰਦੇ ਹਾਂ ਜੀ। 40 ਮੁਕਤੇ, 40 ਸਿੰਘ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, ਉਹਨਾਂ ਨੂੰ ਵੀ ਪੰਥ 40 ਮੁਕਤੇ ਕਹਿੰਦਾ। ਅਤੇ ਜਿਹੜੇ ਉੱਥੇ ਆਪਣਾ ਮੁਕਤਸਰ ਦੀ ਢਾਬ 'ਤੇ ਜਿਹੜੇ ਸ਼ਹੀਦ ਹੁੰਦੇ ਨੇ, ਉਹ ਵੀ 40 ਮੁਕਤੇ ਕਹਾਉਂਦੇ ਨੇ। ਉਹਨਾਂ ਨੇ ਆਪਣੀ ਟੁੱਟੀ ਗੰਢਾਈ, ਹਾਂਜੀ, ਜੇ ਚੇਤੇ ਇਹ ਰੱਖਣਾ ਵੀ ਜੇ ਕਿਤੇ ਭੁੱਲ ਹੋ ਜਾਵੇ ਤਾਂ ਦੂਰ ਨਹੀਂ ਜਾਣਾ, ਫਿਰ ਜਿੰਨੀ ਛੇਤੀ ਹੋ ਜਾਵੇ ਗੁਰੂ ਦੀ ਸ਼ਰਨ 'ਚ ਵਾਪਸ ਆ ਜਾਣਾ। ਗੁਰੂ ਤੋਂ ਬੇਮੁਖ ਹੋ ਕੇ ਸਾਡੀ ਗਤੀ ਨਹੀਂ ਕੋਈ, ਹੈ ਨਾ। ਅਤੇ 40 ਮੁਕਤਿਆਂ ਨੇ ਉਹ ਪ੍ਰਤੱਖ ਸਾਡੇ ਵਾਸਤੇ ਇੱਕ ਜੀਵੰਤ ਇੱਕ ਉਹਨਾਂ ਨੇ ਸਾਡੇ ਸਾਖੀ ਤਿਆਰ ਕਰਕੇ ਦਿੱਤੀ ਬਈ
ਅਸੀਂ ਗੁਰੂ ਤੋਂ ਬੇਮੁਖ ਹੋਏ, ਕਹੇ 'ਚ ਆ ਕੇ ਅਸੀਂ ਬੇਦਾਵਾ ਲਿਖ ਗਏ, ਪਰ ਜਿਵੇਂ ਚੇਤਾ ਆਇਆ ਵੀ ਇਹ ਬਹੁਤ ਵੱਡੀ ਭੁੱਲ ਹੋਈ, ਉਸੇ ਪਲ ਆਏ ਵਾਪਸ ਔਰ ਗੁਰੂ ਤੋਂ ਆਪਣੀ ਜਾਨਾਂ ਵਾਰ ਦਿੱਤੀਆਂ। 40 ਦੇ 40 ਸ਼ਹੀਦ ਹੋ ਗਏ ਅਤੇ ਗੁਰੂ ਤੋਂ ਟੁੱਟੀ ਗੰਢਵਾ ਲਈ ਆਪਣੀ। ਅਤੇ ਗੁਰੂ ਐਸਾ ਬਖਸ਼ੰਦ ਹੈ ਵੀ ਭੁੱਲਿਆਂ ਨੂੰ ਮੁੜ ਮੁੜ ਕੇ ਉਹ ਆਪਣੇ ਨਾਲ, ਹਾਂਜੀ, ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ। ਗੁਰੂ ਰਾਹ ਦੱਸਦਾ ਹੈ ਸਾਨੂੰ ਯਾਦ ਕਰਾਉਂਦਾ, ਮੇਰੇ ਸਿੱਖਾਂ ਤੋਂ ਦੂਰ ਜਾ ਰਿਹਾ, ਆ ਜਾ ਆ ਜਾ। ਜਿਵੇਂ ਗੁਰੂ ਦੀ ਆਵਾਜ਼ ਸੁਣੀ ਉਸੇ ਵੇਲੇ ਵਾਪਸ ਆਈਏ ਅਤੇ ਗੁਰੂ ਦੇ ਨਾਲ ਆਪਣੇ ਸੰਬੰਧ ਜਿਹੜੀਆਂ ਅਸੀਂ ਨਿੱਤ ਰੋਜ਼ ਦਿਨ ਵਿੱਚ ਕਈ ਵਾਰ ਤੋੜਦੇ ਹਾਂ, ਉਹਨੂੰ ਰੋਜ਼ ਸਾਨੂੰ ਉਹ ਟੁੱਟੀਆਂ ਗੰਢਾਉਣੀਆਂ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ। ਇਹ ਸਾਡੇ ਵਾਸਤੇ 40 ਮੁਕਤਿਆਂ ਦਾ ਉਪਦੇਸ਼ ਹੈ। ਹਠੀ ਜਪੀ ਤਪੀ, ਹਾਂਜੀ। ਹੁਣ ਗੁਰਮਤਿ ਵਿੱਚ ਤਾਂ ਨਾ ਹੱਠ ਪ੍ਰਵਾਨ ਹੈ, ਨਾ ਤਪ ਪ੍ਰਵਾਨ ਹੈ, ਨਾ ਜਪ ਪ੍ਰਵਾਨ ਹੈ। ਫਿਰ ਕਿਉਂ ਹਠੀ ਜਪੀ ਤਪੀ ਕਹਿ ਤਾ? ਕਿਉਂਕਿ ਮਹਾਰਾਜ ਕਹਿੰਦੇ ਨੇ ਮਨ ਹੱਠ ਜੋ ਕਮਾਵੇ, ਤਿਲ ਨਾਲ ਲੇਖੇ ਪਾਵੇ, ਬਗਲ ਜੋ ਧਿਆਨ ਲਾਵੇ, ਮਾਹਿਰੇ ਧਾਰੀ। ਹੱਠ ਨਾਲ ਤਾਂ ਗੁਰਬਾਣੀ ਇੰਨੀ ਹੱਠ ਨੂੰ ਗੁਰਬਾਣੀ ਨੇ ਹੱਠ ਨਾ ਭਤੀਜੇ ਨਾ ਬਹੁ ਭੇਖ ਹੈ। ਹੱਠ ਨਾਲ ਤਾਂ ਗੁਰੂ ਅਕਾਲ ਪੁਰਖ ਭਤੀਜਦਾ ਨਹੀਂ। ਅਤੇ ਫਿਰ ਹੱਠ ਜਪ ਇਹ ਇਹਨਾਂ ਤਪੀਆਂ, ਇਹ ਕੌਣ ਨੇ ਹਠੀ ਜਪੀ ਤਪੀ? ਹਠੀ ਉਹ ਨੇ, ਇਹ ਧਰਮ ਦੇ ਹਠੀ ਨੇ। ਵੈਸੇ ਹੱਠ ਕਿਹੜਾ, 3 ਤਰੀਕੇ ਦੇ ਹੱਠ ਮੰਨੇ ਗਏ ਨੇ। ਹੱਠ ਧਰਮ, ਹੱਠ ਕਰਮ, ਹੱਠ ਯੋਗ, ਹਾਂਜੀ। ਕੋਈ ਯੋਗਾ ਕਰਦਾ, ਬਹੁਤ ਪੁੱਠੇ ਪੁੱਠੇ ਯੋਗੇ ਦੇ ਆਸਨ ਲਗਾਉਂਦਾ ਹੈ, ਨਿਉਲੀ ਕਰਮ ਕਰਦਾ, ਹੋਰ ਕਈ ਤਰੀਕੇ ਦੇ ਆਸਨ ਲਾਉਂਦਾ। ਉਹ ਸੋਚਦਾ ਵੀ ਇਸ ਅਕਾਲ ਪੁਰਖ ਨੂੰ ਅਸੀਂ ਪਰਮਾਰਥ ਦੇ ਰਸਤੇ ਪਹੁੰਚ ਜਾਵਾਂਗੇ। ਉਹ ਇਹੋ ਜਿਹੇ ਹੱਠ ਨੂੰ ਮਨਾ ਅਕਾਲ ਪੁਰਖ ਨੇ ਮਨਾ, ਗੁਰੂ ਸਾਹਿਬ ਨੇ ਮਨਾ ਕੀਤਾ। ਹੱਠ ਕਰਮ, ਹਾਂਜੀ, ਜਿਹੜੇ ਜਾ ਕੇ ਉਹ ਪੁੱਠੇ ਟੰਗਿਆ ਜਾਣਾ, ਅਗਨ ਤੁਖਾ ਲੈਣੀ, ਗਰਮੀ ਦੇ ਵਿੱਚ ਅੱਗ ਦੇ ਦੁਆਲੇ ਬੈਠ ਜਾਣਾ, ਸਰਦੀਆਂ ਵਿੱਚ ਬਰਫ਼ ਦੇ ਵਿੱਚ ਆ ਕੇ ਬਹਿ ਜਾਣਾ, ਇਹੋ ਜਿਹੇ ਹੱਠ ਕਰਨੇ, ਹਾਂਜੀ। ਅਤੇ ਇਸ ਤਰ੍ਹਾਂ ਦੇ ਜਿਹੜੇ ਹੱਠ ਧਰਮ, ਹੱਠ ਕਰਮ, ਹੱਠ ਯੋਗ, ਇਹ ਨਹੀਂ। ਸਾਡਾ ਹੈਗਾ ਧਰਮ ਹੱਠ। ਅਸੀਂ ਧਰਮ ਨੂੰ ਹੱਠ ਨਾਲ ਕਮਾਉਣਾ। ਉਹਦਾ ਦੂਜਾ ਨਾਮ ਹੈਗਾ ਸਿਰੜ। ਸਿਰੜ ਸਿੱਖੀ ਦੇ ਵਿੱਚ ਅਸੀਂ ਪਰਪੱਕ ਰਹਿਣਾ। ਕੁਛ ਹੋ ਜਾਵੇ ਸਾਡੇ ਵਾਸਤੇ, ਜਿੱਦਾਂ ਮਰਜ਼ੀ ਚੈਲੰਜ ਲਾਈਫ ਵਿੱਚ ਆ ਜਾਏ, ਅਸੀਂ ਸਿੱਖੀ ਤੋਂ ਨਹੀਂ ਦੂਰ ਹੋਣਾ, ਗੁਰੂ ਦੇ ਉਪਦੇਸ਼ ਤੋਂ ਦੂਰ ਨਹੀਂ ਹੋਣਾ। ਸਾਡੇ ਲਾਈਫ ਵਿੱਚ ਕੰਮ ਕਰਦੇ ਹਾਂ, ਕਈ ਵਾਰ ਮੈਂ ਜਿਵੇਂ ਰਾਤੀ ਆਪਾਂ ਗੱਲ ਅਸੀਂ ਵਰਕਸ਼ਾਪ 'ਚ ਗੱਲ ਕੀਤੀ, ਮੇਰਾ ਇੱਕ ਸਾਡਾ ਬੱਚਾ ਹੈਗਾ ਅਤੇ ਉਹ ਇੰਡੀਆ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਜੋਬ ਕਰਦਾ ਹੈ ਅਤੇ ਉਹਦੀ ਜੋਬ ਦੇ ਵਿੱਚ ਉਹ ਹੈਗਾ ਟਾਊਨ ਪਲੈਨਰ ਹੈ। ਹੁਣ ਜਿਹੜਾ ਸ਼ਹਿਰ ਦੇ ਵਿੱਚ ਜਿੰਨੇ ਵੀ ਨਕਸ਼ੇ ਪਾਸ ਹੋਣੇ ਨੇ, ਜਾਂ ਕਿਸੇ ਨੇ ਪੁੱਠਾ ਕੰਮ ਕਰਤਾ ਹੈ, ਨਕਸ਼ੇ ਦੇ ਅਨੁਸਾਰ ਨਹੀਂ ਬਣਾਇਆ, ਹਰ ਕੋਈ ਪੈਸੇ ਚੜਾਉਂਦਾ। ਉਹ ਪੂਰਾ ਦਾ ਪੂਰਾ ਮਹਿਕਮਾ ਕਰਕੇ ਹੋਇਆ ਹੈ ਨਾ। ਪਰ ਇਹਦੇ ਵਾਸਤੇ ਬੜਾ ਚੈਲੰਜ ਹੈ। ਹੇਠੋਂ ਅਤੇ ਉੱਪਰ ਸਾਰੀ ਚੇਨ ਜਿਹੜੀ ਹੈ ਉਹ ਪੈਸੇ ਲੈਂਦੀ ਹੈ ਇੱਕ ਕੰਮ ਦੇ। ਇਹ ਵਿੱਚ ਕੜੀ ਅਲੱਗ ਔਖੀ ਬੈਠ ਗਈ, ਉਹਨਾਂ ਵਾਸਤੇ ਬੜੀ ਤਕਲੀਫ ਹੈ। ਉਹਨੂੰ ਹਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਤੂੰ ਕਰਿਆ ਕਰ, ਤੂੰ ਕਰਿਆ ਕਰ। ਉਹ ਪਿਛਲੇ ਦਿਨ ਸਾਡੀ ਬਹੁਤ ਲੰਬੀ ਚਰਚਾ ਹੋਈ ਅਤੇ ਫਿਰ ਸਾਡਾ ਵਿਚਾਰ 'ਚ ਨਿਕਲਿਆ, ਨਹੀਂ, ਗੁਰੂ ਕਾ ਸਿੱਖ ਨਾ ਇਸ ਤਰ੍ਹਾਂ ਹੀ ਚੰਗਾ ਹੈਗਾ। ਉਹਨੇ ਗੁਰੂ 'ਤੇ ਪਹਿਰਾ ਦੇਣਾ ਔਰ ਪਿਆਰ ਨਾਲ ਉਹਨਾਂ ਨੂੰ ਸਮਝਾਉਣਾ ਵੀ ਨਹੀਂ, ਮੇਰਾ ਨਹੀਂ ਇਹ ਕੰਮ ਹੈਗਾ, ਤੁਸੀਂ ਕਰੋ, ਮੈਨੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ। ਤੁਸੀਂ ਕਰਨਾ ਚਾਹੁੰਦੇ, ਤੁਹਾਡਾ ਮਨ ਮੰਨਦਾ ਕਰੋ, ਪਰ ਮੇਰਾ ਗੁਰੂ ਮੈਨੂੰ ਆਗਿਆ ਨਹੀਂ ਦਿੰਦਾ ਅਤੇ ਮੈਂ ਇਹ ਕੰਮ ਨਹੀਂ ਕਰ ਸਕਦਾ। ਮੈਂ ਇਹ ਜਿਹੜੀ ਕਮਾਈ ਹੈ ਇਹ ਮੈਂ ਆਪਣੇ ਘਰ ਲੈ ਕੇ ਨਹੀਂ ਜਾ ਸਕਦਾ। ਇਹ ਮੇਰੇ ਵਾਸਤੇ, ਮੇਰੇ ਪਰਿਵਾਰ ਵਾਸਤੇ ਇਹ ਜ਼ਹਿਰ ਹੈ, ਹਾਂਜੀ। ਸੋ ਸਾਡੀ ਕਮਾਈ ਜਿਹੜੀ ਹੈ ਹੱਕ ਦੀ, ਹਲਾਲ ਦੀ, ਸੱਚ ਦੀ ਕਮਾਈ ਗੁਰੂ ਨੇ ਕਹੀ ਹੈ। ਝੂਠ, ਫਰੇਬ, ਧੋਖੇ ਵਾਲੀ ਕਮਾਈ ਸਾਨੂੰ ਗੁਰੂ ਸਾਡਾ ਪ੍ਰਵਾਨ ਨਹੀਂ ਕਰਦਾ। ਪਰ ਅਸੀਂ ਉਹ ਧੋਖੇ ਫਰੇਬ ਦੀ ਕਮਾਈਆਂ ਨਾਲ ਅਸੀਂ ਗੁਰਦੁਆਰੇ ਉਸਾਰੀ ਜਾਂਦੇ ਹਾਂ, ਗੁਰੂ ਨੂੰ ਸੋਨੇ ਦੀਆਂ ਪਾਲਕੀਆਂ ਦੇਈ ਜਾਂਦੇ ਹਾਂ, ਵੱਡੇ ਵੱਡੇ ਹਾਲ ਬਣਾਏ ਜਾਂਦੇ ਆ। ਸ਼ਰਾਬ ਦੇ ਠੇਕੇਦਾਰਾਂ ਦੇ ਗੁਰੂ ਘਰਾਂ ਦੇ ਬਾਹਰ ਉਹਨਾਂ ਦੇ ਨੇਮ ਪਲੇਟ ਲੱਗੇ ਹੋਏ ਨੇ ਵੀ ਇਹਨਾਂ ਨੇ ਸੇਵਾ ਕਰਾਈ, ਹਾਂਜੀ। ਅਤੇ ਇਹ ਹੱਠ ਧਰਮ ਸਾਡਾ ਸੀ। ਜਪ ਵੀ ਸਾਡਾ ਜਿਹੜਾ ਹੈਗਾ, ਉਹ ਜਪ ਵੀ ਸਾਡਾ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਹੈਗਾ ਵੀ ਅਸੀਂ ਸੋਈ ਜਪ ਜੋ ਪ੍ਰਭ ਜੀਓ ਭਾਵੈ, ਭਾਣੈ ਪੂਰ ਧਿਆਨਾ ਜੀਓ, ਹਾਂਜੀ। ਜਿਹੜਾ ਨਾਮ ਜਪਣਾ ਹੈਗਾ ਇਹ ਸਾਡੇ ਵਾਸਤੇ ਜਪ ਹੈਗਾ, ਗੁਰੂ ਨੂੰ ਚੇਤੇ ਰੱਖਣਾ। ਤਪ ਸਾਡਾ ਹੈਗਾ ਰਜ਼ਾ ਵਿੱਚ ਰਹਿਣਾ ਅਤੇ ਸੇਵਾ ਕਰਨੀ, ਇਹ ਤਪ ਹੈ। ਜਦੋਂ ਕਿਤੇ ਕੋਈ ਭਾਣਾ ਵਰਤਦਾ ਉਦੋਂ ਡੋਲਣਾ ਨਹੀਂ, ਉਸ ਵੇਲੇ ਸਾਡਾ ਤਪ ਮੰਨਿਆ ਜਾਏਗਾ, ਹਾਂਜੀ। ਉਹ ਸਾਡੇ ਵਾਸਤੇ ਔਖੀ ਘੜੀ ਹੈ। ਜਿਵੇਂ ਉਹ ਅੱਗ ਵਿੱਚ ਬੈਠਦੇ ਨੇ, ਠੰਡੇ ਵਿੱਚ ਬੈਠਦੇ ਨੇ, ਅਸੀਂ ਔਖੀ ਘੜੀ ਵਿੱਚ ਵੀ ਗੁਰੂ ਦੇ ਨਾਲ ਜੁੜੇ ਹੋਏ ਹਾਂ, ਉਹ ਸਹਿਜ ਅਵਸਥਾ ਵਿੱਚ ਰਹਿੰਦੇ ਹਾਂ, ਇਹ ਸਾਡਾ ਤਪ ਹੈ। ਅਤੇ ਸੇਵਾ, ਇਹ ਸੇਵਾ ਜਿਹੜੀ ਲੰਗਰ ਵਿੱਚ ਲੋਹਾਂ ਦੇ ਉੱਤੇ ਖੜ੍ਹੇ ਹੋ ਕੇ ਹੈ ਨਾ, ਜਿਹੜੀ ਸੇਵਾ ਕਰਦੇ ਆ ਸਾਡੇ ਬੀਬੀਆਂ ਭੈਣਾਂ ਅਤੇ ਜਿਹੜੀਆਂ ਸਾਡੇ ਸਿੰਘ ਜਿਹੜੇ ਲੰਗਰ 'ਚ ਸੇਵਾ ਕਰਦੇ, ਗੁਰੂ ਅਮਰਦਾਸ ਮਹਾਰਾਜ ਦੀ ਸੇਵਾ, ਉਹ ਤਪ ਹੈ, ਹਾਂਜੀ। ਉਹ ਸਾਡਾ ਤਪ ਹੈ, ਸੇਵਾ ਕਰਨੀ।
ਔਰ ਉਹਦੇ ਵਿੱਚ ਖੁਸ਼ੀ ਖੁਸ਼ੀ ਸੇਵਾ ਕਰਨੀ, ਗੁਰੂ ਦੀ ਖੁਸ਼ੀ ਲੈਣ ਵਾਸਤੇ, ਸੰਗਤ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਰਨੀ। ਹਰ ਪ੍ਰਕਾਰ ਦੀ ਸੇਵਾ ਉਹ ਸਿੱਖ ਦਾ ਤਪ ਹੈਗਾ ਜੀ। ਸੋ ਜਿਨ੍ਹਾਂ ਨਾਮ ਜਪਿਆ, ਹਟੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ, ਨਾਮ ਜਪਣਾ ਸਾਡੇ ਵਾਸਤੇ ਸਾਨੂੰ ਹੁਕਮ ਬਾਰ-ਬਾਰ ਗੁਰੂ ਸਾਹਿਬ ਜੀ ਦਾ ਆਉਂਦਾ ਹੈਗਾ। ਹਾਂਜੀ, ਸੋ ਨਾਮ ਕੀ ਹੈਗਾ? ਸਾਡਾ ਸਿਮਰਨ, ਜਿਹੜਾ ਗੁਰੂ ਦਾ ਚੇਤੇ ਕਰਨਾ, ਉਹ ਗ੍ਰਹਿਤ ਮਰਿਆਦਾ ਵਿੱਚ ਵੀ ਹੁਕਮ ਹੈ। ਜਿਹੜਾ ਗੁਰੂ ਕਾ ਸਿੱਖ ਹੈਗਾ ਉਹ ਸਵਾ ਪਹਿਰ ਰਹਿੰਦੇ ਉੱਠ ਕੇ, ਹਾਂਜੀ, ਗੁਰੂ ਕਾ ਧਿਆਨ ਧਰੇ ਸਾਵਧਾਨ ਹੋ ਕੇ। ਅਤੇ ਆਪਣੇ ਕੋਲ ਜਿਹੜੀ ਗੁਰੂ ਸਿੱਖ ਦੀ ਨਿਤਨੇਮ ਹੈ ਉਹ ਸਾਡੇ ਕੋਲ ਗੁਰੂ ਰਾਮਦਾਸ ਮਹਾਰਾਜ ਵੱਲੋਂ ਵੀ ਸਾਡੇ ਕੋਲ ਪੌੜੀ ਹੈਗੀ ਹੈ, ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਨਾਮ ਧਿਆਉਣਾ ਹੀ ਪੈਣਾ। ਇਹਨੂੰ ਸਿਮਰਨ ਨੂੰ ਕਈ ਕਹਿੰਦੇ ਨੇ ਚੇਤੇ ਰੱਖਣਾ, ਕੋਈ ਉਹਨੂੰ ਗਿਆਨ ਕਹਿੰਦੇ, ਨਾਮ ਨੂੰ ਨਹੀਂ ਮੰਨਦੇ ਪਏ। ਇਹਦੀ ਇੱਕ ਅਲੱਗ ਵਿਸ਼ਾ ਹੈਗਾ। ਨਾਮ ਉਹ ਕਹਿੰਦੇ ਗਿਆਨ ਹੈ, ਬਿਲਕੁਲ ਗਿਆਨ ਹੈ। ਨਾਮ ਹੁਕਮ ਹੈ, ਹਾਂ ਹੁਕਮ ਵੀ ਹੈਗਾ। ਨਾਮ ਸਿਮਰਨ ਵੀ ਹੈਗਾ। ਨਾਮ ਜਿਹੜਾ ਉਹ ਜਪਣਾ ਵੀ ਹੈਗਾ। ਇਹ ਕਈ ਪੱਖ ਨੇ ਨਾਮ ਦੇ, ਉਹਨਾਂ ਨੂੰ ਅਲੱਗ ਤੋਂ ਕਿਸੇ ਵੇਲੇ ਵਿਚਾਰਾਂਗੇ ਵੀ ਨਾਮ ਦੇ ਇੰਨੇ ਪੱਖ ਕਿਵੇਂ ਹੋ ਸਕਦੇ ਨੇ। ਅਸੀਂ ਜੇ ਸਿਰਫ ਨਾਮ ਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਮੰਨ ਲਈਏ ਤਾਂ ਅਸੀਂ ਵੀ ਭੁਲੇਖੇ 'ਚ ਹੈਗੇ ਹਾਂ। ਹਾਂਜੀ, ਨਾਮ ਦੇ ਬਹੁਤ ਡਿਫਰੈਂਟ ਡਾਇਮੈਂਸ਼ਨਸ ਨੇ, ਔਰ ਨਾਮ ਜਿਹੜਾ ਸਾਰੇ ਡਾਇਮੈਂਸ਼ਨਸ ਬਣਾ ਕੇ ਉਹ ਵਾਹਿਗੁਰੂ ਹੈ। ਵਾਹਿਗੁਰੂ ਹੀ ਨਾਮ ਹੈਗਾ ਅਤੇ ਉਹ ਓਤ ਪੋਤ ਨੇ ਆਪਸ ਵਿੱਚ। ਨਾਮ ਜਿਹੜਾ ਹੈ ਗੁਰਬਾਣੀ ਵਿੱਚ, ਗੁਰਬਾਣੀ ਹਰ ਨਾਮ ਸਮਾਇਆ। ਹਾਂਜੀ, ਇੱਥੇ ਹੀ ਨਾਮ ਸਮਾਇਆ। ਗੁਰਬਾਣੀ ਅਤੇ ਨਾਮ ਦੋਨੋਂ ਓਤ ਪੋਤ, ਦੋਹਾਂ 'ਚ ਕੋਈ ਫਰਕ ਨਹੀਂ ਹੈਗਾ। ਪਰ ਸਿਮਰਨ ਜਿਹੜਾ ਸਾਨੂੰ ਹੁਕਮ ਹੋ ਗਿਆ, ਗੁਰਮੰਤਰ ਦਾ ਜਿਹੜਾ ਜਾਪ ਕਰਨਾ ਹੈ ਉਹ ਸਿੱਖ ਵਾਸਤੇ ਹੁਕਮ ਹੈ, ਉਹ ਕਰਨਾ। ਅਤੇ ਜਿਹੜਾ ਗੁਰਸਿੱਖਾਂ ਨੇ ਇਹ ਨਾਮ ਜਪਿਆ, ਔਖੀ ਘੜੀ ਵਿੱਚ ਵੀ ਜਪਿਆ, ਜੰਗਲਾਂ ਵਿੱਚ ਰਹਿ ਕੇ ਵੀ ਜਪਿਆ, ਭੁੱਖੇ ਰਹਿ ਕੇ ਵੀ ਜਪਿਆ, ਆਰਿਆਂ ਦੇ ਥੱਲੇ ਰਹਿ ਕੇ ਵੀ ਜਪਿਆ, ਉਹਨਾਂ ਦਾ ਅਸੀਂ ਧਿਆਨ ਕਰਦੇ ਹਾਂ ਜਿਹੜਾ ਨਾਮ ਜਪਿਆ। ਹਾਂਜੀ, ਦੇਗ ਚਲਾਈ, ਸਾਡੇ ਵਾਸਤੇ ਦੇਗ ਚਲਾਉਣ ਦਾ ਹੁਕਮ ਮਹਾਰਾਜ ਨੇ ਬਖਸ਼ਿਆ ਹੋਇਆ। ਪਹਿਲਾਂ ਵੰਡ ਕੇ ਛਕਿਆ। ਹਾਂਜੀ, ਘਾਲ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ ਸੇ। ਹਾਂਜੀ, ਸਾਨੂੰ ਹੁਕਮ ਹੈਗਾ, ਦਸਵੰਧ ਦੀ ਸਾਨੂੰ ਹੁਕਮ ਮਹਾਰਾਜ ਨੇ ਬਖਸ਼ਿਆ ਹੋਇਆ। ਅਤੇ ਉਹ ਨੇਕ ਕਮਾਈ, ਘਾਲ ਖਾਏ, ਹਾਂਜੀ, ਮਿਹਨਤ ਕਰਕੇ ਕਮਾਉਣਾ, ਉਹਦੇ ਵਿੱਚੋਂ ਫਿਰ ਦੇਣਾ ਵੀ ਹੈ, ਰਲ ਮਿਲ ਕੇ ਖਾਣਾ। ਅਤੇ ਉਹਦੇ ਵਿੱਚ ਜਿਹੜਾ ਹੈਗਾ ਵੰਡ ਕੇ ਛਕਣ ਦੀ ਉਹ ਯੁਕਤਾ ਰਹੀ ਹੈ। ਔਰ ਇੱਕ ਬੜੀ ਪਿਆਰੀ ਜਿਹੜੀ ਇਤਿਹਾਸ ਵਿੱਚ ਸਾਡੇ ਕੋਲ ਨਾ 2 ਸਾਖੀਆਂ ਹੈਗੀਆਂ ਨੇ ਕੁਛ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਵੰਡ ਕੇ ਛਕਣ ਦੀ, ਕਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਵੰਡ ਕੇ ਛਕਿਆ। ਜਦੋਂ ਨਾਦਰ ਸ਼ਾਹ ਨੂੰ ਵਾਪਸ ਜਾਂਦਿਆਂ ਸਿੰਘਾਂ ਨੇ ਉਹਦਾ ਸਾਰਾ ਕੁਛ ਜਿਹੜਾ ਉਹ ਲੁੱਟ ਕੇ ਲਿਜਾ ਰਿਹਾ ਸੀ ਵਾਪਸ ਖੋਹ ਲਿਆ। ਬੀਬੀਆਂ ਹਿੰਦੂਆਂ ਜਿਹੜੀਆਂ ਨੂੰ ਖੋਹ ਕੇ ਵਾਪਸ ਘਰੋਂ ਘਰੀ ਪਹੁੰਚਾਈ, ਉਹਦਾ ਮਾਲ ਅਸਬਾਬ ਲੁੱਟ ਲਿਆ, ਘੋੜੇ ਲੁੱਟ ਲਏ, ਉਹਦੇ ਅਸਤਰ ਸ਼ਸਤਰ ਲੁੱਟ ਲਏ। ਅਤੇ ਉਹ ਲਾਹੌਰ ਪਹੁੰਚ ਕੇ ਉਹਨੇ ਜ਼ਕਰੀਆ ਖਾਨ ਨੂੰ ਵੀ ਕੌਣ ਨੇ, ਕਿਹਨਾਂ ਨੇ ਮੇਰੀ ਆਫਤ ਲਿਆ ਦਿੱਤੀ, ਮੈਨੂੰ ਇੱਥੇ ਤੱਕ ਪਹੁੰਚਣ ਵਿੱਚ, ਮੇਰਾ ਸਾਰਾ ਕੁਛ ਲੁੱਟ ਕੇ ਲੈ ਗਏ, ਕੌਣ ਨੇ। ਅਤੇ ਜ਼ਕਰੀਆ ਖਾਨ ਉਦੋਂ ਸਿੱਖਾਂ ਦੀ ਉਸਤਤ ਵਿੱਚ ਬਹੁਤ ਕੁਛ ਬੋਲਿਆ, ਦੱਸਿਆ ਉਹਨੂੰ ਵੀ ਕੌਣ ਨੇ, ਹੈ ਨਾ। ਅਤੇ ਉਹਦੇ ਵਿੱਚ ਇੱਕ ਉਹ ਗੱਲ ਜਿਹੜੀ ਉਹਨੂੰ ਸੁਣਾਈ, ਜਿਹੜੀ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਭੰਗੂ ਨੇ ਲਿਖੀ, ਉਹ ਇਬਾਰਤ ਇਸ ਤਰ੍ਹਾਂ ਹੈਗੀ ਹੈ। ਉਹ ਜਦੋਂ ਦੇਗ ਗੁਰੂ ਦੀ ਤਿਆਰ ਹੁੰਦੀ ਹੈ, ਕਹਿੰਦੇ ਦੇਗ ਗੁਰ ਹੋਈ, ਦੇਗ ਤਿਆਰ ਗੁਰ ਹੋਈ, ਉਸ ਸਮੇਂ ਵੈਰੀ ਕਿਨ ਆਵੈ। ਕੋਈ ਵੈਰੀ ਵੀ ਤੁਰ ਕੇ ਆ ਗਿਆ, ਪਰਮ ਮੀਤ ਸਮ ਤਾਹੇ ਛਕਾਵੈ, ਉਹਨੂੰ ਪਰਮ ਮਿੱਤਰ ਸਮਝ ਕੇ ਉਹਨੂੰ ਛਕਾਉਂਦਾ ਹੈ ਗੁਰੂ ਕਾ ਸਿੱਖ। ਇਹ ਜ਼ਕਰੀਆ ਖਾਨ ਨਾਦਰ ਸ਼ਾਹ ਨੂੰ ਦੱਸ ਰਿਹਾ ਵੀ ਜੇ ਲੰਗਰ ਤਿਆਰ ਹੋ ਗਿਆ, ਉਸ ਤੋਂ ਗੁਰੂ ਸਿੱਖਾਂ ਦੇ ਵਾਸਤੇ ਲੰਗਰ ਤਿਆਰ ਕਰਕੇ ਬੋਲੇ ਵੀ, ਆਵਾਜ਼ਾਂ ਵੀ ਦਿੰਦੇ ਸੀਗੇ ਵੀ ਆ ਜਾਓ, ਵੀ ਕੋਈ ਭੁੱਖਾ ਰਹਿ ਨਾ ਜਾਏ, ਕਿਸੇ ਨੂੰ ਲੋੜਵੰਦ ਹੈਗਾ ਆ ਕੇ ਗੁਰੂ ਘਰ ਲੰਗਰ ਤਿਆਰ ਹੈ, ਛਕ ਲਓ। ਔਰ ਮੈਂ ਜਦੋਂ ਪੜ੍ਹਦਾ ਸੀ ਨਾ, ਉਦੋਂ ਮੈਂ ਗੁਰੂ ਸਿੰਘਾਂ ਦੇ ਨਾਲ ਵਿਚਰਿਆ, ਉਹ ਘਰ ਵਿੱਚ ਵੀ ਡੇਲੀ ਇਹ ਬੋਲਾ ਦਿੰਦੇ ਸੀਗੇ। ਉਹਨਾਂ ਨਾਲ ਮੈਂ ਪੇਇੰਗ ਗੈਸਟ ਰਿਹਾ ਗੁਰੂ ਸਿੱਖਾਂ ਦੇ ਨਾਲ। ਅਤੇ ਜਦੋਂ ਲੰਗਰ ਤਿਆਰ ਹੋਣਾ, ਉਸ ਤੋਂ ਬਾਅਦ ਉਹਨਾਂ ਨੇ ਬੋਲਾ ਦੇਣਾ, ਆ ਜਾਓ ਬਈ ਜਿਹੜਾ ਕੋਈ ਲੋੜਵੰਦ ਹੈ, ਹਨੇ ਭੁੱਖਾ ਰਹਿ ਨਾ ਜਾਵੇ, ਕੋਈ ਗੁਰੂ ਘਰ ਲੰਗਰ ਤਿਆਰ ਹੈ, ਛਕ ਕੇ ਜਾਓ। ਫਿਰ ਜਕਾਰਾ ਜਾ ਕੇ ਫਿਰ ਉਹ ਲੰਗਰ ਛਕਦੇ ਸੀਗੇ। ਕਿੰਨੀ ਸੋਹਣੀ ਜੁਗਤ ਜਿਹੜੀ ਅਸੀਂ ਕਈ ਗੁਰਸਿੱਖਾਂ ਨੇ ਸੀਨਾ ਬਸੀਨਾ ਸਾਂਭ ਕੇ ਰੱਖੀ ਹੋਈ ਹੈ। ਆਵਾਜ਼ਾਂ ਦੇਣਾ, ਗੁਰੂ ਕਾ ਲੰਗਰ ਹੈ, ਸਾਡੇ ਘਰ ਵਿੱਚ ਤਿਆਰ ਹੋਇਆ ਪ੍ਰਸ਼ਾਦਾ ਵੀ ਗੁਰੂ ਕਾ ਲੰਗਰ ਹੈ। ਅਤੇ ਉਹ ਕਹਿੰਦੇ ਪਰਮ ਮੀਤ ਸਮ ਤਾਹੇ ਛਕਾਵੈ, ਵੈਰੀ ਮਿੱਤਰਨ ਕੋ ਸਮ ਦੈ ਹੈ। ਉੱਥੇ ਫਰਕ ਵੀ ਨਹੀਂ ਕਰਦਾ ਵੀ ਵੈਰੀ ਆ ਗਿਆ ਇਹਨੂੰ ਘੱਟ ਦੇ ਦੇਵਾਂ, ਇਹਨੂੰ ਆ ਫਲਾਣੀ ਚੀਜ਼ ਨਾ ਦੇਵਾਂ, ਉਹਨੂੰ ਸਮਝਦਾ ਹੈ। ਬਚੇ ਸੋ ਪਾਛੇ ਖੁਦ ਖਾ ਲੈ ਹੈ, ਜਿਹੜਾ ਬਚ ਗਿਆ ਉਹ ਖਾਂਦਾ ਹੈ। ਇਹ ਗੁਰੂ ਕੇ ਸਿੱਖ ਦੀ, ਹਾਂਜੀ, ਮਹਾਰਾਜ ਨੇ ਸਾਨੂੰ ਦੇਖੋ ਕਿਸੇ ਉਹਨਾਂ ਨੇ ਉਸ ਔਖੇ ਸਮੇਂ ਵਿੱਚ ਜੰਗਲਾਂ ਵਿੱਚ ਰਹਿੰਦੇ, ਜਿਹੜਾ ਵੈਰੀ ਉਹਨਾਂ ਦੇ ਖੂਨ ਦਾ ਪਿਆਸਾ, ਉਹਨਾਂ ਦੇ ਪਿੱਛੇ ਪਿੱਛੇ ਭੱਜ ਭੱਜ ਕੇ ਉਹਨਾਂ ਨੂੰ ਲੱਭ ਲੱਭ ਕੇ ਟੋਹ ਟੋਹ ਕੇ ਮਾਰ ਰਿਹਾ। ਅਤੇ ਜੇ ਉਹ ਲੋੜਵੰਦ ਸਮਝ ਕੇ ਭੁੱਖਾ ਹੋ ਕੇ ਆ ਕੇ ਛਕਿਆ ਅਤੇ ਉਹਨੂੰ ਛਕਾ ਦਿੱਤਾ। ਨਹਿ ਤੋਂ ਲੰਗਰ ਮਸਤ ਬਣਿਆ, ਜੇ ਉਹਨਾਂ ਨੂੰ ਛਕਾਤਾ ਅਤੇ ਬਚਿਆ ਕੱਖ ਨਹੀਂ, ਕਹਿੰਦੇ ਕੋਈ ਨਹੀਂ, ਲੰਗਰ ਮਸਤ ਹੋ ਗਿਆ, ਮਸਤਾਨਾ ਲੰਗਰ ਹੋ ਗਿਆ। ਇਹ ਗੁਰੂ ਕੇ ਸਿੱਖਾਂ ਦੀ ਸਾਨੂੰ ਸਾਖੀਆਂ ਜਦੋਂ ਅਸੀਂ ਵੰਡ ਕੇ ਛਕਿਆ ਨਾ, ਇਹ ਚੇਤੇ ਕਰਿਆ ਕਰੀਏ। ਇਸ ਕਰਕੇ ਇਹ ਰੱਖਿਆ ਸਾਡੇ ਵਾਸਤੇ। ਐਵੇਂ ਨਹੀਂ ਅਸੀਂ ਯਾਦ ਕਰਦੇ, ਇਹਨਾਂ ਦੇ ਪਿੱਛੇ ਜੋ ਉਹਨਾਂ ਦੀ ਘਾਲ ਕਮਾਈਆਂ ਸੀ ਨਾ ਗੁਰਸਿੱਖਾਂ ਦੀ, ਉਹ ਸਾਨੂੰ ਚੇਤੇ ਆ ਜਾਣ। ਹਾਂਜੀ, ਅਤੇ ਇਸ ਤਰ੍ਹਾਂ ਹੀ ਭਾਈ ਸਿੰਘਾਂ ਉੱਪਲ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਨ।
ਤੇ ਉਹ ਜਦੋਂ ਗੁਰੂ ਸਾਹਿਬ ਦੇ ਆਏ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਸਾਖੀ ਲੰਮੀ ਹੋ ਜਾਏਗੀ, ਪਰ ਇੱਕ ਸਮਾਂ ਉਹਨਾਂ, ਉਹ ਵਪਾਰੀ ਸੀਗੇ, ਦੁਕਾਨ ਕਰਦੇ ਸੀਗੇ, ਤੇ ਉਹ ਉਹਨਾਂ ਦਾ ਗੁਰੂ ਦੀ ਸਿੱਖੀ ਵਿੱਚ ਆਉਣ ਲੱਗਿਆ, ਪਰਚਾ ਪਿਆ, ਤੇ ਉਹਨਾਂ ਦਾ ਵਪਾਰ ਘਟਦਾ ਘਟਦਾ ਇੰਨਾ ਘਟ ਗਿਆ ਵੀ ਉਹ ਹੱਥਾਂ ਦਾਣਿਆਂ ਦੇ ਲਾਲੇ ਪੈ ਗਏ। ਹਾਂਜੀ, ਖਾਣ ਨੂੰ ਨਾ ਘਰੇ ਜੁੜਿਆ ਕਰੇ। ਤੇ ਇੱਕ ਦਿਨ ਜਦੋਂ ਪ੍ਰਸ਼ਾਦਾ ਤਿਆਰ ਕਰਨ ਲੱਗੇ ਤਾਂ ਆਟੇ ਦੇ ਵਿੱਚੋਂ 3 ਪ੍ਰਸ਼ਾਦੇ ਨਿਕਲੇ, ਸਿਰਫ 3 ਪ੍ਰਸ਼ਾਦੇ ਬਣੇ। ਤੇ ਘਰ ਵਿੱਚ ਇਸਤਰੀ ਹੈ ਜਿਨ੍ਹਾਂ ਦੇ ਨਿੱਕਾ ਨਿਆਣਾ ਹੈਗਾ, ਇਨਫੈਂਟ ਹੈ, ਉਹ ਉਹਨੂੰ ਬ੍ਰੈਸਟ ਫੀਡਿੰਗ ਕਰਦੀ ਹੈ, ਉਹਨੂੰ ਫੀਡ ਕਰਦੀ ਹੈ, ਉਹਨੂੰ ਪ੍ਰਸ਼ਾਦੇ ਦੀ ਲੋੜ ਹੈ। ਭਾਈ ਸਾਹਿਬ ਆਪ ਵੀ ਮਿਹਨਤ ਮਸ਼ੱਕਤ ਕਰਦੇ ਨੇ, ਤੇ ਉਹਨਾਂ ਨੂੰ ਪ੍ਰਸ਼ਾਦੇ ਦੀ ਲੋੜ ਹੈ। ਤੇ ਇਹ ਸਾਖੀ ਜਿਹੜੀ ਹੈ ਨਾ, ਗੁਰੂ ਅੰਗਦ ਦੇਵ ਮਹਾਰਾਜ ਜਦੋਂ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਵਿਚਰਦੇ ਸੀਗੇ, ਉਹਨਾਂ ਨੇ ਅੱਖੀ ਖਡੂਰ ਸਾਹਿਬ ਇਹ ਦੇਖਿਆ ਵਰਤਾਰਾ ਜਿਹੜਾ ਉਹਨਾਂ ਨੇ, ਜਦੋਂ ਇਹ ਵਰਤਾਰਾ ਦੇਖਿਆ, ਇਹ ਵਾਲਾ ਵਰਤਾਰਾ, ਤੇ ਬੀਬੀ ਅਮਰੋ ਜੀ ਕੋਲੋਂ ਜਿਹੜਾ ਸ਼ਬਦ ਸੁਣਿਆ ਹੈ ਨਾ, ਜਿਹੜਾ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਹਾਂਜੀ, ਏਕ ਨਾਮ ਅੰਮ੍ਰਿਤ ਹੋਵੇ ਤੋ ਨਾਨਕ ਤਿਸ਼ਠਤ ਦੇ, ਉਦੋਂ ਉਹਨਾਂ ਨੂੰ ਇੱਕਦਮ ਬਾਣ ਲੱਗਿਆ। ਤੇ ਇਹ 2-3 ਚੀਜ਼ਾਂ ਦੇਖੀਆਂ ਸੀ, ਗੁਰੂ ਨਾਨਕ ਦੀ ਕਲਾ ਵਰਤਦੀ ਦੇਖੀ ਸੀ ਉਹਨਾਂ ਨੇ, ਤਾਂ ਉਹ ਗੁਰੂ ਸਾਹਿਬ ਵੱਲ ਧਾ ਕੇ ਪਹੁੰਚੇ। ਇਹ ਸਾਖੀ ਜੋ ਉਹਨਾਂ ਨੇ ਆਪਣੀ ਅੱਖੀ ਦੇਖੀ, ਤੇ ਜਦੋਂ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਛਕਣ ਲੱਗੇ, ਤੇ ਉਹਨਾਂ ਨੇ ਭਾਈ ਸਿਉਂ ਅੱਪਲ ਨੇ ਕਿਹਾ ਵੀ ਬੀਬੀ ਨੂੰ ਕਿਹਾ, ਸਿੰਘਣੀ ਨੂੰ, ਵੀ ਤੂੰ ਭਗਵਾਨ ਨੇ, ਤੂੰ 2 ਛਕ ਲੈ, ਮੈਂ 1 ਛਕ ਲੈਣਾ, ਕਿਉਂਕਿ ਤੇਰੇ ਨਾਲ ਬੱਚਾ ਹੈਗਾ, ਤੇਰਾ ਬੱਚਾ ਦੁੱਧ ਚੂੰਗਦਾ, ਤੈਨੂੰ ਜ਼ਿਆਦਾ ਲੋੜ ਹੈ। ਉਹ ਕਹਿੰਦੇ ਨਹੀਂ ਜੀ ਪਤੀ ਪਰਮੇਸ਼ਰ ਜੀ, ਤੁਸੀਂ 2 ਛਕੋ, ਤੁਸੀਂ ਮਿਹਨਤ ਕਰਦੇ ਹੋ, ਬਾਹਰ ਜਾਂਦੇ ਹੋ, ਇੰਨੀ ਮਿਹਨਤਾਂ ਕਰਕੇ ਆਉਂਦੇ, ਤੁਹਾਨੂੰ 2 ਦੀ ਲੋੜ ਹੈਗੀ। ਹਲੇ ਦੋਹਾਂ ਦੀ ਆਪਸ ਵਿੱਚ ਚੱਲ ਰਿਹਾ ਸੀਗਾ, ਹੈ ਨਾ, ਵੀ ਨਹੀਂ ਤੂੰ ਛਕ ਦੋ, ਤੂੰ ਛਕ ਦੋ। ਤੇ ਬਾਹਰੋਂ ਇੱਕ ਭੁੱਖੇ ਨੇ ਆਵਾਜ਼ ਮਾਰਤੀ, ਗੁਰੂ ਨਾਨਕ ਦਾ ਸਿੱਖ ਹੈ, ਭੁੱਖ ਲੱਗੀ ਹੈ, ਕੁਛ ਦੇ ਫਕੀਰਾਂ ਨੂੰ। ਕਹਿੰਦੇ ਲੈ, ਆਪਣਾ ਤਾਂ ਗੁਰੂ ਨੇ ਹਾਲੀ ਸੌਖਾ ਕਰਤਾ, ਇੱਕ ਆਪਾਂ ਛਕਦੇ ਹਾਂ, ਇੱਕ ਫਕੀਰ ਨੂੰ ਦੇ ਦਿੰਦੇ ਹਾਂ। ਉਹ ਜਾ ਕੇ ਫਕੀਰ ਨੂੰ ਪ੍ਰਸ਼ਾਦਾ ਦੇ ਆਏ। ਉਹ ਫਕੀਰ ਨੇ ਪ੍ਰਸ਼ਾਦਾ ਛਕਿਆ, ਕਹਿੰਦਾ ਸਿੱਖਾ ਬੜੇ ਦਿਨਾਂ ਦੇ ਭੁੱਖੇ ਆ, ਹੋਰ ਹੈ ਕੁਝ? ਉਹ ਕਹਿੰਦੇ ਆਪਾਂ ਇਹ ਕਰਦੇ, ਇੱਕ ਪ੍ਰਸ਼ਾਦਾ ਹੋਰ ਜਿਹੜਾ ਬੱਚੇ ਨੂੰ ਦੇ ਦਿੰਦੇ, ਆਪਾਂ ਅੱਧਾ ਛਕ ਲਾਂਗੇ। ਉਹਨੂੰ, ਉਹ ਫਕੀਰ ਨੂੰ ਉਹ ਵੀ ਪ੍ਰਸ਼ਾਦਾ ਦੇ ਆਏ। ਤੇ ਉਹ ਫਕੀਰ ਨੇ ਫਿਰ ਆਵਾਜ਼ਾਂ ਮਾਰਿਆ, ਕਹਿੰਦਾ ਨਹੀਂ ਯਾਰ, ਤ੍ਰਿਪਤੀ ਨਹੀਂ ਹੋਈ, ਬੜੇ ਦਿਨਾਂ ਦੀ ਭੁੱਖ ਹੈ, ਔਰ ਤੇਰਾ ਛਕ ਕੇ ਬੜੀ ਤ੍ਰਿਪਤੀ ਹੋ ਰਹੀ ਹੈ, ਤੇਰੇ ਹੱਥੋਂ ਛਕ ਕੇ, ਹੋਰ ਹੈ ਤਾਂ ਦੇ ਦੇ। ਕਹਿੰਦੇ ਮਹਾਂਪੁਰਖੋ ਆ ਇੱਕ ਅਖੀਰਲਾ ਪ੍ਰਸ਼ਾਦਾ ਛਕੋ ਤੇ ਆਨੰਦ ਮਾਣੋ। ਭਾਈ ਲਹਿਣਾ ਜੀ ਨੇ ਇਹ ਜਦ ਵਰਤਾਰਾ ਦੇਖਿਆ ਵੀ ਇਹ ਗੁਰੂ ਕੇ ਸਿੱਖ, ਇੰਨਾ ਇਹਨਾਂ ਦੇ ਵਿੱਚ ਸਿਰੜ, ਇਹਨਾਂ ਦੇ ਵਿੱਚ ਤਿਆਗ, ਇਹ ਕੌਣ ਗੁਰੂ ਹੈ ਜਿਨ੍ਹਾਂ ਨੇ ਆਪਣੇ ਸਿੱਖਾਂ ਵਿੱਚ ਇੰਨਾ ਪਰਉਪਕਾਰ ਭਰ ਦਿੱਤਾ ਹੈ। ਤੇ ਉਹਨਾਂ ਦੇ ਅੰਦਰ ਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋਈ, ਵੰਡ ਕੇ ਛਕਿਆ। ਇਸ ਤਰ੍ਹਾਂ ਛਕ ਕੇ ਗੁਰੂ ਸਿੱਖਾਂ ਨੇ ਵੰਡ ਕੇ ਇੱਕ ਮਿਸਾਲ ਪਾਈ। ਇਹ ਤਾਂ ਹੋਈ ਦੂਜਿਆਂ ਨੂੰ ਦਿੱਤੀ। ਇੱਕ ਮਿਸਾਲ ਜਿਹੜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘ ਜਿਹੜੇ ਸੀ ਉਹ ਦਿੱਲੀ ਵਿੱਚ ਕੈਦ ਸਨ, ਉਸ ਵੇਲੇ ਦੀ ਹੈ। ਤੇ ਫਾਰੂਕ ਸਰ ਕਹਿੰਦਾ ਵੀ, ਬਾਦਸ਼ਾਹ ਕਹਿੰਦਾ ਵੀ ਇਹ ਕਿਉਂ ਨਹੀਂ ਡੋਲਦੇ ਪਏ, ਇੰਨੇ ਰੋਜ਼ 100 ਕਤਲ ਕਰੀ ਜਾ ਰਹੇ ਆ, ਇੱਕ ਵੀ ਨਹੀਂ ਮੁਨਕਰ ਹੋ ਰਿਹਾ, ਇੱਕ ਵੀ ਧਰਮ ਤੋਂ ਨਹੀਂ ਆਕੀ ਹੋ ਰਿਹਾ। ਕਹਿੰਦਾ ਨਹੀਂ ਜੀ, ਨਹੀਂ ਮੰਨਦੇ। ਕਹਿੰਦਾ ਕੁਛ ਤਾਂ ਕਰਨਾ ਪਏਗਾ। ਕਹਿੰਦਾ ਕੀ ਕਰੋਗੇ? 4 ਸਿੱਖ ਲੱਭੋ, ਇੱਕ ਬਜ਼ੁਰਗ, ਇੱਕ ਚੰਗੀ ਉਮਰ ਦਾ, ਇੱਕ ਜਵਾਨ ਤੇ ਇੱਕ ਬੱਚਾ। ਉਹਨਾਂ 4 ਨੂੰ ਉਹਨਾਂ ਨੇ ਇੱਕ ਕੋਠੜੀ 'ਚ, ਕਾਲ ਕੋਠੜੀ 'ਚ ਬੰਦ ਕਰ ਦਿੱਤਾ। 5-7 ਦਿਨ ਪ੍ਰਸ਼ਾਦਾ ਨਹੀਂ ਦਿੱਤਾ, ਭੁੱਖੇ ਰੱਖਿਆ। ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰਸ਼ਾਦਾ ਉਹਨਾਂ ਦੇ ਕੋਠੜੀ 'ਚ ਸੁੱਟ ਦਿੱਤਾ, ਛਕ ਲਓ। ਅਤੇ ਜਿਹੜਾ ਪ੍ਰਸ਼ਾਦਾ ਉਹ ਪਹੁੰਚਿਆ, ਜਿਹੜਾ ਸਿਆਣੀ ਉਮਰ ਦਾ ਸਿੰਘ ਸੀ ਉਹਦੇ ਕੋਲ ਪਹੁੰਚਿਆ, ਉਹਨੇ ਪ੍ਰਸ਼ਾਦਾ ਚੱਕ ਕੇ ਬਜ਼ੁਰਗ ਦੇ ਸਾਹਮਣੇ ਰੱਖ ਦਿੱਤਾ। ਬਜ਼ੁਰਗੋ, ਤੁਸੀਂ ਜ਼ਿੰਦਗੀ ਗੁਰਸਿੱਖੀ ਕਮਾਈ ਹੈ, ਤੁਹਾਡੇ ਕੋਲ ਗਿਆਨ ਹੈ, ਤੁਸੀਂ ਜਿਉਂਦੇ ਰਹੋਗੇ ਤਾਂ ਹੋਰ ਕਈਆਂ ਨੂੰ ਤੁਸੀਂ ਗੁਰਸਿੱਖੀ ਦੀ ਦਾਗ ਲਾ ਦਿਓਗੇ, ਪ੍ਰਸ਼ਾਦਾ ਤੁਸੀਂ ਛਕ ਲਓ। ਬਜ਼ੁਰਗ ਕਹਿੰਦੇ ਨਹੀਂ, ਮੇਰੀ ਤਾਂ ਹੁਣ ਵਿਆਹ ਗਈ ਹੈ, ਪਤਾ ਨਹੀਂ ਮੈਂ ਇਹ ਨਾ ਮਾਰੇ ਤਾਂ ਵੈਸੇ ਵੀ ਮੇਰੀ, ਮੈਂ ਦਰਿਆ ਦੇ ਕੰਢੇ ਬਗਲ ਵਾਲੀ ਖੇਡ ਹੈਗੀ ਹੈ ਮੇਰੀ, ਹੈ ਨਾ, ਰੁਖੜਾ। ਅਤੇ ਆਹ ਬੱਚਾ ਜਿਹੜਾ ਹੈ ਨਾ, ਇਹ ਪੰਥ ਦਾ ਸਾਡਾ ਫਿਊਚਰ ਹੈ, ਇਹਨੂੰ ਬਚਾਈਏ ਆਪਾਂ। ਇਹ ਜਦੋਂ ਵੱਡਾ ਹੋਏਗਾ ਇਹ ਪੰਥ ਨੂੰ ਅੱਗੇ, ਪੰਥ ਦੀ ਸੇਵਾ ਕਰੇਗਾ। ਉਹਨਾਂ ਨੇ ਨਿੱਕੇ ਬੱਚੇ ਦੇ ਬੱਚਾ ਕੋ, ਸਾਡੇ ਨਿੱਕੇ ਨਿੱਕੇ ਬੱਚੇ ਵੀ ਇੰਨੇ ਸਿਆਣੇ ਸੀ। ਉਹ ਕਹਿੰਦੇ ਨਹੀਂ ਜੀ, ਮੈਂ ਤਾਂ ਬੱਚਾ, ਮੈਨੂੰ ਕੁਛ ਵੀ ਨਹੀਂ ਪਤਾ, ਮੈਂ ਤਾਂ ਹਲੇ ਬਾਣੀ ਵੀ ਨਹੀਂ ਪੂਰੀ ਜਾਣਦਾ, ਹੈ ਨਾ, ਮੈਨੂੰ ਇੱਥੇ ਕੁਛ ਗਿਆਨ ਵੀ ਨਹੀਂ ਗੁਰਸਿੱਖੀ ਦਾ। ਉਹਨੇ ਆਪਣੇ ਨੌਜਵਾਨ ਵੀਰ ਨੂੰ ਦੇ ਦਿੱਤਾ ਵੀ ਵੀਰ ਤੂੰ ਤਕੜਾ ਹੈਗਾ, ਨੌਜਵਾਨ ਹੈਗਾ, ਅਤੇ ਤੂੰ ਯੁੱਧ ਵੀ ਕਰ ਸਕਦਾ, ਤੂੰ ਛਕ ਲੈ। ਵੀਰ ਨੇ ਘੁਮਾਈ ਪ੍ਰਸ਼ਾਦਾ ਚੱਕ ਕੇ, ਥਾਲ ਜਿਹੜਾ ਸੀਗਾ ਉਹ ਆਪਣੇ ਤੋਂ ਸਿਆਣੇ। ਨਹੀਂ ਕਹਿੰਦੇ ਜੀ, ਤੁਸੀਂ ਹਲੇ ਸਰੀਰ ਪੱਖੋਂ ਵੀ ਨਰੋਏ ਹੈਗੇ ਹੋ, ਤੁਹਾਡੇ ਕੋਲ ਗਿਆਨ ਵੀ ਹੈ, ਤੁਸੀਂ ਜ਼ਿੰਦਗੀ ਦਾ ਵੀ ਤੁਹਾਡੇ ਕੋਲ ਤਜਰਬਾ ਹੈ, ਪ੍ਰਸ਼ਾਦਾ ਤੁਸੀਂ ਛਕੋ। ਹਾਂਜੀ, ਸੋ ਪ੍ਰਸ਼ਾਦਾ ਉਹਨਾਂ ਚਾਹਾਂ ਵਿੱਚ ਹੀ ਘੁੰਮਦਾ ਰਿਹਾ। ਇਹ ਵੰਡ ਕੇ ਛਕਣ ਦੀ ਯੋਗਤਾ ਜਿਹੜੀ ਗੁਰਸਿੱਖਾਂ ਨੂੰ ਮਿਲੀ, ਹੈ ਨਾ, ਵੀ ਆਪਾ ਤਿਆਗਣਾ। ਇਸ ਕਰਕੇ ਜਦੋਂ ਵੰਡ ਕੇ ਛਕਣਾ ਨਾ, ਸਾਡੇ ਚੇਤੇ 'ਚ ਹੀ ਆ ਜਾਏ ਵੀ ਅਸੀਂ ਮਹਾਰਾਜ ਦੇ ਗੁਰੂ ਕੇ ਸਿੱਖ ਹੈਗੇ ਹਾਂ, ਅਤੇ ਅਸੀਂ ਆਪਾ ਤਿਆਗਣਾ ਹੈ। ਹਾਂਜੀ, ਔਰ ਗੁਰੂ ਕੀ ਪੰਥ ਦੀ ਚੜ੍ਹਦੀ ਕਲਾ ਲੋਚਣੀ ਹਰ ਵੇਲੇ। ਦੇਗ ਚਲਾਈ, ਹਾਂਜੀ, ਦੇਗ
ਗੁਰੂ ਕੋਈ ਸਿੱਖਾਂ ਨੇ ਦੇਗ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦੀ ਦੇਗ ਕਿਹਨੇ ਤਿਆਰ ਕੀਤੀ ਸੀਗੀ ਜੀ? ਸਭ ਤੋਂ ਪਹਿਲਾਂ ਪੰਥ ਵਿੱਚ ਕੜਾਹ ਪ੍ਰਸ਼ਾਦੀ ਦੇਗ ਕਦੋਂ ਤਿਆਰ ਹੋਈ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਪਹਿਲੀ ਉਦਾਸੀ 'ਤੇ ਚੱਲਦੇ ਆ ਨਾ ਸੁਲਤਾਨਪੁਰ ਤੋਂ, ਅਤੇ ਸੁਲਤਾਨਪੁਰ ਤੋਂ ਚੱਲਦੇ ਭਾਈ ਮਰਦਾਨਾ ਜੀ ਨੂੰ ਲੈ ਕੇ ਪਹਿਲਾਂ ਮਾਤਾ ਪਿਤਾ ਦਾ ਹਾਂਜੀ ਉਹਨਾਂ ਦਾ ਚਰਨ ਪਰਸਨ ਵਾਸਤੇ ਉਦਾਸੀ ਸ਼ੁਰੂ ਕਰਨ ਤੋਂ ਪਹਿਲੇ ਰਾਏ ਭੋਏ ਕੀ ਤਲਵੰਡੀ ਨੂੰ ਚੱਲਦੇ ਅਤੇ ਇੱਕ ਥਾਂ 'ਤੇ ਬਹੁਤ ਰਮਣੀਕ ਥਾਂ ਮਿਲਦੀ ਹੈ, ਸੋਹਣਾ ਇੱਕ ਢਾਬ ਸੀ, ਉਹਦੇ ਦੁਆਲੇ ਬਹੁਤ ਸੋਹਣੇ ਦਰੱਖਤ ਸੀ, ਉੱਥੇ ਗੁਰੂ ਸਾਹਿਬ ਬੈਠ ਕੇ ਕੀਰਤਨ ਕਰਦੇ ਨੇ, ਭਾਈ ਮਰਦਾਨਾ ਜੀ ਰਬਾਬ ਛੇੜਦੇ ਨੇ ਅਤੇ ਉੱਥੋਂ ਦੀ ਆਸ ਪਾਸ ਦੇ ਜ਼ਿਮੀਂਦਾਰ ਜਿਹੜੇ ਖੇਤਾਂ ਵਿੱਚ ਵਾਹੀ ਕਰ ਰਹੇ ਸੀਗੇ ਉਹ ਗੁਰੂ ਕੀ ਬਾਣੀ ਸੁਣ ਕੇ ਉਹ ਆ ਕੇ ਗੁਰੂ ਦੇ ਚਰਨਾਂ 'ਚ ਬੈਠ ਜਾਂਦੇ ਨੇ। ਬੜਾ ਸੋਹਣੀ ਸਤਸੰਗਤ ਹੁੰਦੀ ਹੈ ਅਤੇ ਮਹਾਰਾਜ ਉਹਨਾਂ ਵਿੱਚ ਇੱਕ ਨੂੰ ਕਹਿੰਦੇ ਨੇ, ਉਹਦਾ ਨਾਮ ਭਾਈ ਤਾਰਾ ਦੱਸਿਆ ਗਿਆ ਇਤਿਹਾਸ ਵਿੱਚ, ਉਹਨੂੰ ਕਹਿੰਦੇ ਆ ਵੀ ਤੂੰ ਜਾ ਕੇ ਨਾ ਉਹਨੂੰ ਕੜਾਹ ਪ੍ਰਸ਼ਾਦੀ ਜੁਗਤ ਦੱਸਦੇ ਤੇ ਹਾਵਲ ਹਾਂਜੀ ਆਟਾ ਘਿਓ ਖੰਡ ਅਤੇ ਚਾਸ਼ ਇਹ ਸਾਰਾ ਚੀਜ਼ਾਂ ਉਹਨੂੰ ਤਰੀਕਾ ਦੱਸਦੇ ਤੂੰ ਇਹ ਤਿਆਰ ਕਰਕੇ ਉਹ ਘਰੋਂ ਆਪਣੇ ਪ੍ਰਸ਼ਾਦ ਕੜਾਹ ਪ੍ਰਸ਼ਾਦ ਬਣਾ ਕੇ ਲਿਆਂਦਾ ਅਤੇ ਗੁਰੂ ਮਹਾਰਾਜ ਜੀ ਉੱਥੇ ਉਸ ਸੰਗਤ ਵਿੱਚ ਵਰਤਾਉਂਦੇ ਨੇ। ਅਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਮਹਾਰਾਜ ਇਸ ਪ੍ਰਸ਼ਾਦ ਵਿੱਚ ਤਾਂ ਬਹੁਤ ਹੀ ਅਗੰਮੀ ਸਵਾਦ ਹੈ, ਕਹਿੰਦੇ ਇਹ ਇੱਥੇ ਹਰ ਵਕਤ ਵਰਤਿਆ ਕਰੇਗਾ। ਉਹ ਗੁਰੂ ਅੰਮ੍ਰਿਤਸਰ ਸਾਹਿਬ ਦੀ ਧਰਤੀ ਸੀਗੀ ਜਿੱਥੇ ਮਹਾਰਾਜ ਨੇ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਸ ਢਾਬ ਨੂੰ ਵੱਡਾ ਕਰਕੇ ਅੰਮ੍ਰਿਤਸਰ ਸਰੋਵਰ ਤਿਆਰ ਕੀਤਾ। ਉੱਥੋਂ ਦੇਗ ਸ਼ੁਰੂ ਹੋਈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਬਲਵੰਡ ਖੀਵੀ ਨੇਕ ਸਨ ਜਿਸ ਬਹੁਤੀ ਸ਼ੌਂ ਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ। ਉਹਨਾਂ ਦੇ ਲੰਗਰ ਵਿੱਚ ਬਹੁਤ ਸਵਾਦਿਸ਼ਟ ਖੀਰ ਵਰਤਾਈ ਜਾਂਦੀ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕਰਤਾ, ਪਹਿਲੇ ਪੰਗਤ ਪਾਛੇ ਸੰਗਤ ਹੈ ਨਾ, ਹੁਕਮ ਹੀ ਕਰਤਾ। ਸੋ ਇਹ ਲੰਗਰ ਦੀ ਸਾਡੀ ਦੇਗ ਚਲਾਉਣ ਦੀ ਜਿਹੜੀ ਪ੍ਰਥਾ ਹੈਗੀ ਹੈ ਇਹ ਸਾਨੂੰ ਮਹਾਰਾਜ ਨੇ ਬਖਸ਼ੀ ਹੈ। ਸਾਨੂੰ ਚੇਤੇ ਰੱਖੀਏ ਵੀ ਅਸੀਂ ਲੰਗਰ ਦੇ ਵਿੱਚ ਜਿਹੜੀ ਸੇਵਾ ਕਰਨੀ ਲੰਗਰ ਦੇ ਹੱਠੀ ਹੁੰਦੇ ਨੇ ਜੀ। ਤੇਗ ਬਹਾਈ, ਤੇਗ ਕਾਹਦੇ ਵਾਸਤੇ ਪਾਉਂਦੇ ਆ ਜੀ? ਗਰੀਬ ਦੀ ਰੱਖਿਆ ਜ਼ਾਲਮ ਦੀ ਭਖਿਆ ਹਾਂਜੀ ਕਿਰਪਾਨ ਹੈ ਸਾਡੀ, ਇਸ ਕਰਕੇ ਦੇਗ ਪਹਿਲਾਂ ਹੈ। ਅਸੀਂ ਰੱਜੇ ਹੋਵਾਂਗੇ ਅਤੇ ਸਾਡੀ ਜਿਹੜੀ ਕਿਰਪਾਨ ਹੈ ਉਹ ਭਲੇ ਵਾਸਤੇ ਉੱਠੇਗੀ। ਜਿਹੜਾ ਆਮ ਕਰਕੇ ਜਿਹੜੇ ਅੰਦਰੋਂ ਨਹੀਂ ਰੱਜੇ ਹੋਏ ਉਹਨਾਂ ਦੀ ਕਿਰਪਾਨ ਨਹੀਂ ਹੁੰਦਾ, ਤਲਵਾਰ ਬਣਦੀ, ਉਹ ਜ਼ੁਲਮ ਕਰਦੇ ਨੇ। ਅਸੀਂ ਦੇਗ ਸਾਡੀ ਚੱਲੀ, ਮਹਾਰਾਜ ਨੇ ਸਾਨੂੰ ਹੈ ਨਾ ਧੁਰ ਤੋਂ ਦੇਗ ਚੱਲਦੀ ਆ ਰਹੀ ਜਿੱਦਾਂ ਸਿੱਖ ਪੰਥ ਸਾਜਿਆ। ਗੁਰੂ ਕਾ ਸਿੱਖ ਕਦੇ ਭੁੱਖਾ ਨਹੀਂ ਰਹਿੰਦਾ ਹਾਂਜੀ, ਰੱਜਿਆ ਹਮੇਸ਼ਾ ਤ੍ਰਿਪਤ ਹੈਗਾ। ਅਤੇ ਉਹ ਇਸ ਕਰਕੇ ਰੱਜਿਆ, ਇਸ ਕਰਕੇ ਉਹਦੀ ਕਿਰਪਾਨ ਹਮੇਸ਼ਾ ਜ਼ਾਲਮ ਦੀ ਭਖਿਆ ਵਾਸਤੇ ਅਤੇ ਮਜ਼ਲੂਮ ਦੀ ਰੱਖਿਆ ਵਾਸਤੇ, ਗਰੀਬ ਦੀ ਰੱਖਿਆ ਵਾਸਤੇ। ਦੇਖ ਕੇ ਅਣ ਡਿੱਠ ਕੀਤਾ, ਇਹ ਬੜਾ ਵੱਡਾ ਇੱਕ ਜੁਗਤ ਸਾਨੂੰ ਮਹਾਰਾਜ ਨੇ ਬਖਸ਼ੀ। ਕਿਸੇ ਨੇ ਕਹਿਤਾ ਦੇਖ ਕੇ ਅਣਡਿੱਠ ਕੀਤਾ, ਜੇ ਕੋਈ ਜ਼ੁਲਮ ਕਰ ਰਿਹਾ ਉਹਨੂੰ ਅਣਡਿੱਠ ਕਰ ਦਿੱਤਾ। ਇਹ ਕਿਹੜਾ ਸਿੱਖੀ ਦੀ ਹਾਂਜੀ, ਇਹਨੂੰ ਹਟਾਓ, ਇਹ ਲਾਈਨ ਨੂੰ ਹਟਾ ਦਿਓ, ਇਹ ਤਾਂ ਸਾਨੂੰ ਗਲਤ ਰਾਹ ਪਾ ਰਹੀ ਹੈ। ਦੇਖ ਕੇ ਅਣਡਿੱਠ ਕੀਤਾ, ਇਹ ਕੀ ਗੱਲ ਕਰਤੀ? ਕੋਈ ਜ਼ੁਲਮ ਕਰ ਰਿਹਾ, ਕੋਈ ਅਤਿਆਚਾਰ ਕਰ ਰਿਹਾ, ਉਸ ਨੂੰ ਅਣਡਿੱਠ ਕਰ ਦਈਏ, ਉਹ ਨਹੀਂ ਹੈ ਭਾਈ। ਉਹ ਤਾਂ ਮਹਾਰਾਜ ਨੇ ਕਹਿਤਾ, ਉੱਪਰ ਸਾਨੂੰ ਤੇਗ ਦੀ ਹੁਕਮ ਕਰ ਹੀ ਦਿੱਤਾ, ਜ਼ਾਲਮ ਦੀ ਭਖਿਆ ਕਰਨੀ ਹੈ। ਇਹ ਹੈਗਾ ਜੀ ਦੂਜਿਆਂ ਦੇ ਔਗੁਣ ਨਹੀਂ ਚਿਤਾਰਨੇ, ਦੇਖ ਕੇ ਅਣਡਿੱਠ ਕਰਨਾ। ਔਰ ਇਹ ਜਿਹੜਾ ਗੁਣ ਹੈ ਜਦੋਂ ਅਸੀਂ ਦੂਜਿਆਂ ਦੇ ਔਗੁਣ ਨਹੀਂ ਚਿਤਾਰਦੇ ਨੇ, ਕਿਉਂਕਿ ਇਹ ਸਾਡਾ ਵਿਸ਼ਾ ਨਹੀਂ ਹੈ, ਦਿਸ ਇਜ਼ ਨਾਟ ਆਵਰ ਅਥੋਰਿਟੀ ਹੈ ਨਾ ਕਿਸੇ ਦੇ ਉੱਤੇ ਜਜਮੈਂਟ ਲਾਉਣਾ। ਇਹ ਕੰਮ ਅਕਾਲ ਪੁਰਖ ਦਾ ਹੈਗਾ, ਉਹਨੇ ਕਰਮਾਂ ਦਾ ਨਿਬੇੜਾ ਕਰਨਾ, ਸਾਡੇ ਕਰਮਾਂ ਦਾ। ਅਸੀਂ ਨਹੀਂ ਕਰਮਾਂ ਦਾ ਨਿਬੇੜੇ ਕਰ ਸਕਦੇ ਅਤੇ ਇਸ ਕਰਕੇ ਕਿਸੇ ਦੇ ਔਗੁਣ ਨਹੀਂ ਚਿਤਾਏ। ਗੁਰੂ ਮਹਾਰਾਜ ਕਹਿੰਦੇ ਔਗੁਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਓ ਬਖਸ਼ ਲਿਆ ਆਖਿਰ ਮਾ। ਉਹ ਤਾਂ ਇੰਨਾ ਬਖਸ਼ਿੰਦਾ, ਔਗੁਣ ਚਿਤਾਰਦਾ ਨਹੀਂ ਹੈ। ਸਾਡੇ ਲੱਖਾਂ ਕੋਟ ਅਸੰਖ ਔਗੁਣ ਇੱਕ ਖਿਣ ਵਿੱਚ ਬਖਸ਼ ਦਿੰਦਾ। ਅਤੇ ਅਸੀਂ ਕੌਣ ਹੋ ਗਏ? ਗੁਰੂ ਕੇ ਸਿੱਖ, ਕਿਸੇ ਦੇ ਔਗੁਣਾਂ ਨੂੰ ਉਛਾਲਣ ਵਾਲੇ। ਪਰ ਅਫਸੋਸ ਸਾਡੀ ਕੌਮ ਵਿੱਚ ਇਸ ਵੇਲੇ ਔਗੁਣਾਂ ਨੂੰ ਉਛਾਲਣ ਦਾ ਬਹੁਤ ਜ਼ਿਆਦਾ ਰਿਵਾਜ਼ ਚੱਲ ਪਿਆ ਅਤੇ ਇਹਨੂੰ ਦੂਜਾ ਰੂਪ ਇਹਦਾ ਖਿਮਾ ਹੈਗਾ। ਜਿਹੜੀ ਔਗੁਣਾਂ ਚਿਤਾਰਨੇ, ਕਿਸੇ ਨੇ ਤੁਹਾਡੇ ਨਾਲ ਵਧੀਕੀ ਕੀਤੀ, ਜਿਹੜੇ ਭਾਈ ਸਾਹਿਬ ਨੇ ਰਾਹ ਦੱਸਿਆ ਸੀਗਾ, ਪਰਸਨਲ ਨਹੀਂ। ਸਾਡਾ ਹਰ ਸੂਖ 'ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਮਾਨ ਵਿੱਚ ਵੀ ਨਹੀਂ ਆਉਣਾ ਅਤੇ ਅਪਮਾਨ ਵਿੱਚ ਵੀ ਨਾ। ਜੇ ਤੁਹਾਡਾ ਕੋਈ ਬਹੁਤ ਮਾਨ ਚੜ੍ਹਾ ਰਿਹਾ, ਤੁਹਾਨੂੰ ਗੁੱਡੀ ਚੜ੍ਹਾ ਰਿਹਾ, ਉਹਨੂੰ ਵੀ ਨਹੀਂ ਮੰਨਣਾ, ਉਹਨੂੰ ਵੀ ਦਰਕਿਨਾਰ ਕਰ ਦੇਣਾ, ਸੁਣ ਕੇ ਅਣਸੁਣਿਆ ਕਰ ਦੇਣਾ, ਅਣਡਿੱਠ ਕਰ ਦੇਣਾ। ਜੇ ਕੋਈ ਤੁਹਾਨੂੰ ਬਹੁਤ ਤੁਹਾਡਾ ਅਪਮਾਨ ਕਰ ਰਿਹਾ, ਉਹਨੂੰ ਵੀ ਜਰ ਲੈਣਾ ਹੈ ਨਾ। ਅਤੇ ਇਹ ਹੈਗਾ ਮਹਾਰਾਜ ਕਬੀਰ, ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ, ਜਹਾਂ ਲੋਭ ਤਹਾਂ ਕਾਲ ਹੈ, ਜਹਾਂ ਖਿਮਾ ਤਾਂ ਆਪ। ਜਿੱਥੇ ਖਿਮਾ ਹੈਗੀ ਨਾ ਉੱਥੇ ਆਪ ਹੈ, ਕਿਉਂਕਿ ਉਹ ਖਿਮਾ ਵਾਲਾ ਬਖਸ਼ਿੰਦਾ। ਉਹਦੀ ਖਿਮਾ ਜਿਹੜੀ ਉਹਦਾ ਗੁਣ ਹੈ, ਵੱਡਾ ਗੁਣ ਹੈ। ਜਿੱਥੇ ਖਿਮਾ ਹੈ ਉੱਥੇ ਸਮਝ ਲਓ ਅਕਾਲ ਪੁਰਖ ਆਪ ਵਸ ਰਿਹਾ ਤੁਹਾਡੇ ਅੰਦਰ। ਸੋ ਖਿਮਾ ਦਾ ਗੁਣ ਸਾਡੇ ਵਾਸਤੇ ਅਣਡਿੱਠ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ। ਇਸ ਔਗੁਣ ਦੇ ਨਾਲ ਨਾ ਸਾਡੇ ਜਦੋਂ ਅਸੀਂ ਇਹ ਖਿਮਾ ਦਾ ਗੁਣ, ਅਣਡਿੱਠ ਕਰਨ ਦਾ ਗੁਣ ਅਸੀਂ ਜੇ ਧਾਰਨ ਕਰ ਲੈਂਦੇ ਹਾਂ ਨਾ, ਸਾਡੇ ਕਈ ਗੁਣ ਸੁਤੇ ਸਿੱਧ ਖਤਮ ਹੋ ਜਾਣਗੇ। ਨਿੰਦਾ ਸਾਡੀ ਖਤਮ ਹੋ ਜਾਏਗੀ, ਸਾਡਾ ਈਰਖਾ ਖਤਮ ਹੋ ਜਾਏਗੀ, ਸਾਡਾ ਵੈਰ ਵਿਰੋਧ ਖਤਮ ਹੋ ਜਾਏਗਾ।
ਜਦੋਂ ਤੁਸੀਂ ਅਣਡਿੱਠ ਕਰਨਾ ਸ਼ੁਰੂ ਕਰ ਦਿੱਤਾ। ਇੱਥੋਂ ਜਦੋਂ ਅਸੀਂ ਕਿਸੇ ਦਾ ਔਗਣ ਚਿਤਾਰਦੇ ਉੱਥੋਂ ਹੀ ਅਸੀਂ ਨਿੰਦਾ ਸਾਡੀ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਔਗਣ ਚਿਤਾਰਦੇ ਉਦੋਂ ਹੀ ਸਾਡੇ ਵੈਰ ਵਿਰੋਧ ਬਣਦੇ ਨੇ, ਉਦੋਂ ਹੀ ਸਾਡੇ ਈਰਖਾ ਬਣਦੀ ਹੈ। ਹਾਂਜੀ, ਇਹ ਅਣਡਿੱਠ ਕਰਕੇ ਜਿਨ੍ਹਾਂ ਨੇ ਅਣਡਿੱਠ ਕੀਤਾ, ਇਸ ਕਰਕੇ ਸਾਨੂੰ ਚੇਤੇ ਕਰਨਾ ਹੈਗਾ ਪੰਥਕ ਇਕਸੁਰਤਾ ਲਈ, ਪੰਥ ਦੀ ਏਕਤਾ ਲਈ ਬਹੁਤ ਜ਼ਰੂਰੀ ਹੈ। ਆਪਣੇ ਗੁਰ ਭਾਈ ਦੇ ਔਗਣ ਨਹੀਂ ਚਿਤਾਰਨੇ। ਇਹਦੇ ਵਿੱਚ ਇੱਕ ਸਾਖੀ ਬੜੀ ਪਿਆਰੀ ਹੈਗੀ ਹੈ। ਬਾਬਾ ਵੀਰ ਸਿੰਘ ਨੌਰੰਗਾਬਾਦੀ, ਉਹਨਾਂ ਕੋਲ 5000 ਘੋੜ ਸਵਾਸ ਅਤੇ ਤੋਪਾਂ ਅਤੇ ਬੰਦੂਕਾਂ ਹਰ ਵੇਲੇ ਤਿਆਰ ਹੁੰਦੀਆਂ ਸੀ। ਬਹੁਤ ਵੱਡਾ ਡੇਰਾ ਸੀਗਾ ਅਤੇ ਕਈ ਹਜ਼ਾਰ ਲੋਕਾਂ ਦਾ ਪ੍ਰਸ਼ਾਦਾ ਡੇਲੀ ਤਿਆਰ ਹੁੰਦਾ ਸੀ, ਲੰਗਰ ਤਿਆਰ ਹੁੰਦਾ ਸੀਗਾ। ਅਤੇ ਅਜੀਤ ਸਿੰਘ ਸੰਧਾਵਾਲੀ ਹੈ ਜਿਹੜਾ ਉੱਥੋਂ ਨਿਕਲ ਕੇ ਖਾਲਸਾ ਰਾਜ ਦਰਬਾਰ 'ਚੋਂ ਨਿਕਲ ਕੇ ਅੰਗਰੇਜ਼ਾਂ ਕੋਲ ਚਲਾ ਗਿਆ ਸੀਗਾ। ਜਦੋਂ ਮਹਾਰਾਜਾ ਦੀ ਡੈਥ ਹੋ ਜਾਂਦੀ ਹੈ, ਚੜ੍ਹਾਈ ਕਰ ਜਾਂਦੇ ਮਹਾਰਾਜਾ ਰਣਜੀਤ ਸਿੰਘ, ਅਤੇ ਉਸ ਤੋਂ ਬਾਅਦ ਹੋਰ ਬਹੁਤ ਕੁਛ ਵਾਪਰਦਾ, ਉਹ ਵਾਪਸ ਕਿਉਂਕਿ ਉਹ ਅੰਗਰੇਜ਼ਾਂ ਕੋਲ ਉਹਦੇ ਕੋਲ ਨਹੀਂ ਬਚ ਰਿਹਾ ਜਾ ਰਿਹਾ ਸੀ, ਉਹ ਬਾਬਾ ਵੀਰ ਸਿੰਘ ਨੌਰੰਗਾਬਾਦ ਦੇ ਡੇਰੇ ਆ ਜਾਂਦੇ ਨੇ। ਅਜੀਤ ਸਿੰਘ ਸੰਧਾਵਾਲੀ ਹੈ। ਅਤੇ ਜਦੋਂ ਧਿਆਨ ਸਿੰਘ ਡੋਗਰੇ ਨੂੰ ਪਤਾ ਲੱਗਦਾ ਵੀ ਉੱਥੇ ਅਜੀਤ ਸਿੰਘ ਸੰਧਾਵਾਲੀ ਆ ਗਿਆ, ਅਤੇ ਉਹਨਾਂ ਨੇ ਖਾਲਸਾ ਫੌਜਾਂ ਨੂੰ ਉਕਸਾਇਆ ਵੀ ਦੇਖੋ ਜਿਹੜਾ ਖਾਲਸਾ ਦਰਬਾਰ ਦਾ ਦੁਖੀ ਹੈ ਉਹ ਵੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਵਿੱਚ ਬੈਠਾ, ਉਹਨੂੰ ਆਪਾਂ ਫੜ ਕੇ ਲਿਆਈਏ। ਖਾਲਸਾ ਫੌਜਾਂ ਉਹ ਤੁਰ ਪਈਆਂ ਨਾਲ, ਹੈ ਨਾ। ਜਦੋਂ ਤੁਰ ਪਈਆਂ ਉਹਨੇ ਜਾ ਕੇ ਡੇਰੇ ਨੂੰ ਘੇਰਾ ਪਾ ਲਿਆ, ਅਤੇ ਅੰਦਰ ਜਦੋਂ ਪਤਾ ਲੱਗਿਆ ਵੀ ਘੇਰਾ ਪੈ ਗਿਆ, ਤੋਪਾਂ ਦੇ ਨਾਲ ਬੰਦੂਕਾਂ ਨਾਲ ਲੈਸ ਬਹੁਤ ਵੱਡੀ ਫੌਜ ਨੇ ਘੇਰਾ ਪਾ ਲਿਆ। ਅਤੇ ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਉਹਨਾਂ ਦੇ ਸੇਵਕ ਕਹਿੰਦੇ ਵੀ ਬਾਬਾ ਜੀ ਮੁਕਾਬਲੇ ਵਾਸਤੇ ਤਿਆਰੀ ਕਰੀਏ। ਕਹਿੰਦੇ ਨਹੀਂ, ਕਹਿੰਦੇ ਮਹਾਰਾਜ ਉਹ ਚੜ੍ਹ ਕੇ ਆ ਗਏ ਸਾਡੇ 'ਤੇ, ਤੋਪਾਂ ਲੈ ਆਏ ਨੇ, ਤੋਪਾਂ ਪੀੜ ਦਿੱਤੀਆਂ ਨੇ, ਕੱਖ ਵੀ ਨਹੀਂ ਰਹਿਣਾ ਡੇਰੇ ਦਾ। ਕਹਿੰਦੇ ਨਹੀਂ। ਕਹਿੰਦੇ ਕਿਉਂ? ਕਹਿੰਦੇ ਸਾਡੇ ਗੁਰੂ ਭਾਈ ਨੇ ਭੁੱਲੇ ਹੋਏ ਨੇ। ਅੱਜ ਭੁੱਲੇ, ਜਦੋਂ ਚੇਤਾ ਆ ਜਾਏਗਾ ਨਾ ਉਹਨੂੰ ਕਿਤੇ, ਉਹਨਾਂ ਨੂੰ ਸਮਝ ਆ ਜਾਏਗੀ, ਉਹ ਫਿਰ ਇਸ ਦਾ ਪਛਤਾਤਾਪ ਕਰ ਲੈਣਗੇ। ਜੇ ਆਪਾਂ ਅੱਜ ਬਰਾਬਰ ਦਾ ਮੁਕਾਬਲਾ ਕਰ ਲਿਆ ਅਤੇ ਫਿਰ ਅਸੀਂ ਪੰਥ ਦਾ ਜਿਹੜਾ ਹੈ ਨਾ ਉਹ ਬਖੇੜਾ ਖੜ ਲਾਂਗੇ, ਪੰਥ ਅਸੀਂ ਵੰਡ ਲਵਾਂਗੇ। ਅਸੀਂ ਗੁਰੂ ਭਾਈ ਦੇ ਉੱਤੇ ਅਸੀਂ ਬੰਦੂਕ ਨਹੀਂ ਚਲਾਉਣੀ, ਗੁਰੂ ਭਾਈ ਦੇ ਉੱਤੇ ਗੋਲੀ ਨਹੀਂ ਚਲਾਉਣੀ, ਹੱਥ ਉਸ ਉਹਦੇ ਨਾਲ ਉਹ ਕਰਦਾ ਕਰ ਲਵੇ। ਔਰ ਹੋਇਆ ਹੀ, ਉਹਨਾਂ ਨੇ ਬੰਦੂਕਾਂ ਚਲਾਈਆਂ, ਤੋਪਾਂ ਦੇ ਗੋਲੇ ਲਾ ਕੇ, ਅਤੇ ਬਾਬਾ ਵੀਰ ਸਿੰਘ ਨੌਰੰਗਾਬਾਦ ਵੀ ਸ਼ਹੀਦ ਹੋਏ। ਬਹੁਤ ਸਾਰੇ ਸਿੱਖ ਸ਼ਹੀਦ ਹੋਏ ਉਹਦੇ ਵਿੱਚ, ਉਹਨਾਂ ਦੇ ਡੇਰੇ ਵਿੱਚ। ਪਰ ਜਦੋਂ ਖਾਲਸਾ ਫੌਜਾਂ ਨੂੰ ਪਤਾ ਲੱਗਿਆ ਨਾ ਵੀ ਇਹ ਸਾਡੇ ਨਾਲ ਧੋਖਾ ਹੋਇਆ, ਅਤੇ ਧਿਆਨ ਸਿੰਘ ਜਿਹੜਾ ਡੋਗਰਾ ਹੈ ਉਹ ਬਹੁਤ ਸਾਰਾ ਖਜ਼ਾਨਾ ਲੈ ਕੇ ਕਸ਼ਮੀਰ ਨੂੰ ਤੁਰ ਪਿਆ ਸੀ, ਅਤੇ ਇਸ ਖਾਲਸਾ ਫੌਜਾਂ ਨੇ ਰਾਹ 'ਚ ਘੇਰ ਕੇ ਉਹਨੂੰ ਮਾਰ ਮੁਕਾਇਆ, ਅਤੇ ਨਾਲੇ ਉਹ ਸਾਰਾ ਖਜ਼ਾਨਾ ਵਾਪਸ ਲੈ ਕੇ ਜਿਹੜਾ ਉਹਨਾਂ ਤੋਂ ਪਾਪ ਹੋਇਆ ਸੀ ਉਹਦਾ ਉਹਨਾਂ ਨੇ ਪਛਤਾਤਾਪ ਕੀਤਾ। ਸੋ ਜੇ ਅਸੀਂ ਮੌਕਾ ਦੇ ਦਈਏ, ਜੇ ਅਸੀਂ ਇੱਕ ਵਾਰ ਕਿਸੇ ਦੇ ਕਹੇ ਦਾ ਅਸੀਂ ਬਰਾਬਰ ਜਵਾਬ ਦੇ ਤਾ, ਫਿਰ ਸਾਡੇ ਕੋਲ ਰਾਹ ਨਹੀਂ ਰਹਿੰਦਾ ਵੀ ਅਸੀਂ ਦੁਬਾਰਾ ਕਿਤੇ ਸੁਲ੍ਹਾ ਹੋ ਜਾਏਗੀ। ਫਿਰ ਉਹ ਪਾੜਾ ਵੱਧਦਾ 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 ਜਾਂਦਾ। ਮੈਂ ਬੋਲਿਆ, ਉਹਨੇ ਬੋਲਿਆ, ਮੈਂ ਬੋਲਿਆ, ਬੋਲਦੇ ਬੋਲਦੇ ਸਾਡੇ ਵਿੱਚ ਆਪਸ ਵਿੱਚ ਇੰਨਾ ਮਨ ਮੁਟਾਵ ਹੋ ਜਾਏਗਾ ਵੀ ਅਸੀਂ ਬੋਲਣ ਜੋਗੇ ਵੀ ਨਹੀਂ ਰਹਾਂਗੇ। ਜੇ ਇੱਕ ਖਿਮਾ ਕਰਦਾ ਹੈ ਤਾਂ ਦੂਜੇ ਨੂੰ ਕਿਸੇ ਵੇਲੇ ਚੇਤਾ ਆ ਜਾਏਗਾ ਮੈਂ ਇਹਦੇ ਨਾਲ ਵਧੀਕੀ ਕੀਤੀ ਸੀ, ਮੈਨੂੰ ਨਹੀਂ ਐਸਾ ਕਰਨਾ ਚਾਹੀਦਾ, ਔਰ ਫਿਰ ਦੁਬਾਰਾ ਪਿਆਰ ਬਣ ਸਕਦਾ ਹੈ। ਚਾਂਸ ਹੈਗਾ, ਨਾ ਬਣੇ ਗੁਰੂ ਦੇ ਭਾਣੇ 'ਚ ਅਲੱਗ ਗੱਲ ਹੈਗੀ, ਪਰ ਇੱਕ ਗੁਰੂ ਦਾ ਸਿੱਖ ਹੈ ਉਹ ਇਹ ਵਾਲਾ ਦਿਲ ਜ਼ਰੂਰ ਰੱਖੇ, ਦੇਖ ਕੇ ਅਣਡਿੱਠ ਕਰਨ ਦਾ ਜਿਹੜਾ ਹੁਕਮ ਹੈਗਾ। ਅੱਜ ਕੱਲ੍ਹ ਤਾਂ ਇੰਨਾ ਕੁ ਹੋ ਗਿਆ ਵੀ ਸਾਡੀ ਕੌਮ ਵਿੱਚ ਨਾ, ਸਾਡੇ ਪੰਜਾਬੀ ਸੱਭਿਆਚਾਰ ਵਿੱਚ ਨਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ, ਇਹ ਸਾਡਾ ਅਖਾਣ ਸੀਗਾ। ਅਸੀਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਮੰਨਦੇ ਸੀਗੇ ਸਾਡੇ ਪਰਿਵਾਰਾਂ ਵਿੱਚ। ਅੱਜ ਕੀ ਹੋ ਰਿਹਾ, ਜੇ ਮੇਰਾ ਕਿਸੇ ਅੱਜ ਇੱਕ ਦਾ ਕਿਸੇ ਨਾਲ ਦੂਜੇ ਨਾਲ ਵੈਰ ਹੈ, ਉਹ ਉਹਨਾਂ ਦੀ ਧੀਆਂ ਭੈਣਾਂ ਦੀ ਵੀ ਕੋਈ ਗਲਤੀ ਲੱਭਦਾ ਨਾ, ਉਹਨੂੰ ਵੀ ਉਛਾਲ ਕੇ ਪਬਲਿਕ ਕਰ ਦਿੰਦਾ। ਪਬਲਿਕ ਜਾ ਰਿਹਾ ਸੀ, ਵੈਬਸਾਈਟਸ ਬਣ ਗਈਆਂ ਨੇ, ਪੇਜਿਸ ਬਣ ਗਏ ਜਿੱਥੇ ਧੀਆਂ ਭੈਣਾਂ ਦੀਆਂ ਗੱਲਾਂ ਛੱਡੀਆਂ ਜਾ ਰਹੀਆਂ ਨੇ। ਵਾਹਿਗੁਰੂ, ਨਿਸ਼ਾਨਾ ਕੋਈ ਹੋਰ ਹੈ ਅਤੇ ਧੀਆਂ ਭੈਣਾਂ ਗਲਤੀਆਂ ਕਿਤੋਂ ਨਹੀਂ ਹੁੰਦੀਆਂ। ਵਾਹਿਗੁਰੂ ਵਾਹਿਗੁਰੂ। ਸੋ ਬਚੀਏ ਜੀ ਇਹਨਾਂ ਚੀਜ਼ਾਂ ਤੋਂ, ਦੇਖ ਕੇ ਅਣਡਿੱਠ ਕਰਨ ਵਾਲਾ ਗੁਣ ਅਸੀਂ ਆਪਣੇ ਅੰਦਰ ਧਾਰਨ ਕਰੀਏ, ਅਤੇ ਗੁਰੂ ਦੀ ਖੁਸ਼ੀਆਂ ਸਾਡੇ ਨਾਲ ਨੇ। ਪੰਥਕ ਇਕਸੁਰਤਾ ਬਣੀ ਰਹੇਗੀ। ਸਮਾਂ ਮੇਰੇ ਖਿਆਲ 'ਚ ਆਪਾਂ ਨੇੜੇ ਹੈਗੇ ਹਾਂ, ਥੋੜ੍ਹਾ ਜਿਹਾ ਲੇਟ ਹੋਏ ਸੀਗੇ, ਅਤੇ ਮੈਂ 5-7 ਮਿੰਟ ਉੱਪਰ ਲੈ ਲਾਂਗਾ 11:15 ਤੋਂ, ਜੇ ਆਪ ਜੀ ਦਾ ਹੁਕਮ ਹੋਵੇ। ਜਿਨ੍ਹਾਂ ਸਿੰਘਾਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ। ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਤਨ ਚਿਰਾਏ ਗਏ। ਪਹਿਲਿਆਂ ਨੇ ਕਟਾਏ, ਲੋਹਾਈਆਂ 'ਤੇ ਚੜ੍ਹੇ,
उधर आ गया चीरे गए। हुण पहले दिन देखिए जरा बंद बंद कटाए, खोपरियां लोहाइयां ते चरखड़ियां ते चढ़े। बंद बंद किन्ना कटाए सीगे जी? भाई मनी सिंह जी। भाई मनी सिंह जी उन्हां दा जीवन की सीगा? वो गुरु घर विच ही रहिंदे सीगे, है ना। उन्हां दा जीवन गुरु घर विच सीगा। उन्हां ने उन्हां दा जिहड़ी उपजीविका जिहड़ा प्रशादा पानी गुरु घर की सेवा करदे सी, उत्थों ही उन्हां नूं ओहदा अज दा साडा बदल की हो गया? गुरु के टहलिए, गुरुद्वारिया भी सेवा करने वाले। अज देखिए जे वो वेले गुरु का टहलिया जिहड़ा हैगा गुरंथी सिंह जिहड़ा है, वो जदों गुरमत ते आई गल उन्हें बंद बंद कटा लए। अज साडे गुरु के टहलिए उन्हां दा किरदार कितना डाउन जा रहा है ना, आपां देखदे पे। सानूं बड़ा दुख हुंदा है। ऐसा कोई बिरला ही निखरदा है जिहड़ा धर्म ते खड़े। पिछले दिन ही एक गुरु ग्रंथी सिंह ने कितने हरियाणे दे विच कोई पिंड हैगा रोडे शाह दे उत्ते समाध लगी, तो उत्थे इधर अखंड पाठ होया, दीवान सजो, तो रोडे शाह की फकीर दे उत्ते शराब चढ़ाई जा रही है। उन्हें दरबार विच बैठ के उन्होंने लानतां पाईयां प्रबंधकां नूं भी तुसीं की करदे पे हो, तुसीं इत्थे गुरु साहिब कहंदे कल्ले बिठाए, उत्थे तुसीं आप मनमत करदे पे हो। हुण रस्मी तुसीं जदों गुरु साहिब जाणगे उदों ते फुल्लां दी वर्खा करोगे, 3 दिन कोई इत्थे ढुकिया नहीं। उन्हें बड़ियां लानतां पाईयां। होया कि जी एक ने स्टैंड लेता, उन्होंने नौकरियों बर्खास्त कर दिता, नौकरी कट दिता। उन्हें मनमत रोकने की कोशिश की थी, पर वो गुरु का सिख बंद बंद कटाए वाली कैटेगरी में आ गया। ठीक है, उन्हें अपने परिवार की रिजक की परवाह नहीं की तो गुरमत ते पहरा दिता। खोपड़ियां लोहाइयां, किन्हां लोहाई सी खोपड़ियां जी? भाई तारू सिंह जी। की करते सीगे? खेतीबाड़ी। किरती सिंह सीगे। अज दे किरती सिंह जे किथे पंथ की भीड़ आ जाए, असीं कहने यार नौकरी ना चली जाए, है ना, या मेरा फलाना नुकसान ना हो जाए, इस करके चुप ही रहो, है ना। किरती सिंघां विच ऐसा कंप्रोमाइज़ असीं करन लग पे हैं। जे गुरमत दे उत्ते असीं गुरु का सिंह जब गुरमत की गल आनी है ना, उत्थे पैरा पक्का ही हैगा। फिर अगे खब्बे सज्जे नहीं देखना, ये गुरु वाल टेक होनी चाहिए है। इस करके बंद बंद कटाए खोपड़ियां लोहाइयां ने असीं याद करते हैं। चरखड़ियां ते चढ़े। कौन चढ़े सीगे जी? शाहबाज सिंह। कौन सीगे? मुलाजम सीगे लाहौर दरबार दे मुलाजम। अज सरकारी मुलाजमा करते, नौकरियां करते सिखां दे हाल देखो। जदों ऑपरेशन ब्लू स्टार वास्ते साइन होंदा ना, तो देश का जिहड़ा प्रेजिडेंट है वो ऑर्डर करता है। जदों दरबार साहब ते फौजां चढ़ के गई तो कौन सीगा? कहण नूं सिख सीगा ज्ञानी जैल सिंह। उन्होंने अपनी पदवी ज़्यादा प्यारी रह गई। वो तो ये नहीं होया भी मैं ये साइन नहीं करता, किसी होर तो करा लो। बूटा सिंह वो नाल रल गया। हाँ जी, कहण नूं सिख सीगे, वो KPS गिल भी सिख सीगा। ये नौकरियां दे लोभ विच इन्हां ने अपने पंथ दे नाल ही दगा धरो कमाया। असीं भी बहुत बार जिहड़ियां असीं नौकरियां बचाउण वास्ते असीं कई बार कंप्रोमाइज़ कर जाते हैं, है ना। असीं धर्म के उत्ते असीं ਉਹਦੇ ਨਾਲ ਕੰਪਰੋਮਾਈਜ਼ कर जाते, सिद्धांत के उत्ते असीं कंप्रोमाइज़ कर जाते, कोई गल नहीं, है ना। नहीं, सिद्धांत साडा अटल है। गुरु की खुशियां तां ने जे असीं टिके रहांगे, और जिहड़े गुरु के हुक्मां ते टिकदे ने उन्हां नूं पंथ याद करदा है। हाँ जी, तो जे उस वेले जिन्हां ने अस्तीफे दिते, चाहे खुशवंत सिंह जिहड़ा वो नास्तिक सीगा, धर्म नूं नहीं मनदा सीगा, पर उन्हें उहदे ऑपरेशन ब्लू स्टार दे विरोध विच अपना पद्मश्री वापस किया, तो उन्होंने पंथ उन्होंने धन्नवाद कहता है ना, भी तू हा दा नारा तो मारिया। तो इधरों जिहड़े कहते अपने आप को ज्ञानी कहांदे, वो पंथ के विरुद्ध खड़े हो गए। सो इस करके इन्हों चेते करते हैं असीं भी जिहड़ी जिहड़ी किरत विच जे तुसीं गुरु के घर विच भी सेवा कर रहे हो, उत्तों तुसीं उपजीविका आ रही है, तुहाडा जिहड़ा फर्ज हैगा वो गुरु के प्रति तुहाडा समर्पण पूरा चाहिए। जे तुसीं किरत करते हो तां भी तुहाडी समर्पण गुरु प्रति चाहिए हैगा। किरत का कोई नुकसान जो भाई लखी शाह वनजारा उस वेले दे सब तो वड्डे धनाड़ सी। अजकल के जिहड़े अडानी अंबानी ने ना, उस तरह के उन्होंने रुतबा सीगा। उन्होंने बड़े बड़े सेंटर सीगे जिथे उन्होंने कई कई हज़ारां के उन्होंने गड्डियां के काफले चलते सीगे। दिल्ली तो लैके पेशावर तक, उधरों बंगाल तक उन्होंने सप्लाई जाती सी। मुगल दरबार के घोड़ियां के फौजी अस्त्र शस्त्रां के वड्डे सप्लाई सी, ठेकेदार सीगे। जदों गुरु की गल आई तो उन्होंने सब कुछ दात ते लाता। उन्होंने सारा परिवार शहीद होया, तो उन्होंने अगों की जिन्नी भी उन्होंने उत्थे जिहड़े इस वेले रायसीना जिहड़ा पिंड जगह हैगी ना, जिथे पार्लीमेंट बनी है, जिथे राष्ट्रपति भवन बनया, जिथे साडा रकाबगंज साहब गुरुद्वारा, उस आस पास की यह करीब 50-60 एकड़ 100 एकड़ की जगह ये भाई लखी शाह बंजारा जी की अपनी मलकीयत सी, जिहड़ी उस वेले मुगलों ने कुरक कर ली। तो बाबा बघेल सिंह ने जदों दिल्ली फतेह की, वो तो फर्क सियार तो उन्होंने तो अपने
ਤੇਗ ਦੇ ਜ਼ੋਰ ਨਾਲ ਦੁਬਾਰਾ ਪੰਥ ਦੇ ਨਾਂ ਲਵਾਈ, ਅਤੇ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ। ਅਤੇ ਸਾਡੇ ਉਦੋਂ ਦੇ ਸਰਦਾਰ ਬਹਾਦਰ ਜੋ ਗੋਰਿਆਂ ਨੇ ਮੰਗੀ, ਉਹਨਾਂ ਨੇ ਉਹ ਜਾ ਕੇ ਬਾਰਡਰ ਦੇ ਉੱਤੇ ਥਾਂ ਲੈ ਲਈ, ਅਤੇ ਉਹ ਸਾਰੀ ਸਾਰੀ ਪ੍ਰਾਈਮ ਲਗਾ ਨਵੀਂ ਦਿੱਲੀ ਬਣਾਉਣ ਵਾਸਤੇ ਅੰਗਰੇਜ਼ਾਂ ਨੂੰ ਦੇਤੀ, ਜਿਹੜੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਾਂ 'ਤੇ ਸੀਗੀ। ਇਹ ਸਾਰੀ ਜਗ੍ਹਾ ਪਾਰਲੀਮੈਂਟ ਹਾਊਸ, ਪ੍ਰੈਜ਼ੀਡੈਂਟ ਹਾਊਸ, ਸੁਪਰੀਮ ਕੋਰਟ, ਇਹ ਸਾਰੀ ਜਗ੍ਹਾ ਇਸ ਰਾਇਸੀਨਾ ਪਿੰਡ ਦੇ ਨਾਂ 'ਤੇ ਸੀਗੀ। ਔਰ ਗੁਰਦੁਆਰਾ ਰਕਾਬਗੰਜ ਦੀ ਮਲਕੀਅਤ ਸੀਗੀ, ਬਦੌਲਤ ਉਹਨਾਂ ਦੇ ਆਈ ਸੀਗੀ ਭਾਈ ਲੱਖੀ ਸ਼ਾਹ ਬੰਜਾਰਾ ਦੀ ਮਲਕੀਅਤ, ਜਿਹੜੀ ਮੁਗਲਾਂ ਨੇ ਕੁਰਕ ਕੀਤੀ। ਭਾਈ ਬਘੇਲ ਸਿੰਘ ਜੀ ਨੇ ਉਹ ਮੁਗਲਾਂ ਤੋਂ ਵਾਪਸ ਲੈ ਕੇ ਗੁਰਦੁਆਰੇ ਦੇ ਨਾਂ 'ਤੇ ਲਵਾਈ, ਅਤੇ ਸਾਡੇ ਸਰਦਾਰ ਬਹਾਦਰਾਂ ਨੇ ਇੱਕ ਸਰਦਾਰ ਬਹਾਦਰ ਦਾ ਖਿਤਾਬ ਲੈਣ ਵਾਸਤੇ ਮੁਗਲਾਂ ਨੂੰ ਦੇਤਾ। ਸੋ ਇਹ ਚਾਕਰੀਆਂ ਕਰਦੇ ਆ, ਜੇ ਚਕਰੈਲ ਸਿੱਖ ਵੀ ਹੈਗੇ ਆ, ਅਤੇ ਅਸੀਂ ਕਿਰਤੀ ਵੀ ਹੈਗੇ ਆ ਸਾਡਾ ਗੁਰੂ ਪ੍ਰਤੀ। ਇਸ ਕਰਕੇ ਇਹ ਸਾਰੇ ਅਸੀਂ ਸਿੱਖਾਂ ਨੂੰ ਯਾਦ ਕਰਦੇ ਹਾਂ। ਇਸ ਤੋਂ ਅੱਗੇ ਥੋੜ੍ਹਾ ਤੇ ਜਲਦੀ ਚੱਲਦੇ ਹਾਂ ਜੀ। ਹਾਂਜੀ, ਗੁਰਦੁਆਰਿਆਂ ਲਈ ਸੇਵਾ ਕੀਤੀ। ਹਾਂਜੀ, ਇੱਥੇ ਗੁਰਦੁਆਰਿਆਂ ਵਿੱਚ ਹਾਨੀ ਹੋਵੇ ਉੱਥੇ ਅਸੀਂ ਕੁਰਬਾਨੀਆਂ ਵੀ ਦੇਣੀਆਂ ਪੈਣ ਤਾਂ ਦੇਣੀਆਂ ਪੈਣਗੀਆਂ ਸਾਨੂੰ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸਵਾਸਾਂ ਨਾਲ ਤਾਂ ਕਿਹਾ, ਕੇਸਾਂ ਨਾਲ ਕੀ ਜੀ? ਕੇਸਾਂ ਦਾ ਵੀ ਸਵਾਲ ਆਇਆ, ਜੋ ਕੇਸ ਛੱਡ ਦੇ, ਤੇਰੇ ਕੇਸ ਕਤਲ ਕਰ ਦਿੰਦੇ, ਉਹਨਾਂ ਕਹਿ ਨਹੀਂ, ਕੇਸ ਦੇ ਨਾਲ ਹੀ ਨਿਭਣਗੇ, ਹੈ ਨਾ। ਅਤੇ ਕੇਸਾਂ ਸਵਾਸਾਂ ਸੰਗ ਨਿਭਾਈ। ਅਤੇ ਸਿੱਖੀ ਜਿਹੜੀ ਹੈ ਸਾਡੀ ਸਵਾਸ, ਇੱਕ ਕੇਸ ਸਾਡਾ ਸਿੱਖੀ ਦੇ ਪ੍ਰਤੀ ਹੈਗਾ, ਔਰ ਇੱਕ ਕੇਸ ਦੇ ਸਾਡਾ ਸਤਿਕਾਰ ਹੈ ਗੁਰੂ ਦੀ ਦਾਤ ਜਾਣ ਕੇ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਸਰਬੱਤ ਗੁਰਦੁਆਰਿਆਂ ਦਾ 5 ਤਖ਼ਤਾਂ ਦਾ ਅਸੀਂ ਧਿਆਨ ਧਰਦੇ ਹਾਂ। ਧਿਆਨ ਧਰ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਨੂੰ ਅਸੀਂ ਚੇਤੇ ਕਰਨਾ ਹੈ। ਉੱਥੇ ਜੋ ਅਕਾਲ ਪੁਰਖ ਦੀ ਕਲਾ ਵਰਤ ਰਹੀ ਹੈ, ਉੱਥੇ ਜੋ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ, ਉਹਨੂੰ ਚੇਤੇ ਕਰਨਾ, ਉਹਦਾ ਧਿਆਨ ਧਰਨਾ ਹੈ। ਇਮਾਰਤਾਂ ਦਾ ਧਿਆਨ ਨਹੀਂ ਧਰਨਾ ਜੀ। ਹਾਂਜੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਹਾਂਜੀ, ਇਹਦੇ ਉੱਤੇ ਹੁਣ ਕਈ ਵਾਰ ਕਹਿ ਦਿੰਦੇ ਹਾਂ ਵੀ ਖਾਲਸੇ ਨੂੰ, ਜਿੱਥੇ ਖਾਲਸਾ ਹੋਵੇ ਉਹਦੇ ਵਾਸਤੇ ਉਹਦੀ ਰੱਛਿਆ ਹੋਵੇ, ਉਹਦੀ ਰਿਆਇਤ ਹੋਵੇ। ਪਰ ਖਾਲਸਾ ਤਾਂ ਆਪ ਹੀ, ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਉਹਨੂੰ ਕਿਸੇ ਦੀ ਰੱਛਿਆ ਹੀ ਕੌਣ ਹੈ? ਉਹਦੇ ਨਾਲ ਤਾਂ ਗੁਰੂ ਸਿਰ ਉੱਪਰ ਠਾਡਾ ਗੁਰਸੁਰਾ ਨਾਨਕ ਤਾਂ ਕਿ ਕਾਰਜ ਪੂਰਾ। ਉਹਨੂੰ ਨਾ ਰੱਛਿਆ ਦੀ ਲੋੜ ਹੈ, ਨਾ ਰਿਆਇਤ ਦੀ ਲੋੜ ਹੈ। ਇਹ ਅਸਲ ਵਿੱਚ ਜਿੱਥੇ ਖਾਲਸਾ ਹੋਏਗਾ ਨਾ, ਉੱਥੇ ਆਸ ਪਾਸ ਦਾ ਗਰੀਬ ਗੁਰਬਾ ਅਤੇ ਜਿਹੜਾ ਲੋੜਵੰਦ ਹੈ, ਉਹਦੀ ਰੱਛਿਆ ਵੀ ਹੋਏਗੀ, ਉਹਨੂੰ ਰਿਆਇਤ ਵੀ ਮਿਲੇਗੀ, ਉਹਨੂੰ ਪ੍ਰਸ਼ਾਦਾ ਵੀ ਮਿਲੇਗਾ। ਇਹ ਖਾਲਸੇ ਦਾ ਬਿਰਧ ਹੈਗਾ, ਜਿਹੜਾ ਅਸੀਂ ਅੱਜ ਬਹੁਤ ਵਾਰ ਸਾਡਾ ਅਸੀਂ ਪ੍ਰਤੱਖ ਦੇਖਿਆ। ਕਿਸਾਨ ਮੋਰਚੇ ਵਿੱਚ ਕਿਵੇਂ ਉੱਥੇ ਆਸ ਪਾਸ ਦੀ ਦੁਨੀਆ ਨੇ ਕਿਵੇਂ ਲੰਗਰ ਛਕੇ ਅਤੇ ਗੁਰੂ ਦੀ ਮਹਿਮਾ ਕੀਤੀ। ਅੱਜ ਉਹਦਾ ਅਸਰ ਇਹ ਹੋ ਰਿਹਾ ਵੀ ਹਰਿਆਣੇ ਵਿੱਚ, ਰਾਜਸਥਾਨ ਵਿੱਚ ਬਹੁਤ ਸਾਰੇ ਜਾਟ ਜਿਹੜੇ ਸਿੱਖੀ ਵੱਲ ਆ ਰਹੇ ਨੇ। ਉਸ ਵੇਲੇ ਸਿੱਖਾਂ ਦੀ ਕੁਰਬਾਨੀ, ਉਹਨਾਂ ਦੀ ਉਹਨਾਂ ਦਾ ਹੱਠ ਦੇਖ ਕੇ, ਉਹਨਾਂ ਦਾ ਜਿਹੜਾ ਜੀਵਨ ਜੁਗਤ ਦੇਖ ਕੇ, ਵੰਡ ਕੇ ਛਕਣ ਦੀ ਜਿਹੜੀ ਉਹਨਾਂ ਦੀ ਜੁਗਤ ਦੇਖ ਕੇ ਉਹਨਾਂ ਦੇ ਜੀਵਨ ਬਦਲੇ ਨੇ। ਔਰ ਜੋ ਕਹਿ ਰਹੇ ਅਸੀਂ ਸਿੱਖੀ ਵਿੱਚ ਆਉਣਾ, ਦੇਗ ਤੇਗ ਫਤਿਹ ਪੰਥ ਕੀ ਜੀਤ। ਹਾਂਜੀ, ਅਤੇ ਇਸ ਤੋਂ ਬਾਅਦ ਆ ਜਾਂਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਸਿੱਖੀ ਦਾਨ ਮੰਗਦੇ ਹਾਂ। ਸਿੱਖੀ ਦਾਨ ਦੇ ਕਿਹੜੇ ਸਤੰਭ ਨੇ? ਕੇਸ ਪਹਿਲਾਂ ਹੈਗਾ ਵੀ ਸਾਨੂੰ ਕੇਸਾਂ ਦੇ ਪ੍ਰਤੀ ਸਾਡੇ ਅੰਦਰ ਸਾਡਾ ਪਿਆਰ ਬਣਿਆ ਰਹੇ। ਰਹਿਤ ਦਾਨ, ਅਸੀਂ ਗੁਰੂ ਦੀ ਬਖਸ਼ੀ ਰਹਿਤ 'ਤੇ ਧਾਰਨੀ ਰਹੀਏ। ਵਿਵੇਕ ਦਾਨ, ਸਾਡੀ ਵਿਵੇਕ ਬੁੱਧੀ ਗੁਰਮਤਿ ਅਨੁਸਾਰ ਅਸੀਂ ਜਿਹੜਾ ਆਪਣਾ ਜੀਵਨ ਦੇ ਫੈਸਲੇ ਲਈਏ। ਗੁਰੂ ਦੀ ਬਖਸ਼ੀ ਬੁੱਧ ਅਨੁਸਾਰ ਵਿਵੇਕ ਬੁੱਧੀ, ਅਸੀਂ ਵਿਵੇਕ ਦਾਨ ਸਾਨੂੰ ਮਿਲੇ। ਵਿਸਾਹ ਦਾਨ, ਗੁਰੂ 'ਤੇ ਸਾਡਾ ਭਰੋਸਾ ਹੋਵੇ। ਹਾਂਜੀ, ਗੁਰੂ 'ਤੇ ਸਾਡਾ ਵਿਸਾਹ ਹੋਵੇ ਵੀ ਸਾਡਾ ਗੁਰੂ। ਹਾਂਜੀ, ਉਹ ਜਿਵੇਂ ਮਹਾਰਾਜ ਭਾਈ ਸਾਹਿਬ ਦੱਸਿਆ ਸੀਗਾ ਵੀ ਅਰਦਾਸ ਕੀਤੀ, ਇਹ ਵਿਸਾਹ ਸੀਗਾ। ਭਰੋਸਾ ਛਤਰੀ ਨਹੀਂ ਲੈ ਕੇ ਗਏ, ਇਹ ਭਰੋਸੇ ਦੀ ਕਮੀ ਸੀਗੀ। ਸੋ ਦੋਨੇ ਚੀਜ਼ਾਂ ਮੰਗੀਆਂ ਨੇ, ਵਿਸਾਹ ਵੀ ਮੰਗਿਆ, ਭਰੋਸਾ ਵੀ ਮੰਗਿਆ। ਹਾਂਜੀ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਨਾਮਦਾਨ, ਇਹ ਸਾਡਾ ਜੀਵਨ ਦਾ, ਸਿੱਖ ਦੇ ਜੀਵਨ ਦਾ ਸਭ ਤੋਂ ਵੱਡਾ ਇੱਕ ਜੀਵਨ ਦਾ ਅੰਗ ਹੈ। ਅਤੇ ਉਹ ਸਭ ਤੋਂ ਪਹਿਲਾ ਹੁਕਮ ਇਹੀ ਹੈ, ਭਲਕੇ ਉਠਾਰ ਨਾਮ ਤੇ ਆਵੇ। ਨਾਮ ਦੀ ਦਾਤ ਮੰਗਣੀ ਗੁਰੂ ਕੋਲੋਂ, ਪਲ ਪਲ ਦਮ ਦਮ ਨਾਮ ਸੰਭਾਲਣਾ ਹੈਗਾ। ਦਮ ਦਮ ਸਬਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਐਸਾ ਹੁਕਮ ਸਾਨੂੰ ਹੈਗਾ। ਰੋਮ ਗੁਰਮੁਖ ਰੋਮ ਰੋਮ ਹਰ ਧਿਆਵੇ। ਇਸ ਤਰੀਕੇ ਦੀ ਜੁਗਤ ਸਾਨੂੰ ਮਹਾਰਾਜ ਨੇ ਕਹੀ ਹੈ। ਅਤੇ ਜਦੋਂ ਅੰਮ੍ਰਿਤਸਰ ਸਾਹਿਬ ਦੇ ਉੱਤੇ ਜਦੋਂ ਸਾਡੇ ਘੇਰੇ ਪੈ ਗਏ ਸੀਗੇ, ਉਸ ਵੇਲੇ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨਾਂ ਦੀ ਵੀ ਜਾਚਨਾ ਕੀਤੀ। ਉਹ ਸਾਡੇ ਜੀਵਨ ਦਾ ਅੰਗ ਹੈ। ਅੰਮ੍ਰਿਤਸਰ ਦੇ ਇਸ਼ਨਾਨ ਦੀ ਬਹੁਤ ਹੀ ਪਿਆਰੀ ਕਥਾ ਹੈਗੀ ਹੈ। ਕਿਸੇ ਵੇਲੇ ਸਮਾਂ ਲੱਗਿਆ ਅਤੇ ਆਪ ਜੀ ਨਾਲ ਉਹ ਵੀ ਸਾਂਝ ਕਰਾਂਗੇ, ਕਿਵੇਂ ਗੁਰਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨਾਂ ਵਾਸਤੇ ਕੁਰਬਾਨੀਆਂ ਕੀਤੀਆਂ ਅਤੇ ਉਹ ਕਿਵੇਂ ਖੁਸ਼ੀ ਖੁਸ਼ੀ ਉੱਥੇ ਆਪਣੇ ਸਿਰ ਵਾਰੇ। ਚੌਂਕੀਆਂ, ਦਰਬਾਰ ਸਾਹਿਬ ਅੰਦਰ ਚੌਂਕੀਆਂ ਚੱਲਦੀਆਂ ਨੇ ਜੀ ਸ਼ਬਦ ਕੀਰਤਨ ਦੀਆਂ। ਇੱਕ ਚੌਂਕੀ ਸੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਹੋਏ, ਅਤੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਉਦੋਂ ਇੱਕ ਸਿਵਲ ਡਿਸਓਬੀਡੀਐਂਸ ਮੂਵਮੈਂਟ ਚਲਾਈ। ਪੰਜਾਬ ਤੋਂ ਇੱਕ ਜਲੂਸ ਚੱਲਦੇ ਸੀਗੇ, ਨਗਰ ਕੀਰਤਨ ਚੱਲਦੇ ਸੀਗੇ। ਉਹ ਫਿਰ ਜਾ ਕੇ ਗਵਾਲੀਅਰ ਤੱਕ ਪਹੁੰਚਦੇ ਸੀਗੇ ਅਤੇ ਉੱਥੇ ਗਵਾਲੀਅਰ ਦੇ ਕਿਲ੍ਹੇ ਦੀ ਪਰਿਕਰਮਾ ਕਰਦੇ ਸੀ। ਅੱਗੇ ਉਹਨਾਂ ਦੇ ਹੱਥ 'ਚ ਮਸ਼ਾਲਾਂ ਹੁੰਦੀਆਂ ਸੀਗੀਆਂ। ਉਹ ਜਲੂਸ ਇੱਕ ਤਰੀਕੇ ਨਾਲ ਜਦੋਂ ਵਧਦੇ ਬਹੁਤ ਦੁਨੀਆ ਤੁਰ ਪਈ। ਰਾਹ ਦੇ ਵਿੱਚ ਲੋਕ ਵੀ ਨਾਲ ਤੁਰਨੇ। ਫਿਰ ਉੱਥੋਂ ਜਿਹੜਾ ਬਾਦਸ਼ਾਹ ਸੀ ਜਹਾਂਗੀਰ, ਉਹਨੂੰ ਚਿੰਤਾ ਹੋਈ ਵੀ ਇਹ ਤਾਂ ਜਿਹੜੀ ਪਬਲਿਕ ਹੈਗੀ ਹੈ ਉਹ
ਡਿਸਓਬੇ ਕਰ ਰਹੀ ਹੈ ਨਾ, ਸਾਡੇ ਕਹੇ ਦੇ ਬਾਹਰ ਜਾ ਕੇ ਇਹ ਡਿਸਓਬੀਡੀਅੰਸ ਵਿੱਚ ਆ ਰਹੇ ਨੇ, ਅਤੇ ਉਹਨੂੰ ਫਿਰ ਸੋਚਣਾ ਪਿਆ। ਅਤੇ ਉਹ ਚੌਂਕੀਆਂ, ਝੰਡੇ ਬੁੰਗੇ ਸਾਡੇ ਇਹ ਜਿਹੜੇ ਬੁੰਗੇ ਬਣਾਏ ਗਏ ਸੀਗੇ ਉਹ, ਅਤੇ ਜੁਗੋ ਜੁਗ ਟਲ ਧਰਮ ਕਾ ਜੈ ਜੈਕਾਰ, ਖਾਲਸਾ ਜੀ ਕੀ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਹੀਂ ਮੰਗਦੇ ਅਸੀਂ, ਮਨ ਨੀਵਾਂ ਮੰਗਦੇ ਹਾਂ, ਮੱਤ ਉੱਚੀ ਮੰਗਦੇ ਹਾਂ। ਮਨ ਨੀਵਾਂ ਅਸੀਂ ਨਿਮਰਤਾ ਵਿੱਚ ਰਹਿਣ ਵਾਸਤੇ ਹੈਗਾ, ਮੱਤ ਉੱਚੀ ਸੁੱਚੀ ਮੱਤ, ਗੁਰੂ ਦੀ ਮੱਤ ਅਸੀਂ ਅਨੁਸਾਰ ਉਹ ਅਨੁਸਾਰ ਜੀਵਨ ਬਤੀਤ ਕਸੀਏ। 47 ਜਦੋਂ ਗੁਰਦੁਆਰੇ ਸਾਡੇ ਵਿਛੜ ਗਏ, ਜਿਹੜੇ ਪਾਕਿਸਤਾਨ ਵਿੱਚ ਰਹਿ ਗਏ, ਬਹੁਤ ਗਿਣਤੀ ਸਿੱਖ ਇੱਧਰ ਆ ਗਏ, ਉੱਥੇ ਵੀ ਸਿੱਖ ਹੈਗੇ ਨੇ। ਅੱਜ ਕਈ ਸਵਾਲ ਕਰਦੇ ਨੇ ਵੀ ਉੱਥੇ ਤਾਂ ਵੀਜ਼ਾ ਲੈ ਕੇ ਜਾ ਕੇ ਦਰਸ਼ਨ ਕਰ ਸਕਦੇ, ਪਰ ਇੱਕ ਖੁੱਲ੍ਹੇ ਦਰਸ਼ਨ ਦਿਦਾਰ ਦੀ ਡਿਮਾਂਡ ਹੈਗੀ ਹੈ। ਹਾਂਜੀ, ਵੀਜ਼ੇ ਵਾਲੇ ਦਰਸ਼ਨ ਦੀ ਨਹੀਂ, ਅਸੀਂ ਖੁੱਲ੍ਹੇ ਦਰਸ਼ਨ ਦਿਦਾਰਾਂ ਦੀ ਡਿਮਾਂਡ ਕਰ ਰਹੇ ਹਾਂ। ਸੋ ਖੁੱਲ੍ਹੇ ਦਰਸ਼ਨ ਦਿਦਾਰ ਜਦੋਂ ਮਹਾਰਾਜ ਬਖਸ਼ੋ, ਉਦੋਂ ਤੱਕ ਸਾਡੀ ਅਰਦਾਸ ਹੀ ਚੱਲਦੀ ਰਹੇਗੀ। ਦੁਨੀਆ ਦੇ ਕੋਨੇ ਦਾ ਕੋਈ ਵੀ ਸਿੱਖ ਹੋਵੇ, ਉਹਨੂੰ ਸਿੱਖ ਹੋਣ ਦੇ ਨਾਤੇ ਕੋਈ ਵੀ ਸਰਕਾਰ ਕਿਸੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਤੋਂ ਰੋਕੇ ਨਾ, ਉਹਦੇ ਵਾਸਤੇ ਕੋਈ ਕੰਡੀਸ਼ਨਸ ਨਾ ਹੋਣ। ਅਸੀਂ ਉਦੋਂ ਤੱਕ ਇਹ ਅਰਦਾਸ ਜਾਰੀ ਰੱਖਣੀ ਹੈ ਜੀ। ਅਤੇ ਉਸ ਤੋਂ ਬਾਅਦ ਫਿਰ ਸਾਡੀ ਫਿਰ ਨਿੱਜੀ ਅਰਦਾਸ ਸ਼ੁਰੂ ਹੁੰਦੀ ਹੈ। ਜਿਹੜੇ ਵੀ ਅਸੀਂ ਕਾਰਜ ਵਾਸਤੇ ਉਸ ਵੇਲੇ ਉਹ ਕਾਰਜ ਕੀਤਾ ਸੀ, ਕੋਈ ਸਮਾਗਮ ਕੀਤਾ, ਕੀਰਤਨ ਕੀਤਾ, ਨਿਤਨੇਮ ਕੀਤਾ, ਉਹਦੀ ਅਰਦਾਸ ਉਸ ਵੇਲੇ ਕੋਈ ਨਿੱਜੀ ਅਰਦਾਸ ਹੈ, ਕੋਈ ਪੰਥਕ ਅਰਦਾਸ ਹੈ, ਉਹ ਫਿਰ ਅਰਦਾਸਾਂ ਕੀਤੀ ਜਾਂਦੀਆਂ ਨੇ। ਬਹੁਤ ਸਾਰੇ ਇਤਿਹਾਸ ਵਿੱਚ ਵਾਕਿਆ ਨੇ ਜਿਹੜੇ ਗੁਰੂ ਮਹਾਰਾਜ ਨੇ ਸਾਨੂੰ ਅਰਦਾਸ ਕੀਤਿਆਂ ਸਾਨੂੰ ਹੁਕਮ ਬਖਸ਼ ਕੇ ਉਹਨਾਂ ਦੇ ਸਫਲਤਾ ਦੇ ਸਾਨੂੰ ਪਹਿਲਾਂ ਹੀ ਸੰਦੇਸ਼ ਦੇ ਦਿੱਤੇ। ਅਤੇ ਉਸ ਸਿੱਖ ਦਾ ਜਿਹੜਾ ਅਰਦਾਸ ਵਿੱਚ ਜਿਹੜਾ ਹੈਗਾ ਉਹ ਨਿਸ਼ਚਾ ਬਣਦਾ ਹੈ। ਸੋ ਮਹਾਰਾਜ ਕਿਰਪਾ ਕਰਨ, ਇਹ ਅਸੀਂ ਜਿਹੜਾ ਡਿਸਕੰਟਰਸਟ ਕੀਤਾ ਅੰਤਰੀ ਭਾਵ ਸਿੱਖੇ ਨੇ। ਹਾਂਜੀ, ਆਮ ਕਰਕੇ ਅਸੀਂ ਕੁਛ ਚਿਰ ਪਹਿਲਾਂ ਤੱਕ ਮੈਂ ਵੀ ਬਹੁਤ ਵਾਰ ਇਸ ਨਾਲ ਵੱਲ ਧਿਆਨ ਨਹੀਂ ਦਿੰਦਾ ਹੁੰਦਾ ਸੀਗਾ। ਜਦੋਂ ਇਹ ਚੀਜ਼ਾਂ ਪੜ੍ਹੀਆਂ ਲੋਕਾਂ ਦੀਆਂ, ਜਿਹੜੇ ਇਹਨਾਂ ਕੁਐਸਚਨ ਕਰਨੇ ਸ਼ੁਰੂ ਕਰਦੇ ਨੇ, ਫਿਰ ਮਨ 'ਚ ਆਇਆ ਵੀ ਨਹੀਂ, ਇਹਦਾ ਵੀ ਸਾਨੂੰ ਤਿਆਰੀ ਕਰਨੀ ਜੀ। ਬਹੁਤ ਪੁਸਤਕਾਂ ਤਿਆਰ ਨੇ, ਜਸਵੰਤ ਸਿੰਘ ਨਿੱਕੀ ਜੀ ਦੀ ਅਰਦਾਸ 'ਤੇ ਪੁਸਤਕ ਹੈਗੀ ਹੈ ਜੀ, ਆਪਣਾ ਗਿਆਨੀ ਜਸਵੰਤ ਸਿੰਘ ਪਰਵਾਨਾ ਜੀ ਦੀ ਹੈ, ਗਿਆਨੀ ਹਰਬੰਸ ਸਿੰਘ ਜੀ ਨੇ ਨਿਰਣੇ ਟੀਕਾ ਕੀਤਾ ਹੈਗਾ, ਉਹਨਾਂ ਦੀ ਪੁਸਤਕ ਹੈ ਅਰਦਾਸ 'ਤੇ। ਉਹ ਪੁਸਤਕਾਂ ਪੜ੍ਹੋ। ਹਾਂਜੀ, ਹੋਰ ਵਿਸਥਾਰ ਵੀ ਸਾਨੂੰ ਇਹਨਾਂ ਬਾਰੇ ਪਤਾ ਲੱਗੇਗਾ। ਅਤੇ ਆਪਣੇ ਜੀਵਨ ਵਿੱਚ ਇਹ ਅਰਦਾਸ ਜਿਹੜਾ ਹੈਗਾ, ਇਹਨੂੰ ਅਸੀਂ ਇਹ ਮੰਨ ਕੇ ਚੱਲੀਏ ਵੀ ਸਾਡਾ ਇੱਕ ਬਹੁਤ ਇੰਪੋਰਟੈਂਟ ਪੱਖ ਹੈ। ਅਰਦਾਸ ਨਾਲ ਜੁੜੇ ਰਹੀਏ ਅਤੇ ਇਸ ਨਾਲ ਅਰਦਾਸ ਰਾਹੀਂ ਗੁਰੂ ਨਾਲ ਜੁੜੇ ਰਹੀਏ। ਗੁਰੂ ਕਿਰਪਾ ਕਰੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।